ਅੱਜ ਆਪਾਂ ਰਾਮਕਲੀ ਰਾਗ ਦੇ ਵਿੱਚ ਜਿਹੜੀ ਭਗਤਾਂ ਦੀ ਬਾਣੀ ਲੈ ਰਹੇ ਹਾਂ, ਕਬੀਰ ਜੀ ਦੀ ਬਾਣੀ ਲੈ ਰਹੇ ਹਾਂ। ਉਹ 971 ਅੰਗ ਦੇ ਉੱਤੇ 971 ਅੰਗ ਦੇ ਉੱਤੇ ਕਬੀਰ ਜੀ ਦਾ 10ਵਾਂ ਸ਼ਬਦ ਲੈ ਰਹੇ ਹਾਂ। ਉਹ ਪਹਿਲਾਂ ਜਿਹੜੇ ਆਪਾਂ ਕਬੀਰ ਜੀ ਦੇ 9 ਸ਼ਬਦ ਲਏ ਸੀਗੇ, ਉਹਦੇ ਵਿੱਚ ਉਹ ਲੜੀ ਜਿਹੜੀ ਹੈਗੀ ਪੂਰੀ ਹੋਈ। ਇਹ 10ਵਾਂ ਸ਼ਬਦ ਜਿਹੜਾ ਹੈਗਾ, ਇਹ ਨਵੀਂ ਲੜੀ ਸ਼ੁਰੂ ਹੋ ਰਹੀ ਹੈ। ਇਹ ਪਹਿਲਾ ਸ਼ਬਦ ਹੈਗਾ ਇਹਦਾ ਲੜੀ ਦਾ। ਰਾਮਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੂਜਾ ਘਰ ਦਾ ਮਤਲਬ ਹੈ ਇਹਦੇ ਵਿੱਚ ਇੱਕ ਵਿਸ਼ਰਾਮ ਦੇਣਾ ਪਊਗਾ। ਇਹ ਲਾਈਨ ਦੇ ਵਿੱਚ ਜਿਹੜਾ ਹੈਗਾ, ਇਹ ਬਾਣੀ ਨੂੰ ਵਿਚਾਰਨ ਲੱਗੇ 2 ਹਿੱਸਿਆਂ 'ਚ ਕਰਨਾ ਪਊਗਾ। ਇਹਨੂੰ 2 ਘਰਾਂ 'ਚ ਬਣਾਉਣਾ ਪੈਣਾ। 2 ਖਾਨੇ ਬਣਾਉਣੇ ਪੈਣੇ, ਇਹਦੇ ਵਿਚਾਲੇ ਵਿਸ਼ਰਾਮ ਦੇਣਾ। ਇੱਕ ਖਾਨੇ ਨੂੰ ਵਿਚਾਰਨਾ ਹੈ, ਫਿਰ ਦੂਜੇ ਨੂੰ ਵਿਚਾਰਨਾ ਹੈ, ਫਿਰ ਦੋਨਾਂ ਨੂੰ ਜੋੜਨਾ ਹੈ। ਇਹ ਹਿਦਾਇਤ ਹੈ ਬਾਣੀ ਦੇ ਉੱਪਰ ਘਰ, ਇਸ ਕਰਕੇ ਕਿਉਂਕਿ ਜੇ ਆਪਾਂ ਕਿਤੇ ਵਿਸ਼ਰਾਮ ਜਿਹੜਾ ਹੈਗਾ, ਜੇ ਜ਼ਿਆਦਾ ਵਿਸ਼ਰਾਮ ਲੈ ਲਾਂਗੇ ਜਾਂ ਨਹੀਂ ਲਵਾਂਗੇ, ਤੇ ਫਿਰ ਉਹਦੇ ਵਿੱਚ ਜਿਹੜਾ ਹੈਗਾ ਬਾਣੀ ਦਾ ਜਿਹੜਾ ਭਾਵ ਅਰਥ ਹੈਗੇ, ਉਹਨੂੰ ਆਪਾਂ ਮਿਸ ਕਰ ਸਕਦੇ ਹਾਂ। ਰਾਮਕਲੀ ਘਰ ਦੂਜਾ, ਬਾਣੀ ਕਬੀਰ ਜੀ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਹਦੇ ਵਿੱਚ ਜਿਹੜੀ ਹੈਗੀ ਬਾਣੀ ਦੇ ਉੱਤੇ ਟਾਈਟਲ ਲਿਖਿਆ ਹੋਇਆ, ਬਾਣੀ ਕਿਹਦੀ ਹੈਗੀ ਭਾਈ, ਕਿਹੜੇ ਬ੍ਰਹਮ ਗਿਆਨੀਆਂ ਨੂੰ ਆਈ ਹੈ ਬਾਣੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਬੰਧ 'ਚ ਬੰਧਨ ਪਾਇਆ, ਬੰਧ 'ਚ ਬੰਧਨ ਪਾਇਆ, ਮੁਕਤੇ ਗੁਰੇ ਅਨਲ ਬੁਝਾਇਆ। जब नख सिख एह मन चीना, तब अंतर मजन कीना। ਹੁਣ ਇੱਥੇ ਬੰਧ 'ਚ ਬੰਧਨ ਪਾਇਆ। ਆਪਾਂ ਨੂੰ ਪਤਾ ਹੀ ਨਹੀਂ ਹੈ ਵੀ ਆਪਾਂ ਬੰਨੇ ਹੋਏ ਹਾਂ। ਇਨਸਾਨ ਸੋਚਦਾ ਮੈਂ ਤਾਂ ਫਰੀ ਹਾਂ, ਮੇਰੇ 'ਚ ਕੋਈ ਬੰਧਨ ਹੀ ਹੈ ਨਹੀਂਗਾ। ਮੈਂ ਤਾਂ ਬਿਲਕੁਲ ਜਿੱਥੇ ਮਰਜ਼ੀ ਜਾ ਸਕਦਾ, ਜੋ ਮਰਜ਼ੀ ਕਰ ਸਕਦਾ ਮੈਂ। ਇਹ ਨਹੀਂ ਪਤਾ ਭਾਈ ਕਿ ਤੂੰ ਜਿਹੜਾ ਹੈਗਾ, ਕਾਲ ਨੇ ਤੈਨੂੰ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਜਿਹੜਾ ਹੈਗਾ, ਇਹ ਵਿਚਾਰਾਂ ਦੇ ਵਿੱਚ ਜਿਹੜਾ ਹੈਗਾ, ਤੈਨੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਤੂੰ ਕਦੀ ਦੱਸ ਸਕਦਾ ਹੈ ਵੀ ਜੇ ਤੂੰ ਕਹਿੰਦਾ ਹੈ ਕਿ ਮੈਨੂੰ ਤਾਂ ਕੋਈ ਬੰਧਨ ਨਹੀਂ ਹੈਗਾ, ਮੈਂ ਤਾਂ ਮੁਕਤ ਹੈਗਾ ਆ, ਤੇ ਵਿਚਾਰ ਬੰਦ ਕਰਕੇ ਦੇਖ ਲਾ ਆਪਣੇ। ਦੱਸ ਦੇ ਵਿਚਾਰ ਬੰਦ ਕਰਕੇ ਭਾਈ। ਹੈ ਤੇਰਾ ਮਨ ਮੰਨਦਾ ਹੈ, ਤੇਰਾ ਮਨ ਜਿਹੜਾ ਹੈਗਾ, ਤੂੰ ਤਾਂ ਮਨ ਦੇ ਅਧੀਨ ਆ। ਤੂੰ ਤੇ ਆਪਣੇ ਵਿਚਾਰਾਂ ਨੇ ਤੈਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ। ਨਹੀਂ ਤਾਂ ਕਹਿ ਦੇ ਮਨ ਨੂੰ ਕਹਿ ਦੇ ਵੀ, ਮਨ ਨੂੰ ਕਹਿ ਦੇ ਚੁੱਪ ਹੋ ਜਾਊਗਾ ਚੁੱਪ। ਦੇਖ ਲੈ ਤੂੰ ਮਾਲਕ ਹੈ ਕਿ ਮਨ ਮਾਲਕ ਹੈਗਾ। ਬੰਧ 'ਚ ਬੰਧਨ ਪਾਇਆ, ਮੁਕਤੈ ਗੁਰੇ ਅਨਲ ਬੁਝਾਇਆ। ਕਹਿੰਦੇ ਕਿਹਨੇ ਪਾਤਾ ਬੰਧ 'ਚ ਬੰਧਨ? ਇਹ ਜਿਹੜਾ ਬੰਨਿਆ ਹੋਇਆ ਸੀ ਮੈਂ, ਇਹਨੂੰ ਬੰਨਣ ਵਾਲੇ ਨੂੰ ਹੀ ਬੰਨ ਲਿਆ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬੰਨ ਲਿਆ। ਇਹ ਵਿਚਾਰਾਂ ਨੇ ਮੈਨੂੰ ਬੰਨਿਆ ਸੀ, ਮੈਂ ਵਿਚਾਰ ਨੂੰ ਬੰਨਤਾ। ਬੰਧ 'ਚ ਬੰਧਨ ਪਾਇਆ, ਮੁਕਤੇ ਗੁਰੇ ਅਨਲ ਬੁਝਾਇਆ। ਮੇਰੇ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀਗੀ। ਅਨਲ ਕਹਿੰਦੇ ਜੰਗਲ ਨੂੰ ਜਿਸ ਤਰ੍ਹਾਂ ਅੱਗ ਲੱਗ ਜਾਂਦੀ ਹੈ, ਉਸ ਤਰ੍ਹਾਂ। ਕਹਿੰਦੇ ਮੇਰੇ ਗੁਰੂ ਨੇ ਕੀ ਕਰਤਾ? ਮੇਰੇ ਗੁਰੂ ਨੇ ਕਹਿੰਦੇ ਆ ਐਸੀ ਹਵਾ, ਅੱਗ ਨੂੰ ਹਵਾ ਤੇਜ਼ ਲੈ ਜਾਂਦੀ ਹੈ। ਹਵਾ
ਅੱਗੇ ਅੱਗੇ ਵਧਾਈ ਜਾਂਦੀ ਹੈ। ਕਹਿੰਦੇ ਉਹ ਅਨਲ ਜਿਹੜਾ ਹੈ ਮੇਰੇ ਗੁਰੂ ਨੇ ਬੁਝਾ ਦਿੱਤੀ ਅੱਗ, ਤ੍ਰਿਸ਼ਨਾ ਦੀ ਅੱਗ। ਕਿਹਨੇ ਬੁਝਾਈ? ਗੁਰੂ ਨੇ ਬੁਝਾਈ। ਕੌਣ ਗੁਰੂ? ਕੌਣ ਗੁਰੂ ਕਿ ਜਿਹਨੇ ਬੁਝਾਈ? ਕਹਿੰਦੇ ਮੁਕਤਾ ਹੈ। ਉਹ ਮੁਕਤਾ ਹੈ ਗੁਰੂ, ਉਹ ਬੰਧਨਾਂ 'ਚ ਨਹੀਂ ਹੈਗਾ। ਜਿਹੜਾ ਆਪ ਹੀ ਬੰਧਨਾਂ ਦੇ ਵਿੱਚ ਬੈਠਾ ਹੈ ਉਹ ਕਿਸ ਤਰੀਕੇ ਦੇ ਨਾਲ ਦੂਜੇ ਨੂੰ ਜਿਹੜਾ ਹੈਗਾ ਆਜ਼ਾਦ ਕਰ ਦੇਗਾ ਭਾਈ? ਜਿਹੜਾ ਆਪ ਹੀ, ਜਿਹਨੂੰ ਆਪ ਹੀ ਅੱਗ ਲੱਗੀ ਹੋਈ ਹੈ, ਆਪ ਹੀ ਸੜ ਰਿਹਾ ਹੈ, ਉਹ ਦੂਜੇ ਦੀ ਅੱਗ ਕਿਸ ਤਰ੍ਹਾਂ ਬੁਝਾ ਦੂਗਾ? ਬੰਦ 'ਚ ਬੰਧਨ ਪਾਇਆ, ਮੁਕਤੇ ਗੁਰੇ ਅਨਲ ਬੁਝਾਇਆ। ਜਬ ਨਕ ਸਿੱਖ ਇਹ ਮਨ ਚੀਨਾ। ਕਹਿੰਦੇ ਮੈਂ ਨਾ ਚੰਗੀ ਤਰ੍ਹਾਂ ਘੋਖ ਕੇ ਔਰ ਮਨ ਨੂੰ ਜਿਹੜਾ ਹੈਗਾ ਚੀਨ ਲਿਆ। ਇਹ ਮਨ ਨਾਮ ਦੀ ਚੀਜ਼ ਕੋਈ ਵੀ ਨਹੀਂ ਹੈ, ਤਾਂ ਮੇਰੇ ਵਿਚਾਰ ਹੀ ਹੈਗੇ ਆ। ਜਬ ਨਕ ਸਿੱਖ ਇਹ ਮਨ ਚੀਨਾ, ਪੂਰੀ ਤਰ੍ਹਾਂ ਮੈਂ ਚੀਨ ਲਿਆ। ਮਨ ਨਾਮ ਦੀ ਕੋਈ ਚੀਜ਼ ਨਹੀਂ ਹੈ, ਇਹ ਮੇਰੇ ਵਿਚਾਰ ਹੀ ਜਿਹੜੇ ਹੈਗੇ ਮੈਨੂੰ ਜਿਹੜੇ ਧੋਈ ਫਿਰਦੇ ਆ। ਇਹ ਵਿਚਾਰ ਹੀ ਮੈਨੂੰ ਜਿਹੜਾ ਹੈਗਾ ਮੇਰੇ ਕੋਲੋਂ ਜਿਹੜੇ ਹੈਗੇ ਜ਼ਬਰਦਸਤੀ ਜਿਹੜੇ ਹੈਗੇ ਮੇਰੇ ਕੋਲੋਂ ਪਾਪ ਕਰਵਾਏ ਜਾਂਦੇ। ਜਬ ਨਕ ਸਿੱਖ ਇਹ ਮਨ ਚੀਨਾ ਤਬ ਅੰਤਰ ਮਜਨ ਕੀਨਾ। ਤਬ ਉਦੋਂ ਫਿਰ ਜਿਹੜਾ ਹੈਗਾ ਮੇਰੇ ਅੰਦਰ ਹੀ ਜਿਹੜਾ ਹੈਗਾ ਉਹ ਜਿਹੜਾ ਅੰਮ੍ਰਿਤ ਦਾ ਸਰੋਵਰ, ਉਹ ਜਿਹੜਾ ਬੰਦ ਪਿਆ ਸੀ, ਢੱਕਣ ਲੱਗੇ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਉਹ ਪਾਸੇ ਹੋਏ ਤੇ ਅੰਦਰੋਂ ਝਰਨਾ ਚੱਲ ਪਿਆ। ਅੰਦਰ ਹੀ ਮੈਂ ਇਸ਼ਨਾਨ ਕਰ ਲਿਆ। ਮੇਰਾ ਜਿਹੜਾ ਹੈਗਾ ਇਹ ਮੇਰਾ ਕਾਰਨ ਸ਼ੀਰ ਜਿਹੜਾ ਹੈਗਾ, ਜੋ ਮੇਰਾ ਮਨ ਸੀਗਾ, ਇਹ ਤਾਂ ਜੋਤ ਸਰੂਪ ਹੋ ਗਿਆ। ਆਤਮਾ ਨਿਕਲੀ ਉੱਥੋਂ। ਤਾਂ ਮੈਂ ਨਾਮ ਦੀ ਤਾਂ ਕੋਈ ਚੀਜ਼ ਹੀ ਨਹੀਂ ਸੀਗੀ, ਹਉਮੈ ਨਾਮ ਦੀ ਕੋਈ ਚੀਜ਼ ਨਹੀਂ ਸੀਗੀ, ਉਹ ਮੇਰੀ ਆਤਮਾ ਹੀ ਸੀਗੀ। ਬੰਦ 'ਚ ਬੰਧਨ ਪਾਇਆ, ਮੁਕਤੇ ਗੁਰ ਅਨਲ ਬੁਝਾਇਆ। ਜਬ ਨਕ ਸਿੱਖੇ ਮਨ ਚੀਨਾ ਤਬ ਅੰਤਰ ਮਜਨ ਕੀਨਾ। ਪਵਨ ਪਥ ਉਨਮਨ ਰਹਿਨ ਖਰਾ। ਕਹਿੰਦੇ ਹੁਣ ਤਾਂ ਪਵਨ ਪਤੀ ਹੀ ਹੈਗਾ। ਪਵਨ ਪਤੀ ਆਤਮਾ, ਪਰਮਾਤਮਾ ਹੀ ਹੈ ਉਹਦੇ ਅੰਦਰ। ਉਨਮਨ ਮਨ ਤੋਂ ਪਰੇ, ਵਿਚਾਰਾਂ ਤੋਂ ਪਰੇ, ਖਰਾ ਬਸ ਕਹਿੰਦੇ ਉਹ ਅਸਲੀ ਹੈ। ਇਹ ਮਨ ਤਾਂ ਐਵੇਂ ਹੀ ਸੀ ਮੈਲ। ਪਵਨ ਪਤ ਉਨਮਨ ਰਹਿਨ ਖਰਾ, ਨਹੀਂ ਮਿਰਤ ਨਾ ਜਨਮ ਜਰਾ। ਉੱਥੇ ਨਾ ਹੁਣ ਮੈਨੂੰ ਮੌਤ ਹੈਗੀ ਤੇ ਨਾ ਮੈਨੂੰ ਜਨਮ ਮਰਨ ਦਾ ਗੇੜਾ ਹੈਗਾ, ਨਾ ਮੈਨੂੰ ਬੁਢੇਪਾ ਹੈਗਾ ਭਾਈ। ਰਹਾਓ। ਇਹ ਪਹਿਲਾ ਬੰਦ ਤੇ ਰਹਾਓ ਦਾ ਬੰਦ ਦੋਨੋਂ ਮਿਲ ਕੇ ਸੈਂਟਰਲ ਆਈਡੀਆ ਬਣ ਗਿਆ ਸ਼ਬਦ ਦਾ। ਦੋਨੋਂ ਜਿਹੜੇ ਹੈਗੇ ਉੱਚ ਕੋਟੀ ਦਾ ਗਿਆਨ ਹੈ ਇਹਦੇ ਵਿੱਚ। ਪੂਰਾ ਸ਼ਬਦ ਇਹਦੇ ਦੁਆਲੇ ਘੁੰਮੇਗਾ। ਸੈਂਟਰਲ ਆਈਡੀਆ ਸਾਰ ਕੀ ਹੈਗਾ? ਬਸ ਬਈ ਮਨ ਨਾਮ ਦੀ ਚੀਜ਼ ਪਾਸੇ ਹੋ ਗਈ, ਆਤਮਾ ਲਿਸ਼ਕਾਰੇ ਮਾਰ ਰਹੀ ਹੈ ਹੁਣ ਜਨਮ ਮਰਨ ਦੇ ਗੇੜੇ ਚੋਂ ਬਾਹਰ। ਬੁਢੇਪਾ ਖਤਮ ਸਾਰਾ। ਇਹ ਪੂਰਾ ਦਾ ਪੂਰਾ ਜਿਹੜਾ ਹੈਗਾ ਇਹਦੇ ਦੁਆਲੇ ਅੱਗੇ ਜਿਹੜਾ ਹੈਗਾ ਸ਼ਬਦ ਚੱਲੇਗਾ। ਬੰਦ 'ਚ ਬੰਧਨ ਪਾਇਆ, ਮੁਕਤੇ ਗੁਰੇ ਅਨਲ ਬੁਝਾਇਆ। ਇਹ ਬੰਦ ਦੇ ਵਿੱਚ ਹੀ ਇਹਨੂੰ ਹੀ ਬੰਨਤਾ। ਜਿਹੜਾ ਮੈਨੂੰ ਬੰਨਿਆ ਸੀ ਜਿਹਨੇ, ਉਹਨੂੰ ਹੀ ਬੰਨਤਾ। ਮੇਰੇ ਗੁਰੂ ਨੇ ਮੈਨੂੰ ਆਜ਼ਾਦ ਕਰਤਾ, ਉਹਨੂੰ ਬੰਨ ਦਿੱਤਾ। ਤਾਂ ਜਿਹੜਾ ਹੈਗਾ ਨਕ ਸਿੱਖ ਇਹ ਮਨ ਚੀਨਾ, ਇਹ ਮਨ ਨੂੰ ਚੰਗੀ ਤਰ੍ਹਾਂ ਚੀਨ ਲਿਆ। ਮਨ ਹੈ ਕੀ ਚੀਜ਼? ਇਹ ਤਾਂ ਵਿਚਾਰ ਹੀ ਹੈਗੇ। ਤਾਂ ਫਿਰ ਜਿਹੜਾ ਹੈਗਾ ਅੰਦਰ ਜਿਹੜਾ ਹੈਗਾ ਅੰਮ੍ਰਿਤ ਦਾ ਸਰੋਵਰ, ਉੱਥੇ ਮਜਨ ਕੀਨਾ। ਹਾਂਜੀ ਕੋਕੀ ਸਾਹਿਬ। ਠੀਕ ਹੈ ਜੀ। ਹੁਣ ਸੰਗਤ ਜੀ ਇਹ ਤੁਕ ਵੇਖੋ, ਆਪਾਂ ਇਹਨੂੰ ਸਮਝਦੇ ਹਾਂ। ਦੇਖੋ ਉਹ ਕਹਿੰਦੇ ਨੇ ਕਿ ਬੰਧਨ ਬੰਚਿਤ ਬੰਦ ਪਹਿਲੀ ਕਿਹੜੀ ਤੁਕ ਨੇ? ਬੰਦ ਦੇ ਵਿੱਚ ਬੰਧਨ ਪਾਇਆ। ਬੰਦ ਨੂੰ ਵੀ ਬੰਨ ਲਿਆ। ਜਿਹਨੇ ਮੈਨੂੰ ਬੰਨਿਆ ਸੀ ਉਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ, ਉਹਨਾਂ ਨੂੰ ਬੰਨ ਲਿਆ। ਠੀਕ ਹੈ ਜੀ। ਉਹ ਕਹਿੰਦੇ ਅੱਗੇ ਜਿਹੜਾ ਬੰਧਨ ਸੀ, ਮੈਂ ਜਿਹਨੇ ਮੈਨੂੰ ਬੰਧਨ ਪਾਇਆ ਸੀ, ਮੈਂ ਉਹਨੂੰ ਵੀ ਬੰਨ ਲਿਆ। ਹਾਂ, ਮੈਂ ਤਾਂ ਆਜ਼ਾਦ ਹੋ ਗਿਆ। ਹਾਂ, ਕਹਿਣ ਤੋਂ ਭਾਵ ਕਿ ਮੈਂ
ਇਸ 84 ਦੇ ਗੇੜ ਚੋਂ ਮੁਕਤ ਹੋ ਗਿਆ। ਠੀਕ ਹੈ, ਹੁਣ ਉਹਨੂੰ ਮੁਕਤ ਹੋਣ ਦਾ ਤਰੀਕਾ ਕੀ ਆ ਉਹ ਸਾਰੀ ਬਾਣੀ 'ਚ ਲਿਖਿਆ, ਤੁਸੀਂ ਉਹ ਚੀਜ਼ ਨੂੰ ਸਮਝ ਰਹੇ ਹੋ। ਠੀਕ ਹੈ, ਦੇਖੋ ਕਹਿੰਦੇ ਆ ਕਿ ਮੁਕਤੇ ਗੁਰ ਅਨਲ ਬੁਝਾਇਆ। ਇਹ ਜਿਹੜਾ ਬੰਦ 'ਚ ਬੰਧਨ ਕਿਹਨੇ ਪਾਇਆ? ਮੁਕਤੇ ਗੁਰੂ ਨੇ ਪਾਇਆ। ਜਿਹੜੇ ਬ੍ਰਹਮ ਗਿਆਨੀ ਮੁਕਤ ਆ ਬੰਧਨਾਂ 'ਚੋਂ, ਉਹਨਾਂ ਨੇ ਮੈਨੂੰ ਇਹ ਅੱਗ, ਕਹਿੰਦੇ ਇਹ ਤਾਂ ਅੱਗ ਆ ਜਿਹਦੇ ਨਾਲ ਤੂੰ ਬੰਨਿਆ ਹੋਇਆ ਹੈ, ਉਹਨਾਂ ਨੇ ਮੈਨੂੰ ਇਹ ਅੱਗ ਬੁਝਾ ਦਿੱਤੀ ਭਾਈ। ਅਨਲ ਕਹਿੰਦੇ ਆ ਜਿਸ ਤਰ੍ਹਾਂ ਜੰਗਲ ਦੇ ਵਿੱਚ ਅੱਗ ਲੱਗਦੀ ਆ, ਉਹ ਲੱਗੀ ਘੁੰਮੀ ਹਵਾ ਦੇ ਨਾਲ ਹੋਰ ਵਧੀ ਜਾਂਦੀ ਹੈ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਹਾਂ, ਹੁਣ ਉਹ ਕਹਿੰਦੇ ਆ ਕਿ ਜਿਨ੍ਹਾਂ ਨੇ ਮੈਨੂੰ ਬੁਝਾਇਆ ਉਹਨਾਂ ਨੂੰ ਇਹ ਵਿਧੀ ਦਾ ਪਤਾ ਹੈ, ਉਹਨਾਂ ਦੱਸਿਆ ਕਿ ਇਹਨੂੰ ਕਿੱਦਾਂ ਕੰਟਰੋਲ ਕਰਨਾ ਹੈ, ਕੀ ਵਿਧੀ ਹੈ, ਕਿੱਦਾਂ ਇਹ ਚੱਲਣਾ ਹੈ। ਹੁਣ ਆਪਾਂ ਜਿਹੜੀ ਬ੍ਰਹਮ ਗਿਆਨੀਆਂ ਦੀ ਬਾਣੀ ਪੜ੍ਹ ਰਹੇ ਹਾਂ, ਇਹ ਸਾਰੀ ਬਾਣੀ ਦੇ ਵਿੱਚ ਕੇਵਲ ਸਾਨੂੰ ਇਹੋ ਕੁਝ ਸਮਝਾਇਆ ਗਿਆ। ਹੁਣ ਦੇਖੋ ਇੱਕ ਚੀਜ਼ ਨੂੰ ਸਮਝੋ, ਗਿਆਨ ਦਾ ਮਤਲਬ ਹੈ ਜੋ ਸਹੀ ਹੈ। ਗਿਆਨ ਦਾ ਮਤਲਬ ਹੈ ਜੋ ਸਹੀ ਹੈ। ਗਿਆਨ ਦਾ ਮਤਲਬ ਇਹ ਕਿਤੇ ਨਹੀਂ ਜਿਸ ਨੂੰ ਅਸੀਂ ਸਹੀ ਸਮਝਦੇ ਹਾਂ ਜਾਂ ਸਾਨੂੰ ਕੋਈ ਸਮਝਾ ਰਿਹਾ ਹੈ ਕਿ ਇਹ ਸਹੀ। ਠੀਕ ਹੈ, ਮੇਰੀ ਗੱਲ ਪਕੜ 'ਚ ਕਰ ਲਈ? ਹਾਂਜੀ ਹਾਂਜੀ ਸਾਹਿਬ, ਬਿਲਕੁਲ। ਗਿਆਨ ਉਹੀ ਹੈ ਜਿਹੜਾ ਸਹੀ ਹੈ, ਮਤਲਬ ਜੋ ਸਹੀ ਹੈ, ਜਿਹੜਾ ਸਹੀ ਹੈ। ਬਿਲਕੁਲ। ਗਿਆਨ ਦਾ ਮਤਲਬ ਉਹ ਕਦੇ ਨਹੀਂ ਆ ਜੋ ਅਸੀਂ ਸਮਝਦੇ ਹਾਂ ਜਾਂ ਸਾਨੂੰ ਕੋਈ ਸਮਝਾ ਰਿਹਾ। ਠੀਕ ਹੈ, ਇਹ ਗਿਆਨ ਦਾ ਵਿੱਚ ਥੋੜਾ ਜਿਹਾ ਭੇਦ ਹੁੰਦਾ ਹੈ, ਪਰ ਅਕਸਰ ਅਸੀਂ ਜਿਹਨੂੰ ਸਮਝਦੇ ਹਾਂ ਉਹ ਗਿਆਨ ਨਹੀਂ ਹੁੰਦਾ, ਉਹ ਭਰਮ ਹੁੰਦਾ। ਕਈ ਵਾਰੀ ਆਪ ਖੁਦ ਆਪਣੇ ਆਪ ਨੂੰ ਇਸ ਭਰਮ ਦੇ ਵਿੱਚ ਫਸਾ ਲੈਂਦੇ ਹਾਂ, ਤੇ ਕਈ ਵਾਰੀ ਸਾਡੇ ਸੱਜਣ ਜਿਹੜੇ ਲਾਗੇ ਬੰਨੇ ਖਲੋਤੇ ਹੁੰਦੇ ਆ ਉਹ ਸਾਨੂੰ ਫੋਕਾ ਭਰਮ ਪਾ ਦਿੰਦੇ ਆ। ਕਿੱਦਾਂ ਦਾ ਭਰਮ? ਕਿਉਂਕਿ ਬਾਹਰੀ ਜਿਹੜਾ ਆਪਾਂ ਕਿਰਿਆ ਕਰਦੇ ਹਾਂ ਤੇ ਉਹ ਲੋਕੀ ਕਹਿ ਦਿੰਦੇ ਬਈ ਤੁਸੀਂ ਬੜੇ ਵੱਡੇ ਸੰਤ ਜੋ, ਤੁਸੀਂ ਬੜੇ ਸੇਵਕ ਜੋ, ਤੁਸੀਂ ਬਹੁਤ ਸ਼ਰਧਾ ਤੁਹਾਡੇ ਅੰਦਰ। ਹੁਣ ਸ਼ਰਧਾ ਮੇਰੇ ਅੰਦਰ ਕਿੱਦਾਂ, ਤੁਹਾਨੂੰ ਕਿੱਦਾਂ ਪਤਾ ਲੱਗੂ ਮੇਰੀ ਸ਼ਰਧਾ ਕਿੱਦਾਂ ਦੀ? ਇਹਦੇ ਬਾਰੇ ਤੁਹਾਨੂੰ ਪਤਾ ਹੈ? ਪਰ ਨਹੀਂ, ਪਰ ਬੰਦਾ ਇਹ ਚੀਜ਼ ਵਿਸ਼ਵਾਸ ਕਰਦਾ ਹੈ। ਲੋਕੀ ਕਹਿ ਦਿੰਦੇ ਵੀ ਤੁਸੀਂ ਬਹੁਤ ਕਰਮਾਂ ਵਾਲੇ, ਵੇਖੋ ਗੁਰਦੁਆਰੇ ਜਾਂਦੇ ਜੋ, ਉੱਥੇ ਮੱਥਾ ਟੇਕਦੇ ਜੋ, ਕੀਰਤਨ ਕਰ ਰਹੇ ਜੋ, ਕੀਰਤਨ ਸੁਣ ਰਹੇ ਜੋ, ਪਾਠ ਪੜ੍ਹ ਰਹੇ ਜੋ, ਤੇ ਤੁਹਾਡਾ ਹਿਰਦਾ ਬੜਾ ਪਵਿੱਤਰ ਹੈ। ਪਰ ਜਿਹੜਾ ਬੰਦਾ ਸੁਣਦਾ ਵਾ ਉਹ ਗੁਰੂ ਨਾਨਕ ਸਾਹਿਬ ਜੀ ਦੀ ਅਵਸਥਾ ਵਾਲਾ ਬੰਦਾ ਚਾਹੀਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਕਿ ਮੈਨੂੰ ਦੂਜੇ ਬੰਦੇ ਦੀ ਸਟੇਟਮੈਂਟ ਦੀ ਲੋੜ ਨਹੀਂ ਆ। ਕਿ ਉਹਨਾਂ ਨੂੰ ਕੋਈ ਕਹਿੰਦਾ ਭੂਤਨਾ ਹੈ, ਕੋਈ ਬੇਤਾਲਾ ਕਹੀ ਜਾਂਦਾ ਹੈ, ਕੋਈ ਕੁਰਾਈਆ ਕਹੀ ਜਾਂਦੇ ਆ, ਕਹਿੰਦੇ ਤੁਹਾਡੀ ਸਟੇਟਮੈਂਟ ਦੀ ਮੈਨੂੰ ਲੋੜ ਨਹੀਂ ਆ। ਪਰ ਮੈਂ ਭੂਤਨਾ ਹੈ ਜਾਂ ਬੇਤਾਲਾ ਹੈ ਜਾਂ ਕੁਰਾਈਆ ਵਾਂ, ਇਹਦੇ ਬਾਰੇ ਤੁਹਾਨੂੰ ਨਹੀਂ ਪਤਾ ਪਰ ਮੈਨੂੰ ਪਤਾ। ਇਸ ਲਈ ਪਲੀਜ਼ ਇਹ ਜਿਹੜਾ ਜੋ ਵੀ ਆ ਆਪਾਂ ਜੀਵਨ 'ਚ ਆਪਣੇ ਆਪ ਨੂੰ ਸਮਝਦੇ ਹਾਂ ਜਾਂ ਸਾਨੂੰ ਲੋਕੀ ਦੱਸਦੇ ਨੇ, ਇਸ ਚੀਜ਼ ਨੂੰ ਸਾਨੂੰ ਵੇਖਣਾ ਪਊਗਾ ਔਰ ਸਮਝਣਾ ਪਊਗਾ। ਤੁਹਾਡੀ ਇਹ ਜਿਹੜੀ ਸਟੇਟਮੈਂਟ ਹੈ ਉਹ ਤੁਹਾਡੇ ਜੀਵਨ ਦੇ ਅਨੁਭਵ ਤੋਂ ਆਉਣੀ ਚਾਹੀਦੀ ਹੈ। ਔਰ ਤੁਸੀਂ ਜੋ ਅਨੁਭਵ ਕਰ ਰਹੇ ਜੋ, ਕਿ ਸੱਚੀ ਆਪਾਂ ਉਸ ਸਟੇਟਮੈਂਟ ਦੇ ਹੱਕਦਾਰ ਹੈਗੇ ਆ ਜਾਂ ਉਹਦਾ ਫੀਲਿੰਗ ਲੈ ਰਹੇ ਆ। ਕਈ ਵਾਰੀ ਆਪਾਂ ਨੂੰ ਚੰਗਾ ਲੱਗਦਾ, ਨਿਜਾ ਸਾਹਿਬ। ਬਿਲਕੁਲ। ਕਈ ਗੱਲਾਂ ਆਪਾਂ ਸੁਣਨੀਆਂ ਪਸੰਦ ਕਰਦੇ ਆ, ਭਾਵੇਂ ਉਹ ਗੁਣ ਸਾਡੇ ਅੰਦਰ ਨਹੀਂ ਆ। ਆਪਾਂ ਨੂੰ ਮਤਲਬ ਸਿਰਫ ਗੱਲਾਂ ਤੱਕ ਹੀ ਮਤਲਬ ਹੁੰਦਾ ਹੈ। ਹਾਂ, ਲੋਕ ਤੁਹਾਡੀ ਕੋਈ ਤਾਰੀਫ ਕਰਦੇ ਤੇ ਤੁਸੀਂ ਇਹ ਇੱਕ ਦਿਨ ਪਕਾਉਣੇ ਵਾਂਗੂ ਫੁੱਲ ਜਾਣਾ। ਡੈਡੀ ਕਹਿੰਦੇ ਹੁੰਦੇ ਪੁੱਤ ਕਿ ਕੋਈ ਕੰਮ ਕਰਾਉਣਾ ਹੋਵੇ ਨਾ ਉਹਨੂੰ ਪਹਿਲਾਂ ਹਵਾ ਭਰ ਦੋ, ਮੁੜ ਕੇ ਜਿੰਨਾ ਚਿਰ ਹਵਾ ਗਈ ਉਹਨਾਂ ਚਿਰ ਕੰਮ ਕਰਾਈ। ਹੁਣ ਤੁਸੀਂ ਕਿਸੇ ਬੱਚੇ ਨੂੰ ਕਹਿ ਦੋ ਨਾ ਕਿ ਬਈ ਆਹ ਕੰਮ ਕਰ ਲਾ, ਆਹ ਪੜ੍ਹ ਲਾ, ਉਹਨੇ ਨਹੀਂ ਸੁਣਨਾ। ਤੁਸੀਂ ਉਹਨੂੰ ਕਹੋ ਕਿ ਯਾਰ ਤੂੰ ਬੜਾ ਇੰਟੈਲੀਜੈਂਟ ਹੈ, ਬਹੁਤ ਪੜ੍ਹਾਈ ਕਰਦਾ। ਜਦੋਂ ਤੁਸੀਂ ਉਹਨੂੰ ਫੂਕ ਛਕਾਤੀ ਉਹਨੇ ਆਪਣੇ ਆਪ ਹੀ ਪੜ੍ਹਨ ਲੱਗ ਪੈਣਾ। ਤੇ ਜਦੋਂ ਆਪਾਂ ਕਿਸੇ ਤੋਂ ਮਤਲਬ ਕੋਈ ਵੀ ਕੰਮ ਲੈਂਦੇ ਹਾਂ, ਤੁਸੀਂ ਇਸ ਚੀਜ਼ ਨੂੰ ਆਪ ਸਮਝੋ। ਉਸ ਲਈ ਸਾਡਾ ਜਿਹੜਾ ਹੌਸਲਾ ਅਫਜਾਈ ਕਰਨਾ ਬੜਾ ਜ਼ਰੂਰੀ ਹੈ। ਤੇ ਇੱਥੇ ਇਹ ਚੀਜ਼ ਨੂੰ ਸਮਝਣਾ ਹੈ ਆਪਾਂ, ਜਿਹੜਾ ਗਿਆਨ ਆ ਉਹ ਗਿਆਨ ਕਲੀਅਰ ਹੋ ਗਿਆ। ਹੁਣ ਅਗਲੀ ਤੁਕ ਬੋਲੋ ਨਿਜਾ ਸਾਹਿਬ, ਅਗਲੀ ਤੁਕ। ਮੁਕਤੇ ਗੁਰੇ ਅਨਲ ਬੁਝਾਇਆ ਜਬ ਨਖ ਸਿੱਖ ਇਹ ਮਨ ਚੀਨਾ। ਕਹਿੰਦੇ ਮੈਨੂੰ ਪਤਾ ਲੱਗਿਆ ਵੀ ਮੈਂ ਮਨ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ। ਇਹ ਮਨ ਹੈ ਕੀ ਚੀਜ਼? ਮੈਂ ਜਿਹੜਾ ਹੈਗਾ ਨੱਕ ਤੋਂ ਲੈ ਕੇ ਸਿਰ ਤੱਕ ਮਨ ਨੂੰ ਚੰਗੀ ਤਰ੍ਹਾਂ ਹਰ ਪਾਸਿਓਂ ਦੇਖ ਲਿਆ ਵੀ ਮਨ ਜਿਹੜਾ ਹੈਗਾ ਇਹ ਤਾਂ ਵਿਚਾਰਾਂ ਤੋਂ ਇਲਾਵਾ ਹੋਰ ਕੁਝ ਹੈ ਹੀ ਨਹੀਂ ਮਨ। ਔਰ ਮਨ ਜਿਹੜਾ ਹੈਗਾ, ਇਹ ਜਿਹੜਾ ਮਨ ਹੈਗਾ, ਵਿਚਾਰ ਮੇਰੇ ਹੈਗੇ, ਇਹ ਤਾਂ ਜਿਹੜੇ ਹੈਗੇ ਬਿਲਕੁਲ ਬੱਚੇ ਵਾਂਗੂ ਹੈਗੇ ਆ। ਇਹ ਹਰ ਪਾਸੇ ਹਰ ਚੀਜ਼ ਚਾਹੁੰਦੇ ਆ, ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ, ਔਰ ਰੱਜਦੇ ਹੈ ਨਹੀਂ ਗੇ ਕਿਤੇ ਵੀ। ਔਰ ਇਹ ਬੰਦ ਕਦੀ ਹੁੰਦੇ ਹੀ ਨਹੀਂ ਆ।
ਮੈਨੂੰ ਚਾਰੋਂ ਪਾਸੇ ਜਿਹੜਾ ਹੈਗਾ ਮੈਨੂੰ ਘੁਮਾਈ ਫਿਰਦੇ ਆ, ਔਰ ਨਾ ਵੀ ਕਿਤੇ ਜਾਣ ਤੇ ਆਪਣੇ ਅੰਦਰ ਹੀ ਜਿਹੜਾ ਹੈਗਾ ਆਪਣੇ ਜਾਲੇ ਦੇ ਵਿੱਚ ਹੀ ਮੱਕੜੀ ਵਾਂਗੂ ਜਿਹੜਾ ਹੈਗਾ ਫਸਾ ਕੇ ਰੱਖਦੇ ਆ ਮੈਨੂੰ ਹੋਰ ਕੁਝ ਕਰਨ ਹੀ ਨਹੀਂ ਦਿੰਦੇ। ਮੈਂ ਚੰਗੀ ਤਰ੍ਹਾਂ ਚੀਨ ਲਿਆ, ਮੇਰੇ ਗੁਰੂ ਨੇ ਮੈਨੂੰ ਬੁਝਾ ਦਿੱਤਾ, ਮੈਨੂੰ ਮੇਰੇ ਗੁਰੂ ਨੇ ਜਿਹੜਾ ਹੈਗਾ ਇਹ ਮੈਨੂੰ ਸਮਝਾ ਦਿੱਤਾ, ਭਾਈ ਇਹ ਵਿਚਾਰਾਂ ਦੇ ਵਿੱਚ ਆਹੀ ਤਾਂ ਬੰਧਨਾਂ ਨੂੰ ਬੰਧਨ ਪਾਉਣਾ ਸੀ। ਮੈਂ ਵਿਚਾਰਾਂ ਦੇ ਨਾਲ, ਤਾਂ ਵਿਚਾਰਾਂ ਨੇ ਤਾਂ ਮੈਨੂੰ ਫੜਿਆ ਹੋਇਆ ਸੀਗਾ। ਤੇ ਇਹਨਾਂ ਨੂੰ ਮੈਂ ਦੇਖ ਲਿਆ, ਪੜ੍ਹ ਲਿਆ ਚੰਗੀ ਤਰ੍ਹਾਂ ਵੀ ਵਿਚਾਰ ਹੈਗੇ ਸਾਰੇ, ਔਰ ਇਹ ਯਥਾਰਥ ਨਹੀਂ ਹੈਗੇ। ਜੋ ਵੀ ਮੈਂ ਸੋਚਦਾ ਆ 24 ਘੰਟੇ 24/7 ਜੋ ਮੈਂ ਸੋਚੀ ਜਾ ਰਿਹਾ ਚੀਜ਼ਾਂ ਤਾਂ ਹੋ ਨਹੀਂ ਰਹੀਆਂ ਉਸ ਤਰੀਕੇ ਦੇ ਨਾਲ। ਮੈਂ ਤਾਂ ਐਵੇਂ ਸੋਚ ਦੇ ਵਿੱਚ ਹੀ, ਵਿਚਾਰਾਂ ਦੇ ਵਿੱਚ ਹੀ ਜਿਹੜਾ ਹੈਗਾ ਆਪਣਾ ਕੀਮਤੀ ਸਵਾਸ ਜਿਹੜੇ ਹੈਗੇ ਉਹ ਖਤਮ ਕਰੀ ਜਾ ਰਹੇ ਹਾਂ। ਤਬ ਅੰਤਰ ਮਜਨ ਕੀਨਾ, ਤਾਂ ਮੈਂ ਵਿਚਾਰਾਂ ਨੂੰ ਛੱਡਿਆ, ਤਾਂ ਮੈਂ ਅੰਦਰ ਵੜ ਸਕਿਆ। ਇਹ ਮਨ ਨੂੰ ਵੇਧਿਆ। ਮਨ ਨੂੰ ਵਿੰਨਣਾ ਕੀ ਹੈਗਾ? ਸੁਰਤ ਨੇ ਮਨ ਦੇ ਵਿਚਾਰ ਬੰਦ ਕਰਨੇ ਆ, ਮਨ ਨੂੰ ਵਿੰਨਣਾ ਹੈਗਾ। ਮਨ ਦੇ ਵਿੱਚੋਂ ਦੀ ਅੰਦਰ ਵੜਨਾ ਹੈ, ਹੋਰ ਕੋਈ ਰਸਤਾ ਨਹੀਂ ਹੈ। ਵਿਚਾਰ ਹੀ ਤਾਂ ਹੈ ਕਿ ਰੁਕਾਵਟ। ਇਹ ਵਿਚਾਰ ਮੰਡਲ ਜਿਹੜਾ ਹੈ, ਕਿੱਥੇ ਹੈ ਵਿਚਾਰ ਮੰਡਲ? ਇਹ ਕੋਈ ਆਕਾਸ਼ ਦੇ ਵਿੱਚ ਥੋੜੀ ਨਾ ਆਪਣੀ ਆਤਮਾ ਦੇ ਉੱਤੇ ਵਿਚਾਰ ਮੰਡਲ ਹੈਗਾ। ਆਤਮਾ ਦੇ ਉੱਤੇ ਹੀ ਹੈ, ਇਹਨੂੰ ਵੇਧ ਕੇ ਆਤਮਾ ਦੇ ਵਿੱਚ ਜਾਣਾ ਹੈ ਆਪਾਂ ਨੇ। ਜਬ ਨਖ ਸਿਕੇ ਮਨ ਚੀਨਾ ਤਬ ਅੰਤਰ ਮਜਨ ਕੀਨਾ। ਹਾਂਜੀ ਵੀਰ ਜੀ, ਠੀਕ ਹੈ ਜੀ। ਉੱਪਰ ਕਹਿੰਦੇ ਜਬ ਨਖ ਸਿਕ ਇਹ ਮਨ ਚੀਨਾ। ਜਦੋਂ ਮੈਂ ਇਹਦਾ ਡਾਇਗਨੋਸ ਕੀਤਾ, ਬਿਲਕੁਲ ਡਾਇਗਨੋਸਟਿਕ ਟੈਸਟ ਕੀਤਾ, ਇੱਕ ਐਲੀਮੈਂਟ ਇੱਕ ਚੀਜ਼ ਕੱਢ ਕੇ ਰੱਖਤੀ। ਹਾਂ, ਜਦੋਂ ਆਪਾਂ ਡਾਕਟਰ ਕੋਲ ਜਾਂਦੇ ਆ, ਉਹ ਕਹਿੰਦੇ ਕਿ ਵੀ ਤੇਰਾ ਪਹਿਲਾਂ ਟੈਸਟ ਕਰਨਾ ਪਊਗਾ ਕਿ ਤੇਰੀ ਬੋਡੀ 'ਚ ਪ੍ਰੋਬਲਮ ਕੀ ਹੈ। ਬਿਲਕੁਲ ਠੀਕ ਹੈ। ਫਿਰ ਉਹ ਟੈਸਟ ਕਰਕੇ ਤੁਹਾਡੇ ਹੱਥ 'ਚ ਰਿਪੋਰਟ ਫੜਾਉਂਦੇ ਨੇ, ਚੱਕੋ ਜੀ ਰਿਪੋਰਟ, ਇਹ ਖਾਣਾ ਤੇ ਇਹ ਨਹੀਂ ਖਾਣਾ, ਕੀ ਕਰਨਾ ਕੀ ਨਹੀਂ ਕਰਨਾ ਉਹ ਤੁਹਾਨੂੰ ਦੱਸਦੇ। ਠੀਕ ਹੈ। ਹੁਣ ਉੱਪਰ ਇਹੋ ਗੱਲ ਕਰ ਰਹੇ ਨੇ, ਕਹਿੰਦੇ ਜਬ ਨਕ ਇਹ ਮਨ ਚੀਨਾ। ਜਦੋਂ ਮੈਂ ਚੰਗੀ ਤਰ੍ਹਾਂ ਵੇਖਿਆ, ਇਸ ਚੀਜ਼ ਦੀ ਪੜਤਾਲ ਕੀਤੀ, ਤਾਂ ਮੈਨੂੰ ਪਤਾ ਲੱਗਾ ਕੀ ਬਿਮਾਰੀਆਂ ਹਨ ਤੇ ਕੀ ਬਿਮਾਰੀਆਂ ਨਹੀਂ ਹਨ। ਇਹ ਮਨ ਹੈ ਕੀ ਚੀਜ਼? ਮਨ ਤਾਂ ਮੇਰਾ ਭਰਮ ਹੀ ਹੈਗਾ। ਹਾਂ, ਹੁਣ ਦੇਖੋ, ਤੁਸੀਂ ਇੱਕ ਚੀਜ਼ ਨੂੰ ਦੇਖੋ, ਆਪਾਂ ਕੋਈ ਵੀ ਚੀਜ਼ ਪ੍ਰਾਪਤ ਕਰਦੇ ਹਾਂ ਤੇ ਉਹਦੇ ਮਗਰ ਸਾਡੇ ਪਤਾ ਕੀ ਹੈ, ਉਹ ਚੀਜ਼ ਸਾਨੂੰ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਅਸੀਂ ਰਿਕੁਆਇਰਮੈਂਟ ਪੂਰੀ ਕਰ ਦਿੰਦੇ ਹਾਂ। ਠੀਕ ਹੈ। ਹੁਣ ਪੱਖਾ ਘੁੰਮਦਾ ਹੈ, ਪੱਖਾ ਬਣਦਾ ਹੈ, ਪੱਖੇ ਦੇ ਵਿੱਚ ਜਿਹੜੇ ਪੁਰਜੇ ਲੱਗਣੇ ਆ, ਤੁਸੀਂ ਬੈਰਿੰਗ ਚਾਹੀਦਾ ਵਾ, ਤਾਰ ਚਾਹੀਦੀ ਹੈ, ਜਾਂ ਉਹਦੇ ਅੰਦਰ ਰੋਟੇਟਰ ਆ, ਮੋਟਰ ਆ, ਜਾਂ ਉਹਦਾ ਜਿਹੜਾ ਉਹ ਸੋਚ ਹੈਗਾ ਜਿਹਦੇ ਨਾਲ ਵੱਧ ਘੱਟ ਹੁੰਦਾ, ਜਾਂ ਜੋ ਪੁਰਜੇ ਲੱਗੇ ਆ, ਤੁਸੀਂ ਸਾਰੇ ਪੁਰਜੇ ਜੋੜ ਦਿਓ, ਪੱਖਾ ਚੱਲ ਪਏਗਾ। ਸਹੀ ਹੈ ਨਾ ਜਰ ਸਾਹਿਬ? ਬਿਲਕੁਲ। ਹਰ ਚੀਜ਼ ਦੀ ਕੋਈ ਨਾ ਕੋਈ ਰਿਕੁਆਇਰਮੈਂਟ ਆ। ਤੁਸੀਂ ਰੋਟੀ ਬਣਾਉਣਾ ਚਾਹੁੰਦੇ ਜੋ, ਤੁਹਾਡੇ ਕੋਲ ਆਟਾ ਚਾਹੀਦਾ, ਪਾਣੀ ਚਾਹੀਦਾ, ਤੇ ਅੱਗ ਚਾਹੀਦੀ, ਤੇ ਤਵਾ ਚਾਹੀਦਾ, ਤੇ ਵੇਲਣਾ ਚਾਹੀਦਾ, ਤੇ ਚਕਲਾ ਚਾਹੀਦਾ। ਸਹੀ ਹੈ ਨਾ ਜਰ ਸਾਹਿਬ? ਬਿਲਕੁਲ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਇੱਕ ਬੰਦਾ ਜਾ ਕੇ ਰੋਟੀਆਂ ਪਕਾਉਣੀਆਂ ਸ਼ੁਰੂ ਕਰੇ ਤੇ ਰੋਟੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ। ਜਿਹੜੀ ਵੀ ਚੀਜ਼ ਸਾਨੂੰ ਚਾਹੀਦੀ ਆ ਉਹਦੀ ਇੱਕ ਰਿਕੁਆਇਰਮੈਂਟ ਹੈ। ਜੇ ਤੁਸੀਂ ਦਾਲ ਬਣਾਉਣਾ ਚਾਹੁੰਦੇ ਜੋ, ਤੇ ਦਾਲ ਦੀ ਵੀ ਇੱਕ ਰਿਕੁਆਇਰਮੈਂਟ ਹੈ। ਠੀਕ ਹੈ। ਚਾਹ ਬਣਾਉਣੀ ਤੇ ਚਾਹ ਦੀ ਵੀ ਰਿਕੁਆਇਰਮੈਂਟ ਆ। ਦੁੱਧ ਚਾਹੀਦਾ, ਪੱਤੀ ਚਾਹੀਦੀ, ਖੰਡ ਚਾਹੀਦੀ ਆ, ਪਾਣੀ ਚਾਹੀਦਾ, ਗੈਸ ਚਾਹੀਦੀ ਆ, ਪਤੀਲਾ ਚਾਹੀਦਾ। ਹੁਣ ਇਹ ਜਿਹੜੀਆਂ ਚੀਜ਼ਾਂ ਆਪਾਂ ਪੂਰੀਆਂ ਕਰ ਲਈਏ ਤੇ ਸਾਡਾ ਜਿਹੜਾ ਮਸਲਾ ਹੱਲ ਹੋ ਜਾਂਦਾ। ਇੱਥੇ ਕਿਹੜੀ ਰਿਕੁਆਇਰਮੈਂਟ ਹੈ? ਇੱਥੇ ਇੱਕ ਛੋਟੀ ਜਿਹੀ ਰਿਕੁਆਇਰਮੈਂਟ ਹੈ, ਵਿਚਾਰ ਬੰਦ ਕਰਨੇ ਨੇ। ਜਿਹੜਾ ਵਿਚਾਰ ਬੰਦ ਕਰ ਲੂਗਾ ਉਹਦਾ ਹੀ ਕੰਮ ਰੋਕ। ਔਖਾ ਕੰਮ ਨਹੀਂ, ਬਹੁਤ ਆਸਾਨ। ਔਰ ਵਿਚਾਰ ਬੰਦ ਕਰਨ ਦੇ ਲਈ ਕੀ ਚਾਹੀਦਾ ਹੈ? ਭਗਤੀ ਚਾਹੀਦੀ ਹੈ। ਔਰ ਭਗਤੀ ਨਾਲ ਕੀ ਹੋਏਗਾ? ਉਹ ਪ੍ਰਾਣ ਊਰਜਾ ਬ੍ਰਹਮ ਅਗਨ ਪ੍ਰਗਟ ਹੋਵੇਗੀ। ਬ੍ਰਹਮ ਅਗਨ ਦਾ ਕੰਮ ਕੀ ਹੈ? ਜਿੱਦਾਂ ਇਸ ਅੱਗ ਦਾ ਕੰਮ ਹੈ ਘਾਹ ਫੂਸ ਨੂੰ ਸਾੜਨਾ, ਉਸ ਅਗਨ ਦਾ ਕੰਮ ਹੈ ਵਿਚਾਰਾਂ ਨੂੰ ਸਾੜਨਾ, ਚਿੱਤ ਨੂੰ ਕਲੀਨ ਕਰਨਾ, ਚਿੱਤ ਨੂੰ ਇੰਨਾ ਪਿਉਰੀਫਿਕੇਸ਼ਨ ਕਰ ਦੇਣਾ ਕਿ ਉਹਦੇ ਵਿੱਚ ਕੋਈ ਉਹਦੀ ਜਿਹੜੀਆਂ ਜਾਲੀਆਂ ਖਰਾਬ ਹੋ ਗਈਆਂ ਨਾ। ਤੁਸੀਂ ਵੇਖੋ, ਜਦੋਂ ਆਪਣੇ ਘਰ ਜਿਹੜਾ ਐਕਵਾਗਾਰਡ ਦਾ ਫਿਲਟਰ ਲੱਗਾ, ਉੱਥੇ ਅਲਾਰਮ ਆਉਂਦਾ ਨਾ, ਲਾਈਟਾਂ ਜਗਦੀਆਂ, ਕੀ ਫਾਲਟ ਹੈਗਾ ਉਹਦੇ। ਜਦੋਂ ਐਕਵਾਗਾਰਡ ਕੰਮ ਨਹੀਂ ਕਰਦਾ ਤੇ ਉਹਦੇ ਵਿੱਚ 3-4 ਫਿਲਟਰ ਲੱਗੇ ਨੇ, ਮੈਂਬਰੇਨ ਹੈਗੀ ਆ, ਹੋਰ ਫਿਲਟਰ ਹੈਗੇ ਨੇ,
ਉਹ ਜਦੋਂ ਫਿਲਟਰ ਆਪਾਂ ਸਹੀ ਕਰ ਦਿੰਦੇ ਆ ਤੇ ਨਜਸਾ ਪਾਣੀ ਆਉਣ ਡਿਆ ਪੈਂਦਾ ਨਾ। ਬਿਲਕੁਲ ਆਉਣ ਡੈ ਪੈਂਦਾ ਆ। ਬਸ ਇਹ ਬ੍ਰਹਮਗਨ ਤਾਂ ਆਪਣੇ ਅੰਦਰ ਹੈਗੀ ਆ, ਪੂਰੀ ਭਰਪੂਰ ਹੈਗੀ, ਪਰ ਇਹ ਬ੍ਰਹਮਗਨ ਵਿਚਾਰਾਂ ਦੇ ਦੁਆਰਾ ਜਿਹੜੀ ਹੈਗੀ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਨਸ਼ਟ ਹੋ ਰਹੀ ਹੈ ਬਸ। ਹਾਂ, ਹੁਣ ਤੁਸੀਂ ਕੀ ਕਰ ਰਹੇ ਜੋ, ਉਹ ਚੰਦਨ ਦੀਆਂ ਲੱਕੜਾਂ ਤੇ ਉਹਦੇ ਕੋਲੇ ਬਣਾਉਣ ਦੇ। ਤੇ ਇਹ ਕੀ ਹੈ, ਇਹ ਸਾਨੂੰ ਕੋਈ ਗਿਆਨ ਕਰਾ ਦੇ, ਕੋਈ ਸੰਗਤ ਚ ਦੱਸ ਦੇ ਜਾਂ ਕਿਸੇ ਗ੍ਰੰਥ ਚ ਪੜ੍ਹ ਲਓ, ਤੁਹਾਨੂੰ ਪਤਾ ਲੱਗ ਜੇ, ਫਿਰ ਵੀ ਬੜੀ ਵਧੀਆ ਗੱਲ ਹੈ। ਤੇ ਤੁਸੀਂ ਕੀ ਕਰਨਾ ਹੈ, ਫਰਕ ਇੰਨਾ ਕਰਨਾ ਹੈ ਕਿ ਜਿਹੜੇ ਕੋਲੇ ਬਣਾਉਂਦੇ ਪਏ ਜੋ ਉਹ ਬੰਦ ਕਰਨੇ। ਉਸ ਚੰਦਨ ਦੀ ਕੀਮਤ ਬੜੀ ਮਹਿੰਗੀ ਆ, ਉੱਥੇ ਜਾ ਕੇ ਉਹਨੂੰ ਵੇਚਣਾ, ਉਹਦੀ ਕੀਮਤ ਤੁਹਾਨੂੰ ਮਿਲੂਗੀ, ਕਿਉਂਕਿ ਪ੍ਰੋਡਕਟ ਦੀ ਵੈਲਿਊ ਨਹੀਂ ਹੈਗੀ। ਹੁਣ ਇੱਥੇ ਆਪਾਂ ਜਿਹਨੂੰ ਸਮਝੀਏ ਰਿਕੁਆਇਰਮੈਂਟ ਪੂਰੀ ਕਰਨੀ ਹੈ। ਰਿਕੁਆਇਰਮੈਂਟ ਪੂਰੀ ਕਰਨਾ ਮਤਲਬ ਕੀ ਹੈ, ਜੋ ਚੀਜ਼ ਨੂੰ ਪ੍ਰਾਪਤ ਕਰਨ ਵਿੱਚ ਜਿਹੜੀਆਂ ਚੀਜ਼ਾਂ ਲੱਗਣੀਆਂ ਨੇ ਉਹ ਲੈ ਆਓ ਤੇ ਪ੍ਰਾਪਤ ਕਰ ਲਓ। ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਦੇਖੋ 5% ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹ ਜਨਮਜਾਤ ਹੁੰਦੇ ਨੇ ਜੱਜ ਸਾਹਿਬ, ਉਹਨਾਂ ਦੇ ਅੰਦਰ ਸੰਸਕਾਰ ਹੁੰਦੇ ਆ। ਬਿਲਕੁਲ ਸਹੀ ਆ। ਕੋਈ ਪਰਸੈਂਟ 5% ਲਾ ਲਓ, 2% ਲਾ ਲਓ, ਜਿਹੜੇ ਲੋਕ ਏਦਾਂ ਦੇ ਹੈਗੇ ਨੇ ਕਿ ਜਿਹੜੇ ਜਨਮਜਾਤ ਹੀ ਉਹ ਕਹਿੰਦੇ ਬੰਦਾ ਜਿਹੜਾ ਨਾ ਸੰਤ ਹੈਗਾ, ਪਿਛਲੀ ਕਮਾਈ ਉਹਨਾਂ ਦੀ ਹੁੰਦੀ ਹੈ ਪ੍ਰਗਟ। ਹਾਂ, ਕੁਛ ਕਾਰਨ ਹੋਣਗੇ, ਸਰੀਰ ਤਿਆਗ ਦਿੱਤਾ, ਨਹੀਂ ਗੱਲ ਬਣੀ, ਹੁਣ ਅਗਲੇ ਫਿਰ ਜਨਮ ਮਿਲ ਗਿਆ। ਹੁਣ ਇੱਥੇ ਪਤਾ ਕਿ ਲਾਈਫ ਲਾਈਨ ਨਹੀਂ ਮਿਲਦੀ, ਕੌਣ ਬਣੇਗਾ ਕਰੋੜਪਤੀ, ਉਹ ਕਹਿੰਦਾ ਵੀ ਲਾਈਫ ਲਾਈਨ। ਇਸੇ ਤਰ੍ਹਾਂ ਪ੍ਰਕਿਰਤੀ ਜਦੋਂ ਬਹੁਤ ਬੰਦਾ ਉੱਪਰ ਆ ਜਾਂਦਾ ਨਾ ਤੇ ਪ੍ਰਕਿਰਤੀ ਫਿਰ ਉਹਨੂੰ ਮਾਰ ਨਹੀਂ ਸਕਦੀ, ਨਾ ਉਹਨੂੰ ਭੋਗੀ ਦੁਨੀਆ ਚ ਭੇਜ ਸਕਦੀ ਹੈ। ਪ੍ਰਕਿਰਤੀ ਨੂੰ ਕੀ ਕਰਨਾ ਪੈਂਦਾ ਕਿ ਉਹਨੂੰ ਮੁਕਤ ਕਰਨ ਦੇ ਲਈ ਆਪਸ਼ਨ ਦੇਣਾ ਪੈਂਦਾ। ਇਸ ਕਰਕੇ ਤੁਸੀਂ ਵੇਖੋ ਕਈ ਬੱਚੇ ਸੰਤ ਸੁਭਾਅ ਦੇ ਹੁੰਦੇ ਨੇ, ਛੋਟੇ ਹੁੰਦੇ, ਪਰ ਕਈ ਜਿਹੜੇ ਸਾਡੇ ਵਰਗੇ ਹੁੰਦੇ ਨੇ ਆਪਾਂ ਸੰਤ ਤੇ ਨਹੀਂ ਨਾ ਹੈਗੇ, ਠੀਕ ਹੈ। ਹੁਣ ਇਹਦੇ ਵਿੱਚ ਸਾਨੂੰ ਇੱਕ ਚੀਜ਼ ਮਦਦ ਕਰੇਗੀ, ਉਹ ਕਰੇਗੀ ਸਾਨੂੰ ਸੰਗਤ। ਇਹ ਚ ਉਹੀ ਪ੍ਰਾਪਤ ਹੋਊਗੀ, ਪਰ ਉਹ ਬੰਦਾ ਕੀ ਨਾਲ ਲੈ ਕੇ ਆਇਆ ਸੀ, ਪਰ ਸਾਡੇ ਚ ਕੁਆਲੀਫਿਕੇਸ਼ਨ ਹੈਗੀ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਡਾਕਟਰ ਦੀ ਬਣਨ ਦੀ ਮੇਰੇ ਅੰਦਰ ਯੋਗਤਾ ਹੈ ਤੇ ਮੈਂ ਡਾਕਟਰ ਬਣ ਗਿਆ। ਇਹਦੇ ਲਈ ਵੀ ਮੈਨੂੰ ਕਾਲਜ ਜਾਣਾ ਪਊਗਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉੱਥੇ ਪੜ੍ਹਾਈ ਕਰਨੀ ਪਊ। ਇਕੱਲੀ ਯੋਗਤਾ ਹੋਣ ਦੇ ਨਾਲ ਗੱਲ ਨਹੀਂ ਜੇ ਬਣੇਗੀ। ਤੁਸੀਂ ਕਿੰਨਾ ਵੀ IQ ਲੈਵਲ ਤੁਹਾਡਾ ਉੱਚਾ ਹੋਵੇ, ਤੁਸੀਂ ਕਹੋ ਮੈਂ ਏਦਾਂ ਕਰਦਾ, ਮੈਂ ਓਦਾਂ ਕਰਦਾ, ਪਰ ਜਿੰਨਾ ਚਿਰ ਤੁਸੀਂ ਉਹ ਪ੍ਰੋਟੋਕੋਲ ਫੋਲੋ ਨਹੀਂ ਕਰਦੇ, ਪਹਿਲਾਂ ਸਕੂਲ ਤੋਂ ਕਾਲਜ ਤੋਂ ਯੂਨੀਵਰਸਿਟੀ, ਫਿਰ ਸਪੈਸ਼ਲਾਈਜੇਸ਼ਨ, ਉਸ ਤੋਂ ਬਾਅਦ ਪ੍ਰੈਕਟਿਸ ਕਰਕੇ ਹੀ ਤੁਹਾਨੂੰ ਉਹ ਚੀਜ਼ ਮਿਲੇਗੀ। ਬੇਸ਼ੱਕ ਤੁਹਾਨੂੰ ਦੁਨੀਆ ਭਰ ਦੀ ਸਰਜਰੀ ਆਉਂਦੀ ਹੈ, ਤੁਸੀਂ ਦੁਨੀਆ ਭਰ ਦੇ ਇੰਜੀਨੀਅਰ, ਤੁਸੀਂ ਦੁਨੀਆ ਭਰ ਦੇ ਕੁਛ ਵੀ, ਪਰ ਜੇ ਤੁਸੀਂ ਸਮਾਜ 'ਚ ਕੰਮ ਕਰਨਾ ਹੈ ਤੇ ਤੁਹਾਨੂੰ ਉਸ ਪ੍ਰੋਟੋਕੋਲ ਨੂੰ ਫੋਲੋ ਕਰਨਾ ਪਊ। ਉਹ ਰਿਕੁਆਇਰਮੈਂਟਸ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣ। ਇੱਥੇ ਜਿਹੜੀ ਰਿਕੁਆਇਰਮੈਂਟ ਹੈਗੀ ਆ ਉਹ ਕਹਿੰਦੇ ਆ ਕਿ ਮਨ ਦੀ ਹੈਗੀ ਆ, ਮਨ ਤੋਂ ਬਾਅਦ ਵਿਚਾਰ ਆ। ਜਦੋਂ ਆਪਾਂ ਮਨ ਨੂੰ ਆਪਾਂ ਆਪਣੇ ਚੰਗੀ ਤਰ੍ਹਾਂ ਚੀਨਦੇ ਹਾਂ, ਉਹਨੂੰ ਸਮਝਦੇ ਹਾਂ, ਮਨ ਕੰਮ ਕਿੱਦਾਂ ਕਰਦਾ ਹੈ, ਮਨ ਦਾ ਕੰਮ ਕਰਨ ਦਾ ਤਰੀਕਾ ਕੀ ਹੈ, ਇੰਦਰੀਆਂ ਦਾ ਹੈਡ ਆ। ਤੁਸੀਂ ਅੱਖਾਂ ਨਾਲ ਕੁਝ ਵੇਖਿਆ, ਉੱਥੇ ਪਹੁੰਚ ਗਿਆ ਬਸ। ਤੁਸੀਂ ਕੁਛ ਵੀ ਨਹੀਂ ਕਰਨਾ, ਇਹਨੇ ਅਗਲੇ ਦੇ ਸਰੀਰ ਨੂੰ ਚਿੰਬੜ ਜਾਣਾ ਜਾ ਕੇ ਅੱਖਾਂ ਦੇ ਵਿੱਚ। ਇਹਨੇ ਮੈਜਰਮੈਂਟ ਕਰਨ ਆਪਣੀ, ਜਿਹਦੀ ਕੋਠੀ ਵੇਖੀ ਨੇ ਕੋਠੀ ਦੀ ਮੈਜਰਮੈਂਟ ਕਰੂਗਾ, ਦੱਸੂਗਾ ਕਿਤੇ ਕਿੰਨੀਆਂ ਬਾਰੀਆਂ, ਕੀ ਹਿਸਾਬ ਕਿਤਾਬ, ਕਿਹੜੀ ਲੱਕੜ ਵਰਤੀ ਆ, ਕਿੰਨਾ ਕੁ ਲੱਖ ਲੱਗਾ ਹੋਊਗਾ। ਗੱਡੀ ਵੇਖੂਗਾ ਤੇ ਇਹਨੇ ਉੱਥੇ ਪਹੁੰਚ ਜਾਣਾ ਗੱਡੀ 'ਚ। ਬਿਲਕੁਲ। ਇਹ ਆਪਣਾ ਡਾਇਗਨੋਸ ਕਰਦਾ ਹੈ ਪੂਰਾ, ਇਹਦਾ ਕਿਉਂਕਿ ਖੁਰਾਕ ਇਹਦੀ। ਤੇ ਇਹ ਮਨ ਨੂੰ ਆਪਾਂ ਕੀ ਕਰਨਾ ਹੈ ਕਿ ਮਨ ਨੂੰ ਸਾਧਨਾ ਕਿੱਦਾਂ। ਹੁਣ ਤੁਸੀਂ ਪੁੱਛੋਗੇ ਭਾਜੀ ਇਹਨੂੰ ਕਿੱਦਾਂ ਸਾਧ ਲਈਏ ਮਨ ਨੂੰ, ਇਹ ਮਨ ਕੋਈ ਬੰਦਾ ਪਰ ਜਿਹੜੇ ਤੁਸੀਂ ਵੇਖੋ ਘੋੜੇ ਆ, ਉਹਨਾਂ ਨੂੰ ਸਾਧਿਆ ਨਹੀਂ ਹੁੰਦਾ ਘੋੜਿਆਂ ਨੂੰ। ਬਿਲਕੁਲ। ਘੋੜੇ ਜਿਹੜਾ ਟ੍ਰੇਨ ਨਹੀਂ ਨਾ ਘੋੜਾ, ਉਹਦੀ ਤੇ ਵੈਲਿਊ ਕੋਈ ਨਹੀਂ ਹੈਗੀ। ਇਹਦੇ ਕੜਿਆਲ, ਮੁੱਖ ਦੇ ਵਿੱਚ ਕੜਿਆਲ ਪਾਉਣੀ ਆ, ਇਹਦੇ ਚ ਨਕੇਲ ਪਾਉਣੀ ਆ। ਕੜਿਆਲ ਕਹਿੰਦੇ ਆ, ਉਹ ਲੋਹੇ ਦੇ ਹੁੰਦੀ ਆ, ਉਹਦੇ ਉੱਤੇ ਜਿਹੜੀ ਹੈ ਕਿੱਲ ਜੇ ਹੁੰਦੇ ਆ, ਪੂਰੇ ਕੰਡੇ ਜੇ, ਉਹ ਮੂੰਹ ਦੇ ਵਿੱਚ ਪਾਉਂਦੇ ਆ ਘੋੜੇ ਦੇ, ਔਰ ਤਾਂ ਪਿੱਛੇ ਨਕੇਲ ਹੁੰਦੀ ਆ, ਤਾਂ ਉਹ ਘੋੜਾ ਸਾਧਿਆ ਜਾਂਦਾ। ਹੁਣ ਤੁਸੀਂ ਘੋੜੇ ਨੂੰ ਸਾਧਣਾ ਹੈ, ਉਹਦੀ ਕੀਮਤ ਹੈ। ਹੁਣ ਵੇਖੋ ਜਿਹੜੇ ਘੋੜੇ ਡਾਂਸ ਕਰਦੇ ਆ, ਕਿੰਨੀ ਕੀਮਤ ਉਹਨਾਂ ਦੀ, ਲਾਈਕ ਕਰਦੇ ਲੋਕ ਉਹਨਾਂ ਨੂੰ। ਇਹ ਘੋੜਾ ਵਾ, ਇੱਥੇ ਕੋਈ ਬੰਦਾ ਵੀ ਰਾਈਡ ਕਰ ਸਕਦਾ, ਤੇ ਜਿਹਨੇ ਉੱਥੇ ਬਹਿਣ ਨਹੀਂ ਕਿਹਨੂੰ ਦੇਣਾ, ਉਹਨੂੰ ਕੋਈ ਲੈ ਕੇ ਵੀ ਨਹੀਂ ਜਾਂਦਾ। ਹੁਣ ਅਣਘੜਿਆ ਮਨ ਕਿਸੇ ਕੰਮ ਦਾ ਨਹੀਂ, ਉਹ ਤੇ ਐਵੇਂ ਹੀ ਟੁੱਚਲ ਮਨ ਆ, ਉਹਨੂੰ ਕਹਿੰਦੇ ਸ਼ੂਕਰ ਮਨ, ਕਿਸੇ ਕੰਮ ਦਾ ਨਹੀਂ, ਐਵੇਂ ਹੀ ਜਿੱਥੇ ਲੋੜ ਨਹੀਂ ਉੱਥੇ ਤੁਰੇ ਫਿਰਨਾ। ਪਰ ਸਾਨੂੰ ਮਨ ਚਾਹੀਦਾ ਕੱਛੂ ਘੁੰਮੇ ਵਰਗਾ। ਜੱਜ ਸਾਹਿਬ ਬਿਲਕੁਲ। ਖਤਰਾ ਵੇਖਿਆ ਨਾਲ ਹੀ ਸੇਰੀ ਅੰਦਰ। ਕੱਛੂ ਘੁੰਮਾ ਵੇਖਿਆ ਤੁਸੀਂ, ਉਹਦੇ ਅੰਗ ਵੇਖ ਕੇ ਮਾੜਾ ਜਿਹਾ ਡੇਂਜਰ ਆ ਗਿਆ ਨਾ,
ਉਹਨੇ ਪਿਓ ਦੇ ਪੁੱਤ ਨੇ ਇੱਕ ਛਣ ਲਾਉਣਾ, ਸਿਰੀ ਵੀ ਅੰਦਰ ਕਰ ਲੈਣੀ, ਲੱਤਾਂ ਵੀ ਅੰਦਰ ਕਰ ਲੈਣੀ। ਜਦੋਂ ਖਤਰਾ ਲੰਘ ਗਿਆ ਫਿਰ ਲੱਤਾਂ ਵੀ ਬਾਹਰ ਕੱਢ ਲੈਂਦਾ ਤੇ ਆਪਣੀ ਸਿਰੀ ਵੀ ਬਾਹਰ ਕੱਢ ਕੇ ਤੇ ਆਪਣੇ ਕੰਮ ਤੇ ਤੁਰ ਪੈਂਦਾ। ਔਰ ਉਹਦਾ ਕਵਚ ਬੜਾ ਤਗੜਾ ਹੈ, ਕਵਚ ਬੜਾ ਤਗੜਾ ਹੈ। ਹਾਂ, ਤੇ ਇੱਥੇ ਜਿਹੜਾ ਕਵਚ ਹੈ ਤੁਹਾਨੂੰ ਖੁਦ ਬਣਾਉਣਾ ਪੈਣਾ ਭਗਤੀ ਕਰਕੇ। ਦੇਖੋ ਇਹ ਚੀਜ਼ ਨੂੰ ਆਪ ਸਮਝੋ। ਇਸ ਸਫ਼ਰ ਤੇ ਚੱਲਣ ਦੇ ਲਈ ਇੱਕ ਚੀਜ਼ ਮਨ ਚ ਧਿਆਨ ਨਾਲ ਬੜੀ ਚੰਗੀ ਤਰ੍ਹਾਂ ਬਿਠਾਉਣੀ ਚਾਹੀਦੀ ਹੈ ਸਾਨੂੰ ਕਿ ਇੱਥੇ ਸਮਾਂ ਲੱਗਣਾ ਜੇ, ਉਸ ਤੋਂ ਬਾਅਦ ਇਹ ਕੋਈ ਐਸੀ ਚੀਜ਼ ਨਹੀਂ ਕਿ ਖਰਗੋਸ਼ਾਂ ਨੂੰ ਭੱਜੇ ਭੱਜੇ ਗਏ ਤੇ ਮਿਲ ਗਈ। ਸਹਿਜ ਦੇ ਵਿੱਚ ਚੱਲਣਾ ਪਊਗਾ। ਤੁਹਾਡਾ ਸਮਗਰ ਜੀਵਨ ਹੈਗਾ ਜੀ। ਇਹ ਨਹੀਂ ਕਿ ਤੁਸੀਂ 2 ਮਿੰਟ ਕਾਰ ਚਲਾਈ ਤੇ ਮੁੜ ਕੇ ਕਹੋਗੇ ਜਿੱਥੇ ਮਰਜ਼ੀ ਮਾਰਦੇ ਫਿਰੋ। ਸਾਹਿਬ ਬਿਲਕੁਲ ਸਹੀ ਗੱਲ ਹੈ। ਔਰ ਸਮਗਰ ਜੀਵਨ ਦੇ ਵਿੱਚ ਵੀ ਜੇ ਆਪਾਂ ਨੂੰ ਅਚੀਵਮੈਂਟ ਹੋ ਗਈ ਤੇ ਸਮਝ ਲਓ ਕਿ ਆਪਾਂ ਤਾਂ ਬਹੁਤ ਬਹੁਤ ਜ਼ਿਆਦਾ ਜਿਹੜੇ ਹੈਗੇ ਆ, ਬਹੁਤ ਜ਼ਿਆਦਾ ਪ੍ਰੋਫਿਟ ਦੇ ਵਿੱਚ ਆ ਗਏ, ਬਹੁਤ ਜ਼ਿਆਦਾ। ਹਾਂ, ਇਹਦੀ ਕੀਮਤ ਨਹੀਂ ਹੈ, ਅਨਮੋਲ ਹੈ, ਪਰ ਇਹਨੂੰ ਖਰੀਦਣ ਦੇ ਲਈ ਸਾਡੇ ਕੋਲ ਚੀਜ਼ ਹੈਗੀ ਆ। ਬਿਲਕੁਲ। ਇੱਕ ਤੇ ਪਹਿਲੀ ਗੱਲ ਤੇ ਸਾਡੇ ਕੋਲ ਸਰੀਰ, ਇਹ ਜਿਹੜਾ ਸਰੀਰ ਆ ਇਹ ਮਾਨਸ ਜਨਮ ਆ, ਇਹ ਬਹੁਤ ਕੀਮਤੀ ਆ। ਔਰ ਉਸ ਤੋਂ ਬਾਅਦ ਇੱਕ ਚੀਜ਼ ਹੋਰ, ਉਸ ਚੀਜ਼ ਨੂੰ ਖਰੀਦਣ ਦੀ ਵਿਧੀ ਵੀ ਹੈਗੀ ਜੀ ਆਪਣੇ ਕੋਲ। ਹਾਂ, ਵਿਧੀ ਨਹੀਂ ਹੈਗੀ ਕਿ ਵਿਧੀ ਬਹੁਤ ਘੱਟ ਹੈ। 2 ਚੀਜ਼ਾਂ ਹੋ ਗਈਆਂ, ਇੱਕ ਤੇ ਚੀਜ਼ ਸਾਡੇ ਕੋਲ ਹੈਗੀ। ਹੁਣ ਤੁਹਾਡੇ ਕੋਲ ਪੈਸਾ ਹੋਵੇ, ਭਾਵੇਂ ਤੁਹਾਡੇ ਕੋਲ ਖਰਬਾ ਰੁਪਈਆ ਹੋਵੇ, ਪਰ ਤੁਹਾਡੇ ਕੋਲ ਬਿਲਡਿੰਗ ਬਣਾਉਣ ਦੇ ਲਈ ਮਟੀਰੀਅਲ ਹੀ ਨਹੀਂ ਹੈਗਾ, ਨਾ ਉਹ ਬੰਦਾ ਹੈਗਾ ਜਿਹਨੇ ਉਹਨੂੰ ਬਣਾ ਕੇ ਦੇਣਾ, ਤੇ ਕਿੱਥੋਂ ਬਿਲਡਿੰਗ ਤਿਆਰ ਕਰੋਗੇ ਭਾਵੇਂ ਤੁਹਾਡੇ ਕੋਲ ਕਰੋੜਾਂ ਰੁਪਈਆ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ। ਤੁਹਾਡੇ ਕੋਲ ਮਟੀਰੀਅਲ ਚਾਹੀਦਾ, ਬੰਦਾ ਬਣਾਉਣ ਵਾਲਾ ਚਾਹੀਦਾ, ਪੈਸੇ ਦੇ ਕੇ ਜੇ ਤੁਸੀਂ ਕੰਮ ਕਰਾਉਣਾ। ਇੱਥੇ ਸੰਗਤ ਵੀ ਮੌਜੂਦ ਜੇ ਤੇ ਤੁਹਾਡੇ ਕੋਲ ਸਰੀਰ ਵੀ ਮੌਜੂਦ ਹੈ। ਹੁਣ ਮੇਰੇ ਕੋਲ ਸਮਾਨ ਹੋਵੇ ਤੇ ਮੈਨੂੰ ਪਤਾ ਹੀ ਨਹੀਂ ਕਿੱਦਾਂ ਬਣਾਉਣਾ, ਬਿਲਡਿੰਗ ਗੱਲਾਂ ਨਾਲ ਥੋੜੀ ਬਣ ਜਾਣੀ ਹੈ। ਉਹਦੀ ਵਿਧੀ ਵੀ ਤੇ ਹੋਣੀ ਚਾਹੀਦੀ ਨਾ ਮੈਨੂੰ, ਕਿ ਘਰ ਨੂੰ ਕਿੱਦਾਂ ਬਣਾਉਣਾ, ਬਾਰੀਆਂ ਕਿੱਦਾਂ ਲੱਗਣੀਆਂ, ਟਾਈਲਾਂ ਕਿੰਨੇ ਲਾਉਣੀਆਂ, ਕਿੱਦਾਂ ਡਿਜ਼ਾਈਨਿੰਗ ਹੋਣੀ ਆ। ਉਹ ਇੱਕ ਅਲੱਗ ਚੀਜ਼ ਹੈ। ਚੀਜ਼ ਹੋਣ ਦੇ ਨਾਲ ਇਕੱਲੀ ਗੱਲ ਨਹੀਂ ਬਣੇਗੀ। ਰੇਤਾ ਬਜਰੀ ਤੇ ਸੀਮੈਂਟ ਸਾਰੇ ਘਰ ਪਿਆ, ਤੇ ਸਾਰੇ ਕੋ ਨਹੀਂ ਜੋੜ ਲੈਂਦੇ। ਉਹਦੇ ਲਈ ਮਿਸਤਰੀ ਆਉਂਦੇ ਨੇ, ਇੰਜੀਨੀਅਰ ਆਉਂਦੇ ਨੇ, ਫਿਰ ਆਖਰ ਤੇ ਫਿਰ ਉਹਨੂੰ ਡੈਕੋਰੇਸ਼ਨ ਕਰਨ ਦੇ ਲਈ ਇੰਟੀਰੀਅਰ ਡੈਕੋਰੇਟਰ ਆਉਂਦਾ, ਇੰਟੀਰੀਅਰ ਵੀ ਆਉਂਦਾ ਤੇ ਐਕਸਟੀਰੀਅਰ ਅੰਦਰੋਂ ਤੇ ਬਾਹਰੋਂ ਖੂਬਸੂਰਤ ਬਣਾਉਣ ਵਾਲਾ। ਆਪਾਂ ਇਹ ਚੀਜ਼ ਨੂੰ ਫੇਰ ਵਾਪਸ ਚਲਾਉਂਦੇ ਆ। ਤਬ ਅੰਤਰ ਮੰਜਨ ਕੀਨਾ। ਤੇ ਹੁਣ ਕਹਿੰਦੇ ਆ ਕਿ ਜਦੋਂ ਇਸ ਭੇਦ ਦਾ ਪਤਾ ਲੱਗ ਗਿਆ, ਮੈਂ ਜਦੋਂ ਡਾਇਗਨੋਸ ਕਰ ਲਿਆ, ਤੇ ਫਿਰ ਮੇਰੇ ਕੀ ਹੋਇਆ ਕਿ ਮੇਰਾ ਜਿਹੜਾ ਮੇਰੇ ਅੰਤਰਾਕਰਨ ਚ ਇਸ਼ਨਾਨ ਸ਼ੁਰੂ ਹੋ ਗਏ ਨੇ ਜੀ ਸਾਹਿਬ। ਬਿਲਕੁਲ। ਮਜਨ ਦਾ ਮਤਲਬ ਹੁੰਦਾ ਹੈ ਪਵਿੱਤਰ ਇਸ਼ਨਾਨ, ਜਿਹਨੇ ਆਪਣੀ ਮੈਲ ਲਾਉਣੀ ਆ। ਤਾਂ ਜਦ ਮਨ ਨੂੰ ਬੁੱਝਿਆ ਤੇ ਵਿਚਾਰ ਬੰਦ ਕਰਨੇ ਸ਼ੁਰੂ ਕਰਤੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਜਿਆਦੇ ਧਿਆਨ ਸਿਮਰਨ ਕਰਨਾ ਸ਼ੁਰੂ ਕਰਤਾ ਤੇ ਫਿਰ ਇਸ਼ਨਾਨ ਵੀ ਸ਼ੁਰੂ ਹੋ ਗਿਆ ਭਾਈ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਜੀ। ਹੁਣ ਤੁਸੀਂ ਇਹ ਚੀਜ਼ ਨੂੰ ਸਮਝੋ, ਜਦੋਂ ਤੁਸੀਂ ਇੱਥੇ ਪਹੁੰਚ ਗਏ ਤੇ ਅੰਦਰ ਇੱਕ ਤੁਹਾਡੇ ਅੰਦਰ ਇੱਕ ਸ਼ੁੱਧ ਜਿਹੜੀ ਅਗਨ ਹੈ, ਉਹਦੇ ਵਿੱਚ ਤੁਹਾਡੇ ਅੰਤਰਾਕਰਨ ਨੇ ਇਸ਼ਨਾਨ ਕਰਨਾ। ਫਿਰ ਇਸ਼ਨਾਨ ਕਰਨਾ ਹੈ, ਆਪਣੇ ਆਪ ਹੀ ਹੋਣਾ ਹੈ, ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ। ਤੁਸੀਂ ਤਾਂ ਬਸ ਇਕੱਲੇ ਬੈਠੇ ਜੋ, ਤੁਸੀਂ ਗਵਾਹ ਜੋ, ਸਾਕਸ਼ੀ ਜੋ। ਤੁਹਾਡੇ ਸਾਹਮਣੇ ਤੁਹਾਡੀ ਹਜ਼ੂਰੀ ਦੇ ਵਿੱਚ ਕੰਮ ਹੋਣਾ ਹੈ, ਪਰ ਕੰਮ ਜਿਹੜਾ ਬ੍ਰਹਮ ਅਗਨ ਨੇ ਕਰਨਾ। ਹੁਣ ਆਪਾਂ ਸੋਚ ਛੱਡਦੇ ਹਾਂ, ਪੱਖਾ ਆਪਣੇ ਆਪ ਹੀ ਘੁੰਮਦਾ ਨਿੱਜਰ ਸਾਹਿਬ, ਸਾਨੂੰ ਘੁਮਾਉਣ ਦੀ ਲੋੜ ਥੋੜੀ ਹੈ। ਸਾਡਾ ਕੰਮ ਇੰਨਾ ਸੋਚ ਛੱਡਣਾ। ਸਪਲਾਈ ਆ ਗਈ ਆ, ਸੁੱਚ ਛੱਡ ਦੋ, ਪੱਖਾ ਆਪੇ ਘੁੰਮੇਗਾ। ਸੁੱਚ ਬੰਦ ਕਰੋ ਤੇ ਪੱਖਾ ਬੰਦ। ਇੱਥੇ ਇਹੋ ਹਿਸਾਬ ਹੈ। ਅਗਲੀ ਤੁਕ ਬੋਲੋ ਨਿੱਜਰ ਸਾਹਿਬ। ਪਵਨ ਮਨ ਉਨਮਨ ਰਹਿਣ ਖਰਾ। ਉਨਮਨ ਮਨ ਨਹੀਂ ਹੈਗਾ ਉੱਥੇ, ਹੋ ਗਈ ਮੈਲ ਦੂਰ ਹੋ ਗਈ, ਵਿਚਾਰ ਪਾਸੇ ਹੋ ਗਏ। ਪਵਨ ਪੱਥ ਜਿਹੜਾ ਹੈਗਾ ਆਤਮਾ, ਖਰਾ ਆਤਮਾ ਖਰੀ ਹੈ ਬਿਲਕੁਲ, ਉਹਦੇ ਚ ਮੈਲ ਨਹੀਂ ਆਤਮਾ ਦੇ ਵਿੱਚ। ਜਦ ਆਤਮਾ ਦੇ ਵਿੱਚ ਜਿਹੜੀ ਸੁਰਤ ਟਿਕ ਗਈ, ਨਹੀਂ ਮਿਰਤ ਨਾ ਜਨਮ ਜਰਾ, ਉੱਥੇ ਜਨਮ ਮਰਨ ਦਾ ਗੇੜ ਵੀ ਨਹੀਂ ਹੈ, ਮੌਤ ਵੀ ਨਹੀਂ ਹੈ। ਮੌਤ ਹੁਣ ਜਿਹੜਾ ਸਰੀਰ ਖੁੱਸ ਜਾਣਾ, ਮੌਤ ਹੋ ਗਈ। ਫਿਰ ਜਿਹੜਾ ਜਨਮ, ਦੁਬਾਰਾ ਜਨਮ ਜਿਹੜਾ ਜੂਨਾਂ ਦੇ ਵਿੱਚ ਜਾਣਾ, ਤੇ ਜਰ ਜਿਹੜੀ ਆ ਬੁਢੇਪਾ, ਕਹਿੰਦੇ ਉੱਥੇ ਆ ਵੀ ਨਹੀਂ ਹੈਗਾ ਭਾਈ ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ, ਤੁਹਾਡੇ ਅੰਦਰ ਖੇੜਾ ਬਣੇਗਾ, ਬਹੁਤ ਖੇੜਾ। ਬਾਣੀ ਵਿੱਚ ਆਉਂਦਾ ਹੈ, ਨਾਮ ਖੁਮਾਰੀ ਨਾਨਕਾ ਤੇ ਚੜੀ ਰਹੇ ਦਿਨ ਰਾਤ। ਜਦੋਂ ਖੁਮਾਰੀ ਨਾਮ ਦੀ ਚੜੀ, ਫਿਰ ਇਹਦਾ ਜਿਹੜਾ ਰਸ ਹੈ ਉਹ ਟੁੱਟਦਾ ਨਹੀਂ। ਇਹ ਰਸ ਜਿਹੜਾ ਇੱਕ ਬਹੁਤ ਪਾਵਰਫੁਲ ਸ਼ਕਤੀ ਹੈ, ਜਿਹੜੀ ਤੁਹਾਡੇ ਅੰਦਰ ਅਵਸਥਾ ਬਣ ਗਈ ਹੈ, ਉਹਨੇ ਟੁੱਟਣਾ ਨਹੀਂ। ਹੁਣ ਜਦੋਂ ਨਹੀਂ ਟੁੱਟਣਾ ਤੇ ਇਹਦਾ ਮਤਲਬ ਕਿ ਉਹ ਜਿਹੜਾ ਖੇੜਾ ਉਹ ਯਥਾਰਕ ਤੁਹਾਡੇ ਜੀਵਨ ਦੇ ਵਿੱਚ ਚੱਲੇਗਾ। ਫਿਰ ਅਗਲੇ ਬੰਨੇ ਲਿਖ ਰਹੇ ਨੇ,
ਪਵਨ ਪਵਨ ਪਤੀ ਪਵਨ ਪਤ ਉਨ ਮਨ ਰਹੋ ਖਰਾ ਰਹਿਨ ਖਰਾ, ਰਹਿਨ ਖਰਾ। ਰਹਿਣ ਖੜਾ, ਠੀਕ ਹੈ ਜੀ। ਹੁਣ ਦੇਖੋ ਇਹ ਜਿਹੜੀ ਆਤਮਿਕ ਅਵਸਥਾ ਹੈ, ਜਿੱਥੇ ਤੁਹਾਡੀ ਸੁਰਤੀ ਪਹੁੰਚ ਗਈ ਨਾ, ਤਾਂ ਫਿਰ ਉਹ ਖੇੜਾ ਜਿਹੜਾ ਹੈ ਨਾ, ਉਹ ਟੁੱਟਣਾ ਨਹੀਂ। ਉਹਨੂੰ ਸੱਚ ਚਿੱਤ ਆਨੰਦ ਕਹਿੰਦੇ ਆਪਾਂ। ਬਿਲਕੁਲ ਸੱਚ ਚਿੱਤ ਆਨੰਦ, ਤੁਹਾਡੇ ਚਿੱਤ ਦੇ ਵਿੱਚ ਸੱਤ ਦਾ ਆਨੰਦ ਆਏਗਾ। ਆਤਮਾ ਨੂੰ ਤੁਸੀਂ ਅਨੁਭਵ ਕਰ ਲਓਗੇ, ਉਸ ਤੋਂ ਅੱਗੇ ਕੋਈ ਜਾ ਨਹੀਂ ਸਕਦਾ। ਆਤਮਾ ਜਿਹੜੀ ਹੈ ਇਸ ਬ੍ਰਹਮ ਦਾ ਆਖਰੀ ਤੱਤ ਹੈ ਤੇ ਪਹਿਲਾ ਤੱਤ ਹੈ, ਉਹਦੇ ਅੰਦਰ ਹੈ ਸਾਰਾ ਕੁਝ। ਅਗਲੀ ਤੁਕ ਨਿੱਜਰ ਸਾਹਿਬ ਬੋਲੋ। ਹਾਂ, ਇਹਦੇ ਵਿੱਚ ਨਾ ਥੋੜ੍ਹਾ ਜਿਹਾ ਮੈਂ ਜਿਹੜਾ ਹੈਗਾ ਸੰਗਤ ਨੂੰ ਇਹ ਵੀ ਦੱਸ ਦਿੰਦੇ ਹਾਂ ਭਾਈ ਕਿ ਇਹ ਜਿਹੜਾ ਨਾ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ, ਇਹ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗਾ। ਅਤੇ ਪਰ ਇਹ ਹੈ ਜਿਹੜਾ ਹੈਗਾ, ਇਹ ਹੈ ਸਹੀ। ਬਸ ਇਹ ਜਿਹੜੀ ਕਿੱਥੋਂ ਹੈਗੀ, ਗੁਰੂ ਨਾਨਕ ਸਾਹਿਬ ਦੀ ਬਾਣੀ 'ਚ, ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈਗੀ। ਪਤਾ ਨਹੀਂ ਪ੍ਰਾਣ ਸੰਗਲੀ ਦੇ ਵਿੱਚ ਹੈ ਕਿ ਨਹੀਂ ਹੈ, ਕਹਿ ਨਹੀਂ ਸਕਦੇ ਭਾਈ। ਪਰ ਫਿਰ ਵੀ ਇਹ ਜਿਹੜਾ ਹੈਗਾ, ਇਹ ਜਿਹੜੀ ਹੈਗੀ ਗੁਰਬਾਣੀ ਦੇ ਅਨੁਕੂਲ ਹੈਗੀ ਹੈ। ਤੇ ਅੱਗੇ ਹੁਣ ਚੱਲੀਏ। ਇਹ ਨਿੱਜਰ ਸਾਹਿਬ, ਹਾਂ, ਇਹ ਜਿਹੜੀ ਖੁਮਾਰੀ ਦਾ ਮਤਲਬ ਇਹ ਹੈ ਕਿ ਜਿੱਦਾਂ ਤੁਸੀਂ ਨਾਮ ਜਪਿਆ ਨਾ, ਜਿੱਦਾਂ ਬੰਦਾ ਨਸ਼ਾ ਕਰਕੇ ਖੁਮਾਰੀ 'ਚ ਨਹੀਂ ਚੜ ਜਾਂਦੀ ਬੰਦੇ ਦੇ, ਹਾਂ, ਉਸੇ ਤਰ੍ਹਾਂ ਤੁਹਾਡੇ ਅੰਦਰ ਦੀ ਅਵਸਥਾ ਬਣੇਗੀ। ਖੁਮਾਰੀ ਦਾ ਮਤਲਬ ਇਹ ਦਿਨ ਰਾਤ ਤੇ ਵਿੱਚ ਕੋਈ ਫਰਕ ਨਹੀਂ ਹੈਗਾ। ਇੱਕ ਦਾ ਮਤਲਬ ਇੱਕ ਆਤਮਾ ਦਾ ਮਤਲਬ ਉਸ ਆਨੰਦਮਈ ਅਵਸਥਾ ਦੇ ਵਿੱਚ ਸਥਿਰ ਹੋ ਜਾਣਾ। ਨਾ ਤੁਸੀਂ ਉੱਥੋਂ ਬਾਹਰ ਆ ਸਕਦੇ ਜੋ, ਨਾ ਉਸ ਤੋਂ ਅੱਗੇ ਜਾ ਸਕਦੇ ਜੋ। ਉਹ ਆਨੰਦ ਜਿਹੜਾ ਖੇੜਾ ਹੈ, ਉਹ ਇੱਕ ਲਗਾਤਾਰ ਬਣੇਗਾ। ਉਸ ਨੂੰ ਡਿਸਟਰਬ ਕਰਨਾ ਬੜਾ ਔਖਾ, ਬਹੁਤ ਔਖਾ। ਸੰਸਾਰ ਦੇ ਵਿੱਚ ਜਿਹੜੀ ਹਲਚਲ ਪੈਦਾ ਹੁੰਦੀ ਹੈ ਨਾ, ਉਹ ਦੇਖੋ ਸਮੁੰਦਰ ਦੇ ਉੱਪਰਲੇ ਤਲ 'ਚ ਹੁੰਦੀ ਆ, ਸਮੁੰਦਰ ਦੇ ਗਹਿਰੇ ਤਲਾਂ 'ਚ ਕੋਈ ਹਲਚਲ ਨਹੀਂ ਹੁੰਦੀ। ਸਾਹਿਬ ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ। ਔਰ ਜਿਹੜਾ ਹੈਗਾ ਇਹ ਜਿਹੜੀ ਹੈਗੀ ਆ ਆਪਾਂ ਨੂੰ ਜਿਹੜੀ ਹੈਗੀ ਆ, ਨਹੀਂ ਤਾਂ ਦੇਖੋ ਜੇ ਇਹ ਨਾਮ ਖੁਮਾਰੀ ਨਹੀਂ ਹੈਗੀ ਤੇ ਫਿਰ ਆਪਾਂ ਨੂੰ ਕੀ ਹੈਗਾ, ਫਿਰ ਆਪਾਂ ਜਿਹੜਾ ਇਹ ਦੁਨੀਆ ਦੇ ਵਿੱਚ ਜਿਹੜੇ ਕਦੀ ਸੁਖੀ ਹੈ ਕਦੀ ਦੁਖੀ ਹੈਗੇ ਆ। ਇਸ ਤਰ੍ਹਾਂ ਹੀ ਬਲੱਡ ਪ੍ਰੈਸ਼ਰ ਹਾਈ ਲੋ ਹੋਈ ਜਾਏਗਾ ਭਾਈ, ਟੈਨਸ਼ਨ ਦੇ ਵਿੱਚ ਰਵਾਂਗੇ। ਖੁਮਾਰੀ ਨਹੀਂ, ਮਸਤਾਤੀ ਨਹੀਂ ਹੋ ਸਕਦਾ। ਜੇਕਰ ਉਹਨੂੰ ਕਹਿੰਦੇ ਸਵੈ ਵਿੱਚ ਅਸਤ ਹੋ ਜਾਣਾ। ਜਦੋਂ ਤੁਹਾਡੀ ਸੁਰਤੀ ਤੁਹਾਡੇ ਅੰਦਰ ਸਥਿਰ ਹੋ ਗਈ, ਇਹ ਜਿਹੜੀ ਸੱਚ ਚਿੱਤ ਆਨੰਦ ਵਾਲੀ ਅਵਸਥਾ ਹੈ, ਉਹ ਬਣ ਜਾਏਗੀ। ਉਹਨੂੰ ਡਿਸਟਰਬ ਕਰਨਾ ਬੜਾ ਔਖਾ। ਹਾਂਜੀ ਨਿੱਜਰ ਸਾਹਿਬ, ਅਗਲੀ ਤੋਂ ਰਹਾਓ। ਉਲਟੀਲੇ ਸ਼ਕਤ ਸਹਾਰੰਗ, ਕਹਿੰਦੇ ਹੁਣ ਆਪਾਂ ਨੇ ਕਾਹਦਾ ਸਹਾਰਾ ਲਿਆ ਹੋਇਆ? ਸ਼ਕਤੀ ਦਾ ਸਹਾਰਾ ਲਿਆ ਹੋਇਆ। ਹੁਣ ਆਪਾਂ ਜਿਹੜੇ ਹੈਗੇ, ਆਪਣਾ ਇੰਟਰਸਟ ਕੀ ਆ, ਆਪਣਾ ਬੈਂਟ ਆਫ ਮਾਈਂਡ ਕੀ ਹੈਗਾ, ਆਪਣੀ ਜਿਹੜੀ ਹੈਗੀ ਆ, ਆਪਣਾ ਫੋਕਸ ਕੀ ਹੈਗਾ? ਮਾਇਆ, ਪਦਾਰਥ, ਆਕਾਰ, ਜਿਹੜੇ ਹੈਗੇ ਆਪਣੇ ਰਿਸ਼ਤੇਦਾਰ, ਆਪਣਾ ਪਰਿਵਾਰ। ਉਲਟੀਲੇ ਸ਼ਕਤ ਸਹਾਰੰਗ, ਇਹ ਇੱਕ ਸ਼ਕਤੀ ਹੈ, ਇੱਕ ਜਿਹੜਾ ਸ਼ਿਵ ਹੈਗਾ, ਪਰਮਾਤਮਾ ਹੈਗਾ। ਹੁਣ ਕਹਿੰਦੇ ਆ ਸ਼ਕਤੀ ਦਾ ਸਹਾਰਾ ਉਲਟ ਗਿਆ। ਕਹਿੰਦੇ ਹੁਣ ਮਾਲਕ ਦਾ ਸਹਾਰਾ ਆ ਗਿਆ। ਉਹਨੇ ਕਰਨਾ ਹੈ ਆਪਾਂ ਨੂੰ ਜਿਹੜਾ ਹੈਗਾ ਮਸਤ, ਉਹਨੇ ਕਰਨਾ ਹੈ ਆਪਾਂ ਨੂੰ ਜਿਹੜਾ ਹੈਗਾ ਜਿਹੜਾ ਇਹ ਬਲੱਡ ਪ੍ਰੈਸ਼ਰ ਜਿਹੜਾ ਹੈਗਾ, ਇਹ ਟੈਨਸ਼ਨ ਤੋਂ ਮੁਕਤ। ਉਲਟੀਲੇ ਸ਼ਕਤ ਸਹਾਰੰਗ ਪੈਸੀਲੇ ਗਗਨ ਮਝਾਰੰਗ, ਕਹਿੰਦੇ ਹੁਣ ਤਾਂ ਜਿਹੜਾ ਵਿਚਾਰ ਮੰਡਲ ਕ੍ਰਾਸ ਹੋ ਗਿਆ। ਮੈਂ ਗਗਨ ਦੇ ਵਿੱਚ ਜਿਹੜਾ ਹੈਗਾ, ਗਗਨ ਦੇ ਮਝਾਰ ਕਹਿੰਦੇ ਵਿੱਚ, ਕਹਿੰਦੇ ਹੁਣ ਮੈਂ ਗਗਨ ਮੰਡਲ ਦੇ ਵਿੱਚ ਹੈਗਾ ਆ। ਹੁਣ ਮੈਂ ਸੁੰਨ ਮੰਡਲ ਦੇ ਵਿੱਚ ਹੈਗਾ। ਪੈਸੀਲੇ, ਮੈਂ ਪੈਸ ਗਿਆ ਉਹਦੇ ਅੰਦਰ। ਉਲਟੀਲੇ ਸ਼ਕਤ ਸਹਾਰੰਗ ਪੈਸੀਲੇ ਗਗਨ ਮਝਾਰੰਗ ਬੇਦੀਲੇ ਚੱਕਰ ਭੁਯੰਗਾ, ਕਹਿੰਦੇ ਜਿਹੜੇ ਚੱਕਰ ਸੀਗੇ ਸਾਰੇ ਦੇ ਸਾਰੇ 6 ਜਾਂ 7 ਜਿਹੜੇ ਚੱਕਰ ਹੈਗੇ, ਇਹ ਸਾਰੇ ਦੇ ਸਾਰੇ ਜਿਹੜੇ ਆ ਸੱਪ ਵਾਂਗੂ ਚੱਕਰ ਹੈਗੇ। ਇਹ ਜਿਹੜੇ ਹੈਗੇ ਇਹ ਆਪਣੇ ਸਰੀਰ ਦੇ ਅੰਦਰ ਜਦ ਪ੍ਰਾਣ ਸ਼ਕਤੀ ਨੇ ਜਾਣਾ ਹੈ, ਕਹਿੰਦੇ ਸਾਰੇ ਦੇ ਸਾਰੇ ਭੇਦ ਲੈ ਪਾਏ। ਪੇਟੀਲੇ ਰਾਏ ਨਿਸੰਗਾ, ਉਹ ਆਤਮਾ ਨੂੰ ਮਿਲ ਗਈ, ਸੁਰਤ ਆਤਮਾ ਦੇ ਵਿੱਚ ਲੀਨ ਹੋ ਗਈ। ਨਿਸੰਗ ਰਾਏ, ਮਾਲਕ ਪਰਮਾਤਮਾ ਭੇਟ ਗਿਆ। ਨਿਸੰਗ ਮਤਲਬ ਕੋਈ ਜਿਹੜਾ ਹੈਗਾ ਹੁਣ ਮਾਇਆ ਜਾਂ ਇਹ ਜਿਹੜੇ ਹੈਗੇ ਆਪਣੇ ਅੰਦਰ ਕਾਲਕ ਜਿਹੜੀ ਹੈ ਸਾਰੀ ਦੀ ਸਾਰੀ ਖਤਮ ਹੋ ਗਈ, ਇੱਕਮਿਕ ਹੋ ਗਈ ਜੋਤ। ਹਾਂਜੀ ਵੀਰ ਜੀ, ਸਹੀ ਹੈ ਜੀ। ਉਲਟੀਲੇ ਸਕਤ ਸਹਾਰੰਗ, ਸ਼ਕਤੀ ਦਾ ਸਹਾਰਾ ਜਿਹੜਾ ਹੈਗਾ ਉਲਟ ਗਿਆ। ਹੁਣ ਮਾਲਕ ਦਾ ਸਹਾਰਾ ਆ ਗਿਆ। ਹੁਣ ਨਾਮ ਦਾ ਸਹਾਰਾ ਆ ਗਿਆ।
ਹਾਂਜੀ ਬਿਲਕੁਲ ਠੀਕ ਹੈ ਜੀ। ਜਿਹੜਾ ਮਨ ਪਹਿਲਾਂ ਬਾਹਰ ਮੁਖੀ ਸੀ ਹੁਣ ਮਨ ਅੰਦਰ ਮੁਖੀ ਹੋ ਗਿਆ। ਠੀਕ ਹੈ ਜੀ। ਬਿਲਕੁਲ। ਪਹਿਲਾਂ ਇਹ ਸੰਸਾਰ ਦੇ ਵੱਲ ਭਜਦਾ ਸੀ ਪਰ ਹੁਣ ਜਿਹੜਾ ਹੈ ਅੰਦਰ ਨੂੰ ਗਤੀ ਕਰਨ ਲੱਗਿਆ ਹੈ। ਅੰਦਰ ਆਤਮਾ ਦੇ ਵੱਲ ਇਹਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਹਾਂਜੀ ਨਜਰ ਸਾਹਿਬ ਅਗਲੀ ਤੁਕ। ਪੈਸੀਲੇ ਗਗਨ ਮਝਾਰੰਗ। ਹੁਣ ਮਤਲਬ ਜਿਹੜਾ ਹੈਗਾ ਇਹ ਗਗਨ ਮੰਡਲ ਦੇ ਵਿੱਚ ਜਿਹੜਾ ਹੈਗਾ ਪੈਸ ਗਿਆ। ਗਗਨ ਮੰਡਲ ਦੇ ਵਿੱਚ ਜਿਹੜਾ ਹੈਗਾ ਸੁਰਤ ਜਿਹੜੀ ਹੈ ਗਗਨ ਮੰਡਲ 'ਚ ਟਿਕ ਗਈ। ਪਹਿਲਾਂ ਬਾਹਰ ਸੀ, ਬਾਹਰ ਮੁਖੀ ਸੀ, ਹੁਣ ਅੰਦਰ ਗਗਨ ਮੰਡਲ ਦੇ ਵਿੱਚ ਆ ਗਈ। ਬੇਦੀਲੇ ਚੱਕਰ ਭੁਯੰਗਾ। ਇਹਦੇ ਚੱਕਰ ਜਿਹੜੇ ਸੀਗੇ ਇਹ ਸਾਰੇ ਦੇ ਸਾਰੇ ਜਿਹੜੇ ਹੈਗੇ ਚੱਕਰ ਇਹ ਭੇਦ ਲਏ। ਭੇਟੀਲੇ ਰਾਏ ਨਿਸੰਗਾ। ਉਹ ਮਾਲਕ ਪਰਮਾਤਮਾ ਨਿਸੰਗ ਜਿਹੜਾ ਹੈਗਾ ਬਿਲਕੁਲ ਜਿਹੜਾ ਪ੍ਰੈਕਟੀਕਲ ਜਿਹੜਾ ਮਾਲਕ ਪਰਮਾਤਮਾ ਆਤਮਾ ਦੇ ਦਰਸ਼ਨ ਹੋ ਗਏ। ਹਾਂਜੀ ਠੀਕ ਹੈ ਜੀ। ਹੁਣ ਕੀ ਪਹਿਲਾਂ ਸੀ ਪ੍ਰੋਬਲਮ ਕਿ ਜਿਹੜਾ ਇਹ ਕਿਸੇ ਹੋਰ ਚੱਕਰਾਂ 'ਚ ਘੁੰਮਦਾ ਸੀ ਪਰ ਹੁਣ ਜਿਹੜਾ ਇਹਨੇ ਆਪਣੀ ਡਾਇਰੈਕਸ਼ਨ ਬਦਲ ਲਈ ਹੈ ਤੇ ਉਹਦੇ ਨਾਲ ਕੀ ਹੋ ਗਿਆ ਕਿ ਜੀਵਨ 'ਚ ਸੰਗੀਤ ਆ ਗਿਆ। ਹੁਣ ਜਿਹੜੇ ਚੱਕਰ ਸੀ, ਚੱਕਰ ਜਿੱਦਾਂ ਕਹਿਣ ਤੋਂ ਭਾਵ ਕਿ ਗੱਡੀ ਦੇ ਤੁਹਾਡੇ ਟਾਇਰ ਖਰਾਬ ਹੋਣ, ਹਵਾ ਵੱਧ ਘੱਟ ਹੋਵੇ ਤੇ ਉਹ ਰਿਦਮ ਨਹੀਂ ਹੈਗਾ। ਤੇ ਜਦੋਂ ਆਪਾਂ ਉਹਦੀ ਗੱਡੀ ਦੀ ਸਰਵਿਸ ਕਰਾ ਲੈਂਦੇ ਹਾਂ, ਟਾਇਰਾਂ ਦੀ ਹਵਾ ਬਰਾਬਰ ਹੋ ਜਾਂਦੀ ਹੈ ਤੇ ਉਹ ਗੱਡੀ ਜਿਹੜੀ ਹੈ ਸਾਨੂੰ ਆਨੰਦ ਦੇਣਾ ਸ਼ੁਰੂ ਕਰ ਦਿੰਦੀ ਹੈ। ਇਸੇ ਹੀ ਤਰ੍ਹਾਂ ਜਿਹੜੇ ਸਾਡੇ ਸਰੀਰ ਦੇ ਅੰਦਰ ਚੱਕਰ ਹੈਗੇ ਨੇ, ਇਹ ਚੱਕਰ ਜਦੋਂ ਬਰਾਬਰ ਕੰਮ ਨਹੀਂ ਨਾ ਕਰਦੇ ਤੇ ਫਿਰ ਅਸੀਂ ਕੀ ਕਰਦੇ ਹਾਂ, ਸੰਸਾਰ 'ਚ ਗਰਕ ਹੋ ਜਾਂਦੇ ਹਾਂ। ਤੇ ਜਦੋਂ ਇਹ ਚੱਕਰ ਸਹੀ ਤਰ੍ਹਾਂ ਕੰਮ ਕਰਦੇ ਆ ਤੇ ਜਿਹੜੀਆਂ ਵੇਖੋ ਹੁਣ ਕੋਈ ਮਸ਼ੀਨ ਖਰਾਬ ਹੋਵੇ ਹਾਂ ਤੇ ਕਿੱਦਾਂ ਆਵਾਜ਼ਾਂ ਆਉਂਦੀਆਂ ਤੇ ਮਸ਼ੀਨ ਗਰਮ ਵੀ ਛੇਤੀ ਹੁੰਦੀ ਹੈ ਤੇ ਸੜਨ ਦਾ ਵੀ ਚਾਂਸ ਹੁੰਦਾ। ਇਸੇ ਤਰ੍ਹਾਂ ਜਦੋਂ ਅਸੀਂ ਭਗਤੀ ਦੇ ਨਾਲ ਆਪਣੇ ਜਿਹੜੇ ਖਰਾਬ ਹੋਈ ਊਰਜਾ ਚੱਕਰ ਆ ਉਹਨੂੰ ਸਹੀ ਕਰ ਲੈਂਦੇ ਆ ਤੇ ਸਾਡੇ ਜੀਵਨ 'ਚ ਸੰਗੀਤ ਆ ਜਾਂਦਾ ਹੈ, ਮਧੁਰਤਾ ਆ ਜਾਂਦੀ ਆ। ਹੁਣ ਤੁਸੀਂ ਦੇਖੋ ਹਾਰਮੋਨੀਅਮ ਆ ਜਾਂ ਸਿਤਾਰ ਆ ਜਾਂ ਗਿਟਾਰ ਆ, ਕੋਈ ਵੀ ਸੰਗੀਤ ਵਾਲਾ ਜਿਹੜਾ ਇੰਸਟਰੂਮੈਂਟ ਹੈਗਾ ਹੈ ਤੇ ਉਹਦੀ ਖੂਬਸੂਰਤੀ ਉਹਦੀ ਆਵਾਜ਼ 'ਚ ਹੁੰਦੀ ਹੈ। ਤੇ ਆਵਾਜ਼ ਜਿਹੜੀ ਹੁੰਦੀ ਆ ਉਹ ਸੈਟਿੰਗ ਤੇ ਹੁੰਦੀ ਹੈ, ਚੀਜ਼ ਨਹੀਂ ਬਦਲਦੀ, ਚੀਜ਼ ਉਹੀ ਹੁੰਦੀ ਆ। ਹੁਣ ਤੁਸੀਂ ਕਿ ਕਾਰੀਗਰ ਨੂੰ ਦੇ ਦਿਓ ਤਾਰਾਂ ਦੂਰਾਂ ਸੈੱਟ ਕਰ ਦਿੰਦਾ, ਉਹ ਕਹਿੰਦਾ ਜ਼ਿਆਦਾ ਤਾਰਾਂ ਟਾਈਟ ਵੀ ਨਹੀਂ ਚਾਹੀਦੀਆਂ, ਜ਼ਿਆਦਾ ਤਾਰਾਂ ਢਿੱਲੀਆਂ ਵੀ ਨਹੀਂ ਚਾਹੀਦੀਆਂ। ਉਹ ਇੱਕ ਫਾਈਨ ਸੈਟਿੰਗ ਕਰਦਾ ਹੈ, ਉੱਥੋਂ ਫਿਰ ਸੰਗੀਤ ਪੈਦਾ ਹੁੰਦਾ। ਹੁਣ ਦੇਖੀਏ, ਹੁਣ ਨਾ ਤੇ ਤੁਹਾਨੂੰ ਹਾਰਮੋਨੀਆ ਚਲਾਉਣਾ ਆਉਂਦਾ ਨਾ ਮੈਨੂੰ ਆਉਂਦਾ, ਪਰ ਜੇਕਰ ਸਾਡੇ ਕੋਲ ਹਾਰਮੋਨੀਆ ਹੋਵੇ ਤੇ ਕੀ ਸਾਨੂੰ ਸੰਗੀਤ ਦੇ ਬਾਰੇ ਪਤਾ ਲੱਗੇਗਾ? ਨਹੀਂ। ਜਿਹਨੂੰ ਆਉਂਦਾ ਉਹਦੇ ਲਈ ਤੇ ਬਹੁਤ ਵਧੀਆ, ਉਹ 1 ਮਿੰਟ 'ਚ ਜਿੱਦਾਂ ਉਂਗਲੀਆਂ ਕਿੱਦਾਂ ਘਮਾਉਂਦਾ ਮਿੰਟੋ ਮਿੰਟੀ, ਵੇਖੋ ਕਿੰਨੀਆਂ ਸੁਰਾਂ ਕੱਢ ਦੇਣੀਆਂ, ਕੀ ਕੋਈ ਕੱਢ ਦੇਣਾ ਉਹਨੇ, ਕਿਉਂਕਿ ਉਹਨੂੰ ਭੇਤ ਦਾ ਪਤਾ। ਇਸੇ ਤਰ੍ਹਾਂ ਜਦੋਂ ਆਪਾਂ ਇਹ ਭਗਤੀ ਕਰਦੇ ਹਾਂ, ਬੰਦਗੀ ਕਰਦੇ ਹਾਂ, ਸੰਗਤ ਕਰਦੇ ਜਾਂਦੇ ਹਾਂ ਔਰ ਜਿਹੜੀਆਂ ਰਿਕੁਆਇਰਮੈਂਟਾਂ ਉਹਨੂੰ ਪੂਰੀਆਂ ਕਰਦੇ ਹਾਂ। ਦੇਖੋ ਰਿਕੁਆਇਰਮੈਂਟ ਜੇ ਤੁਸੀਂ ਪੂਰੀ ਨਾ ਕੀਤੀ ਤੇ ਕੰਮ ਨਹੀਂ ਹੋਣਾ। ਹੁਣ ਮੈਂ ਸਕੂਲੇ ਗਿਆ, ਉੱਥੇ ਬੇਸ਼ੱਕ ਮੈਂ ਸਕੂਲ 'ਚ ਗਿਆ ਵਾਂ, ਕਾਲਜ ਗਿਆ ਵਾਂ, ਕਿਤਾਬਾਂ ਖਰੀਦੀਆਂ, ਬਹਿੰਦਾ ਵੀ ਆ, ਪੜ੍ਹਾਈ ਸੁਣਦਾ ਵੀ ਆ, ਪਰ ਜੇ ਮੇਰੇ ਦਿਮਾਗ 'ਚ ਨਹੀਂ ਉਹ ਚੀਜ਼ ਪੈਂਦੀ ਤੇ ਨਿੱਜਰ ਸਾਹਿਬ ਮਸਲਾ ਥੋੜੀ ਹੱਲ ਹੋਣਾ। ਬਿਲਕੁਲ। ਮੈਨੂੰ ਸਬਕ ਪ੍ਰੋਫੈਸਰ ਕਰਾ ਰਿਹਾ ਜਾਂ ਟੀਚਰ ਪੜ੍ਹਾ ਰਿਹਾ, ਮੈਨੂੰ ਸਮਝ ਵੀ ਤਾਂ ਆਉਣਾ ਚਾਹੀਦਾ ਨਾ। ਜਾਣ ਦੇ ਨਾਲ, ਬਹਿਣ ਦੇ ਨਾਲ, ਸੁਣਨ ਦੇ ਨਾਲ ਥੋੜੀ ਗੱਲ ਹੋ ਜਾਂਦੀ। ਤਾਂ ਹੀ ਉਹ ਬਾਣੀ ਕਹਿੰਦੀ ਪੜ੍ਹੇ ਲਿਖੇ ਕਿਆ ਹੋਏ। ਬਿਲਕੁਲ। ਪੜ੍ਹਨ ਲਿਖਣ ਦੇ ਨਾਲ ਕੀ ਹੋਊਗਾ? ਰਿਕੁਆਇਰਮੈਂਟ ਵੀ ਤਾਂ ਪੂਰੀ ਕਰਨਾ। ਰਿਕੁਆਇਰਮੈਂਟ ਆਪਾਂ ਪੂਰੀ ਨਾ ਕਰੀਏ ਤੇ ਸੋਚੀਏ ਕਿ ਕੇਵਲ ਪੜ੍ਹਨ ਦੇ ਨਾਲ, ਸੁਣਨ ਦੇ ਨਾਲ, ਬਹਿਣ ਦੇ ਨਾਲ ਹੀ ਮਸਲਾ ਹੱਲ ਹੋ ਜਾਊਗਾ। ਨਹੀਂ, ਜੋ ਬਾਣੀ ਕਹਿੰਦੀ ਆ ਉਹ ਨਿਰਦੇਸ਼ ਵੀ ਮੰਨਣੇ ਪੈਣਗੇ। ਉਸੇ ਤਰ੍ਹਾਂ ਹੀ ਜੀਵਨ ਨੂੰ ਚਲਾਉਣਾ ਪਊਗਾ। ਜਿੱਦਾਂ ਗਾਈਡਲਾਈਨ ਦਿੱਤੀ ਉਹਨੂੰ ਫੋਲੋ ਕਰਨਾ ਪਊਗਾ। ਠੀਕ ਹੈ ਜੀ। ਔਰ ਜਦੋਂ ਫੋਲੋ ਕੀਤਾ ਤੇ ਚੱਕਰ ਆਪਣੇ ਆਪ ਹੀ ਸਿੱਧੇ ਹੋ ਜਾਣੇ। ਦੇਖੋ 2 ਤਰੀਕੇ ਨਾਲ ਚੀਜ਼ ਪੈਦਾ ਹੁੰਦੀ ਹੈ। ਇੱਕ ਤਾਂ ਤੁਸੀਂ ਮਨ ਦੇ ਤੌਰ ਤੇ ਬੁਰਾਈ ਕਰਦੇ ਜੋ, ਇੱਕ ਤੁਸੀਂ ਇੰਦਰੀਆਂ ਦੇ ਤੌਰ ਤੇ ਵੀ ਬੁਰਾਈ ਕਰਦੇ ਜੋ। ਨਿੱਜਰ ਸਾਹਿਬ ਬਿਲਕੁਲ। ਪਹਿਲਾਂ ਚੀਜ਼ ਤੁਹਾਡੇ ਮਨ 'ਚ ਪੈਦਾ ਹੁੰਦੀ ਆ। ਹੁਣ ਤੁਹਾਡੇ ਲਾਗੇ ਕੋਈ ਆ ਕੇ ਬੰਦਾ ਬਹਿ ਗਿਆ, ਤੁਹਾਨੂੰ ਪਸੰਦ ਨਹੀਂ ਆ, ਅੰਦਰ ਤੁਹਾਡੇ ਮਨ 'ਚ ਇੱਕ ਵਿਚਾਰ ਆ ਗਿਆ ਕਿ ਬੰਦਾ ਗੰਦਾ ਮੇਰੇ ਲਾਗੇ ਆ ਕੇ ਬਹਿ ਗਿਆ। ਹੁਣ ਤੁਸੀਂ ਮੂੰਹ 'ਚੋਂ ਲਫ਼ਜ਼ ਮਾੜੇ ਬੋਲ ਸਕਦੇ ਹੋ, ਪਰ ਅੰਦਰ ਵਿਚਾਰ ਪਹਿਲਾਂ ਪੈਦਾ ਹੋਇਆ। ਬੋਲਣਾ ਤੋਂ ਬਾਅਦ ਫਿਰ ਤੁਸੀਂ ਉਹਨੂੰ ਅਸਲੀ ਜਾਮੇ 'ਚ ਪਹਿਨਾ ਦਿੱਤਾ। ਇੱਕ ਤੇ ਕੱਪੜਾ ਸੀ ਨਾ ਤੁਹਾਡੇ ਕੋਲ, 4-5 ਮੀਟਰ ਕੱਪੜਾ ਮਿਲਿਆ, ਤੁਸੀਂ ਕਿਹਾ ਕਿ ਸੂਟ ਬਣਾਉਣਾ, ਸੂਟ ਤੁਸੀਂ ਖੁਦ ਬਣਾਉਣਾ ਵਾ। ਜੇ ਨਹੀਂ ਬਣਾਉਂਦੇ ਥਾਣ ਪਿਆ ਵਾ, ਗੱਲ ਖਤਮ ਹੋ ਗਈ। ਉਹ ਤੇ ਥਾਣ ਤੇ ਪਿਆ ਹੀ। ਕਿੰਨੇ ਥਾਣ ਹੈਗੇ ਤੁਹਾਡੇ ਅੰਦਰ, ਵੀ ਸਾਰਿਆਂ ਦੇ ਥੋੜੀ ਕੱਪੜੇ ਬਣਾਉਂਦੇ ਜੋ। ਇਸੇ ਤਰ੍ਹਾਂ ਜਦੋਂ ਚਿੱਤ ਦੇ ਵਿੱਚ ਕੋਈ ਚੀਜ਼ ਆ ਗਈ ਆ, ਮਾੜੀ ਚੀਜ਼ ਆ ਗਈ ਆ, ਉਹਨੂੰ ਆਪਾਂ ਕਹਿੰਦੇ ਆ ਸੰਯਮ। ਸੰਯਮ ਦਾ ਮਤਲਬ ਇਹ ਹੈ ਕਿ ਚੀਜ਼ ਹੈਗੀ ਆ
ਤੁਸੀਂ ਨਹੀਂ ਬਣਾਈ, ਤੁਹਾਡੀ ਮਰਜ਼ੀ ਹੈ। ਹੁਣ ਤੁਹਾਡੇ ਘਰ 'ਚ 4-5 ਕਿਸਮ ਦੀਆਂ ਸਬਜ਼ੀਆਂ ਪਈਆਂ, ਦਾਲਾਂ ਪਈਆਂ, ਸਬਜ਼ੀਆਂ ਪਈਆਂ ਵਾ, ਫਲੀਆਂ ਵਾ, ਗਾਜਰਾਂ ਵਾ, ਤੁਸੀਂ ਕੋਈ ਵੀ ਸਬਜ਼ੀ, ਪਰ ਬਣਾਉਣੀ ਤੁਸੀਂ ਉਹ ਵਾ ਜਿਹੜੀ ਤੁਸੀਂ ਖੁਦ ਬਣਾਉਣੀ ਚਾਹੁੰਦੇ ਜੋ। ਜ਼ਬਰਦਸਤੀ ਸਬਜ਼ੀ ਆਪਣੇ ਆਪ ਤੇ ਨਹੀਂ ਨਾ ਨਿੱਜਰ ਸਾਹਿਬ ਬਣਦੀ, ਨਹੀਂ ਤੇ ਬਣ ਜਾਂਦੀ ਹੈ ਨਾ। ਇਹਦਾ ਮਤਲਬ ਕਿ ਸਬਜ਼ੀ ਬਣਾਉਣੀ ਨਹੀਂ ਬਣਾਉਣੀ ਇਹ ਸਾਡੀ ਮਰਜ਼ੀ ਆ, ਸਹੀ ਆ। ਬਿਲਕੁਲ। ਤੇ ਮਾੜੀ ਸਬਜ਼ੀ ਨਾ ਬਣਾਇਆ ਕਰੋ, ਕਿਉਂਕਿ ਖਾਣੀ ਨਹੀਂ ਕਿਸੇ ਨੇ। ਹੁਣ ਤੁਸੀਂ ਕੋਈ ਏਦਾਂ ਦਾ ਲਫ਼ਜ਼ ਬੋਲ ਦੋਗੇ ਅਗਲੇ ਨੂੰ ਹਜਮ ਨਹੀਂ ਹੋਣਾ। ਪਰ ਵੇਖੋ, ਆਪਾਂ ਮਿਰਚਾਂ, ਤੇ ਇਕੱਲੀ ਮਿਰਚ ਨਹੀਂ ਕੋਈ ਖਾ ਸਕਦਾ, ਪਰ ਮਿਰਚਾਂ ਨੂੰ ਕੱਟ-ਕੁੱਟ ਕੇ ਸਬਜ਼ੀ 'ਚ ਪਾਇਆ ਜਾਵੇ ਤੇ ਲੂਣ ਵੀ ਇਕੱਲਾ ਕੋਈ ਖਾ ਨਹੀਂ ਸਕਦਾ। ਪਰ ਜਦੋਂ ਉਹਦੀ ਕੁਆਂਟੀਟੀ ਮੈਜਰਮੈਂਟ ਕਰ ਲੈਂਦੇ ਆ, ਪਰ ਓਨਾ ਕੀ ਪਾਉਂਦੇ ਜਿੰਨੀ ਕੁ ਸਵਾਦ, ਜਿੰਨਾ ਕੁ ਲੋੜ ਹੈ, ਜਿੰਨੀ ਸਵਾਦ ਅਸੀਂ ਬਣਾਉਣਾ ਵਾ, ਹਲਦੀ ਉਨੀ ਪਾਉਂਦੇ ਆ, ਮਸਾਲੇ ਉਨੇ ਪਾਉਂਦੇ, ਤੇ ਬਹੁਤ ਵਧੀਆ ਚੀਜ਼ ਬਣ ਜਾਂਦੀ ਆ। ਆਪਾਂ ਖਾ ਸਕਦੇ ਹਾਂ, ਲੋਕੀ ਵੀ ਖਾਂਦੇ ਆ। ਇੱਥੇ ਇਹ ਚੀਜ਼ ਨੂੰ ਸੋਚਣਾ ਪਊਗਾ ਕਿ ਜਿਹੜੇ ਚੱਕਰ ਹੈਗੇ ਨੇ ਜੀਵਨ ਦੇ ਚੱਕਰ ਦਾ ਮਤਲਬ ਕਿ ਤੁਸੀਂ ਆਪਣੇ ਜੀਵਨ 'ਚ ਨਜ਼ਰ ਮਾਰੋ ਤੇ ਜਿਹੜੀ ਚੀਜ਼ ਨਹੀਂ ਬਰਾਬਰ ਚੱਲ ਰਹੀ ਉਹਨੂੰ ਸੈੱਟ ਕਰੋ। ਜਦੋਂ ਤੁਸੀਂ ਚੀਜ਼ ਵਧੀਆ ਬਣਾਓਗੇ, ਚੰਗੇ ਲਫ਼ਜ਼ ਬੋਲੋਗੇ, ਤੇ ਕੋਈ ਵੀ ਖਾ ਲੂਗਾ। ਅਗਲੇ ਨੂੰ ਗਿਆਨ ਵੀ ਦੇ ਦਿਓ ਤੇ ਅਗਲੇ ਨੂੰ ਚੁਭੇ ਵੀ ਨਾ। ਹੁਣ ਸ਼ੁੱਧ ਦੇਸੀ ਘਿਓ ਦੋ ਹਕੇ ਨੂੰ ਉਹ ਖਾਂਦਾ ਹੈ, ਹੁਣ ਟੱਟੀਆਂ ਲੱਗ ਜਾਣੀਆਂ। ਪਰ ਤੈਨੂੰ ਜਦੋਂ ਉਹਨੂੰ ਤੁਸੀਂ ਖਾਣਾ ਹੋਵੇ ਤੇ ਥੋੜਾ ਥੋੜਾ ਅੱਧਾ ਚਮਚਾ ਪਾਓ। ਹੁਣ ਤੁਸੀਂ ਸੋਚੋ ਕਿ ਅਗਲਾ ਇੱਕ ਬੰਦਾ ਜਿਹੜਾ ਹੈਗਾ ਇੱਕਦਮ ਹੀ ਰਾਜਾ ਹਰੀਚੰਦਰ ਬਣ ਜੇ, ਏਦਾਂ ਤੇ ਨਹੀਂ ਨਾ ਕਿਸੇ ਨੇ ਬਣਨਾ ਨਿੱਜਰ ਸਾਹਿਬ। ਬਿਲਕੁਲ। ਕਿਉਂਕਿ ਉਹ ਹਰੀਚੰਦਰ ਨੇ ਕੀਤਾ, ਕਿੰਨੀ ਕੁ ਰਿਕੁਆਇਰਮੈਂਟ ਪੂਰੀ ਕੀਤੀ, ਫਿਰ ਜਾ ਕੇ ਉਹ ਬਣਿਆ। ਉਹ ਕਿੰਨੇ ਰਿਕੁਆਇਰਮੈਂਟ ਪੂਰੀ ਕੀਤੀ ਤੇ ਫਿਰ ਰਾਜਾ ਬਣ ਗਿਆ। ਆਪਾਂ ਵੀ ਰਿਕੁਆਇਰਮੈਂਟ ਪੂਰੀ ਕਰਾਂਗੇ ਤੇ ਅਸੀਂ ਬਾਹਰ ਦੇ ਰਾਜੇ ਨਹੀਂ, ਆਪਣੇ ਆਪ ਦੇ ਰਾਜੇ ਬਣ ਜਾਵਾਂਗੇ। ਤੇ ਜਿਹੜੀ ਇੰਦਰੀਆਂ ਨੇ ਉਹ ਸਾਡੇ ਅਧੀਨ ਫਿਰ ਕਾਰਜ ਕਰਨਗੀਆਂ, ਔਰ ਜਦੋਂ ਇੰਦਰੀਆਂ ਸਾਡੇ ਅਧੀਨ ਕਾਰਜ ਕਰਨਗੀਆਂ ਤੇ ਚੱਕਰ ਆਪਣੇ ਆਪ ਹੀ ਸਿੱਧੇ ਹੋ ਜਾਣੇ ਜੀ। ਇਹਨਾਂ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਚੱਕਰ ਖਰਾਬ ਅਸੀਂ ਖੁਦ ਕਰਦੇ ਹਾਂ, ਆਪਣੀ ਜ਼ਰੂਰਤਾਂ ਦੇ ਕਰਕੇ, ਬੇਈਮਾਨੀ ਕਰਕੇ। ਅਸੀਂ ਉਸ ਚੀਜ਼ ਨੂੰ ਸੱਚ ਸਮਝਦੇ ਹਾਂ ਜੋ ਸੱਚ ਨਹੀਂ ਆ। ਜੋ ਸੱਚ ਹੈਗਾ ਅਸੀਂ ਉਹਨੂੰ ਝੂਠ ਸਮਝਦੇ ਹਾਂ, ਉਹਨੂੰ ਕੇਵਲ ਅਸੀਂ ਕਲਪਨਾ ਸਮਝਦੇ। ਉਸ ਦੇ ਕਰਕੇ ਕੀ ਹੁੰਦਾ ਕਿ ਸਾਡੇ ਜੀਵਨ ਦੇ ਵਿੱਚ ਜਿਹੜਾ ਦੁਰਗੰਧ ਆ, ਖੁਸ਼ਬੂ ਖਤਮ ਹੋ ਜਾਂਦੀ ਹੈ, ਤੇ ਦੁਰਗੰਧ ਦੀ ਜਿਹੜੀ ਖੁਸ਼ਬੂ ਸਾਨੂੰ ਆਉਂਦੀ ਹੈ, ਔਰ ਬਾਅਦ 'ਚ ਸਾਡੀਆਂ ਇੰਦਰੀਆਂ ਇੰਨੀਆਂ ਬੇਵਕੂਫ ਆ, ਉਹ ਦੁਰਗੰਧ ਨੂੰ ਸੁਗੰਧ ਸਮਝ ਲੈਂਦੀਆਂ। ਚੰਗਿਆਈ ਨੂੰ ਜਿਹੜੀਆਂ ਉਹ ਬੁਰਾਈ ਸਮਝਦੀਆਂ, ਕਿਉਂਕਿ ਚੰਗਿਆਈ ਦੇ ਵਿੱਚ ਤੁਸੀਂ ਇਕੱਲੇ ਤੁਰੇ ਫਿਰਨਾ, ਤੁਹਾਡੇ ਲਾਗੇ ਕਿਸੇ ਨੇ ਨਹੀਂ ਆਉਣਾ। ਬਾਣੀ ਤੇ ਕਹਿੰਦੀ ਆ ਕਿ ਜਿੱਥੇ ਤੂੰ ਇਹ ਰਸਤੇ ਤੇ ਤੁਰਿਆ ਨਾ, ਤੇ ਤੂੰ ਇਕੱਲਾ ਹੀ ਤੁਰੇ ਜਾਣਾ ਵਾ, ਉੱਥੇ ਬੜੀ ਭੀੜ ਨਹੀਂ ਮਿਲਣੀ ਤੈਨੂੰ। ਪਗਡੰਡੀ ਹੈਗੀ ਹੈ। ਜੇ ਤੂੰ ਸੋਚੇ ਕਿ ਏਦਾਂ ਲੋਕਾਂ ਦੀਆਂ ਭੀੜਾਂ ਟਰੱਕ ਭਰ ਕੇ ਤੇਰੇ ਮਗਰ ਤੁਰ ਪੈਣਗੇ, ਤੇ ਬਾਣੀ 'ਚ ਗਵਾਹੀ ਦਿੱਤੀ ਉਹਨਾਂ ਨੇ, ਕਹਿੰਦੇ ਕੋਈ ਲੈਣ ਨੂੰ ਤਿਆਰ ਨਹੀਂ ਆ ਵਸਤੂ। ਇਹ ਵਸਤੂ ਲੈਣ ਵਾਸਤੇ ਪਹਿਲੀ ਗੱਲ ਗਾਹਕ ਲੱਭਣਾ ਬੜਾ ਔਖਾ। ਕਬੀਰ ਜੀ ਸਾਰੀ ਜ਼ਿੰਦਗੀ ਵੇਖੋ ਕਿੱਦਾਂ ਸਮਝਾਉਂਦੇ ਰਹੇ। ਆਪਣੇ ਕੋਲੋਂ ਪੈਸੇ ਵੀ ਦਿੱਤੇ ਆ, ਇੱਥੋਂ ਤੱਕ ਕਿ ਆਪਣਾ ਨੁਕਸਾਨ ਵੀ ਕੀਤਾ ਹੈ ਕਿ ਕਿਸੇ ਤਰੀਕੇ ਨਾਲ ਬੰਦੇ ਮਿਲਣ, ਇਹ ਚੀਜ਼ ਦਿੱਤੀ ਜਾਵੇ, ਪਰ ਅਗਲੇ ਆਪਣੇ ਡਿਮਾਂਡ ਹੀ ਨਹੀਂ ਹੈਗੀ। ਤੁਸੀਂ ਆਪ ਵੇਖੋ ਕਿੰਨੀ ਕੁ ਡਿਮਾਂਡ ਇੱਥੇ, ਬੜੀ ਸਪਲਾਈ ਹੁੰਦੀ ਹੈ। ਜਦਕਿ ਇਹ ਸ਼ੁੱਧ ਗਿਆਨ ਹੈ। ਕਈਆਂ ਦਾ ਜੀਵਨ ਬਦਲ ਗਿਆ। ਆਪਣੇ ਗਰੁੱਪ 'ਚ ਕਈ ਲੋਕ ਨੇ ਜਿਨ੍ਹਾਂ ਨੇ ਸੋਚਿਆ ਨਹੀਂ ਸੀ, ਉਹਨਾਂ ਨੇ ਉਹ ਵਸਤਾਂ ਨੂੰ ਅਨੁਭਵ ਕੀਤਾ। ਕਿ ਕਿੰਨੀ ਕੁ ਦੁਨੀਆ ਤੁਰ ਪਈ ਹੈ, ਤੁਰਦੀ ਹੈ ਦੁਨੀਆ ਨਾ। ਉਹਨੇ ਉਹੀ ਕਰਨਾ ਜਿਹੜਾ ਉਹਦੇ ਚਿੱਤ ਦੇ ਵਿੱਚ ਲਿਖਿਆ। ਜੋ ਉਹਦੇ ਚਿੱਤ ਨੇ ਉਹਨੂੰ ਕਹਿਣਾ, ਉਹਨੇ ਉਹਦਾ ਹੀ ਕਹਿਣਾ ਮੰਨਣਾ। ਉੱਥੇ ਅਸਰ ਨਹੀਂ ਹੋਣਾ। ਪੱਥਰ ਸੁੱਟ ਦੋ ਪਾਣੀ ਦੇ ਵਿੱਚ, 100 ਸਾਲ ਕੀ ਖਰਬ ਸਾਲ ਪਿਆ ਰਹੂਗਾ, ਪਰ ਪਾਣੀ ਦੀ ਇੱਕ ਬੂੰਦ ਉਹਦੇ ਅੰਦਰ ਨਹੀਂ ਜੋ ਵੜਨੀ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂਜੀ, ਅਗਲੀ ਤੁਕ ਬੋਲੋ। ਚੂਕੀਏ ਲੈ ਮੋਹ ਮੈਂ ਆਸਾ। ਹੁਣ ਦੇਖ ਲਓ, ਬਸ ਮੋਹ ਦੇ ਵਿੱਚ ਆ ਤੇ ਆਸਾ ਹੈਗੀ ਆ। ਆਸਾ ਕੀ ਹੈਗੀ ਬਈ? ਆਪਣੇ ਅੰਦਰ ਜਿਹੜੀ ਹੈਗੀ ਇੱਛਾ ਹੈਗੀ ਆ। ਮਨਸਾ ਕਹਿੰਦੇ ਉਹਨੂੰ, ਇੱਛਾ ਨੂੰ ਮਨਸਾ ਕਹਿੰਦੇ। ਮਨ ਨੇ ਡਿਮਾਂਡ ਕਰਤੀ। ਇੱਛਾ ਕੀ ਹੈਗੀ? ਡਿਮਾਂਡ ਬਣਦੀ। ਬਸ ਹਰ ਟਾਈਮ ਆਈ ਚੱਲਦਾ। ਮਨ ਦੀਆਂ ਡਿਮਾਂਡਾਂ ਹੁੰਦੀਆਂ, ਉਹ ਮਨ ਦੀਆਂ ਡਿਮਾਂਡਾਂ ਪੂਰੀਆਂ ਵੀ ਹੋ ਜਾਣ ਤਾਂ ਵੀ ਮਨ ਕਿਹੜਾ ਰੱਜਦਾ। ਉਹ ਉਹਨੂੰ ਛੱਡ ਕੇ ਪਰੇ ਸੁੱਟ ਦਿੰਦਾ ਉਹ ਖਿਡੌਣੇ ਨੂੰ। ਜਿਹਦੀ ਡਿਮਾਂਡ ਸੀਗੀ ਖਿਡੌਣਾ ਦੇ ਦਿਓ, ਇੱਕ ਦਿਨ ਵੀ ਨਹੀਂ ਖੇਡਣਾ ਉਹਨੇ, ਬਸ ਪਰੇ ਸੁੱਟ ਕੇ ਉਹਨੇ ਨਵੇਂ ਖਿਡੌਣੇ ਵੱਲ ਤੁਰ ਪੈਣਾ ਉਹਨੇ। ਕਹਿੰਦੇ ਆਹ ਜਿਹੜੀ ਹੈ ਮੋਹ ਦੀ ਆਸ ਜਿਹੜੀ ਹੈਗੀ, ਬਾਰ ਮੋਹ ਦੇ ਵਿੱਚ ਪੂਰੀ ਤਰ੍ਹਾਂ ਜਕੜਿਆ ਹੋਇਆ ਸੀਗਾ ਮੈਂ। ਕਹਿੰਦੇ ਇਹ ਚੁੱਕ ਗਈ ਭਾਈ, ਇਹ ਮੇਰੇ ਅੰਦਰ ਜਿਹੜੀ ਹੈ। ਜਦ ਇਹ ਮੋਹ ਦੀ ਆਸਾਂ ਚੁੱਕ ਜਾਣ ਤੇ ਫਿਰ ਤਾਂ ਮਨ ਨਾਮ ਦੀ ਚੀਜ਼ ਹੈ ਨਹੀਂ, ਫਿਰ ਤਾਂ ਸ਼ਾਂਤੀ ਆ ਗਈ, ਵਿਚਾਰ ਬੰਦ ਹੋ ਗਏ। ਫਿਰ ਸਸ ਕੀਨੋ ਸੂਰ ਗਿਰਾਸਾ। ਸਸ ਕਹਿੰਦੇ ਚੰਦਰਮਾ ਠੰਡਾ। ਦੋ ਆਪਣੇ ਅੰਦਰ ਜਿਹੜੀ ਹੈ ਪ੍ਰਾਣ ਸ਼ਕਤੀ ਜਿਹੜੀ ਹੈਗੀ, ਇਹਨੂੰ ਦੋ ਰੂਪ ਦੇ ਵਿੱਚ ਚੱਲਦੀ ਹੈ, ਇੱਕ ਠੰਡੀ ਔਰ ਇੱਕ ਗਰਮ।
ਸਸ ਕੀਨੋ ਸੂਰ ਗਿਰਾਸਾ। ਗਰਮ ਜਿਹੜੀ ਹੈਗੀ ਉਹ ਕਾਮ ਕ੍ਰੋਧ ਦੇ ਵਿੱਚ ਗਰਮ ਪ੍ਰਾਣ ਸ਼ਕਤੀ ਕਾਮ ਕ੍ਰੋਧ ਦੇ ਵੱਲ ਦੇਖ ਲਓ। ਆਪਾਂ ਨੂੰ ਯੁੱਧ ਦੇ ਵਿੱਚ ਲੜਦੇ ਹਾਂ ਆਪਾਂ, ਇਹ ਸਾਰੀ ਇਹ ਜਿਹੜੀ ਹੈਗੀ ਸੂਰ ਵਾਲੀ ਸ਼ਕਤੀ ਹੈਗੀ ਆ। ਸਸ ਕੀਨੋ ਸੂਰ ਗਿਰਾਸਾ ਕਹਿੰਦੇ ਜਿਹੜੇ ਸਸ ਜਿਹੜਾ ਹੈਗਾ ਸ਼ਾਂਤੀ ਵਾਲੀ, ਤੇ ਜਿਹੜੀ ਹੈ ਪ੍ਰਾਣ ਸ਼ਕਤੀ ਜਿਹੜੀ ਹੈਗੀ ਆ, ਇਹ ਦੋਨੋਂ ਜਿਹੜੀਆਂ ਹੈਗੀਆਂ ਇਹ ਸਮ ਹੋ ਗਈਆਂ। ਸਸ ਕੀਨੋ ਸੂਰ ਗਿਰਾਸਾ, ਗਰਮ ਤੇ ਠੰਡੀ ਸਮ ਹੋ ਗਈ, ਇਹ ਕੰਟਰੋਲ ਦੇ ਵਿੱਚ ਆ ਗਈ। ਜਬ ਕੁੰਭਕ ਭਰਪੂਰ ਲੀਣਾ, ਇਹ ਕੁੰਭਕ ਕੀ ਹੋਇਆ? ਕੁੰਭ ਮਤਲਬ ਭਾਂਡਾ ਨਹੀਂ, ਕੁੰਭਕ ਮਤਲਬ ਜਿਹੜਾ ਹੈਗਾ ਇਹ ਰੇਚਕ ਕੁੰਭਕ ਪੂਰਕ। ਇਹ ਜਿਹੜੇ ਹੈਗੇ ਇਹ ਇਹਨਾਂ ਦੇ ਜੋਗੀ ਹੁੰਦੇ ਸੀ। ਇਹਨਾਂ ਨੇ ਕੀ ਕਰਨਾ, ਇਹਨਾਂ ਨੇ ਪਹਿਲਾਂ ਜਿਹੜਾ ਹੈਗਾ ਇਹ ਸਵਾਸ ਚੜਾਉਂਦੇ ਸੀ ਉੱਪਰ। ਸਵਾਸ ਚੜਾਉਣ ਵਾਸਤੇ ਪਹਿਲਾਂ ਕਾਫੀ ਦਿਨ ਭੁੱਖੇ ਰਹਿੰਦੇ ਸੀ ਬਿਲਕੁਲ, ਔਰ ਨੱਕ ਜਿਹੜੇ ਸੀ ਇਹਦੇ 'ਚ ਧਾਗਾ ਪਾ ਕੇ ਪੂਰਾ ਜਿਹੜਾ ਹੈਗਾ, ਔਰ ਇਹ ਆਪਣੀਆਂ ਇੰਟੈਸਟਾਈਨ ਜਿਹੜੀ ਹੈਗੀ ਇਹਨੂੰ ਵੀ ਕਲੀਨ ਕਰ ਲੈਂਦੇ ਸੀ ਸਾਰਾ। ਤੇ ਉਦੋਂ ਇਹ ਜਿਹੜੇ ਹੈਗੇ ਇਹ ਕੁੰਭਕ ਜਿਹੜਾ ਹੈਗਾ ਰੇਚਕ ਕੁੰਭਕ ਪ੍ਰਾਣ ਸਵਾਸ ਚੜਾ ਕੇ ਉੱਤੇ ਰੋਕਣੇ ਬੜਾ ਜਿਹੜਾ ਹੈਗਾ ਔਖਾ ਕੰਮ ਹੈ। ਵੀ ਮਰਨ ਨੂੰ ਹੋ ਜਾਂਦਾ ਹੈ। ਬੰਦ ਕਰਕੇ ਦੇਖੋ ਤਾਂ ਸਵਾਸ ਥੋੜ੍ਹੀ ਦੇਰ ਨਾ ਲਓ ਸਾਹ, ਕਹਿੰਦੇ ਇਸ ਤਰੀਕਾ ਪਸੀਨੋ ਪਸੀਨਾ ਉਹਦਾ ਆਸਨ ਵੀ ਭਿੱਜ ਜਾਂਦਾ ਸੀ ਪੂਰਾ। ਆਹ ਤਰੀਕਾ ਹੈ ਜੋਗੀਆਂ ਵਾਲਾ। ਉਹ ਚਾਹੁੰਦੇ ਉਹੀ ਚੀਜ਼ ਨੂੰ ਹੈ, ਪਰ ਕਰਨ ਦਾ ਤਰੀਕਾ ਗਲਤ ਹੈਗਾ ਉਹਨਾਂ ਦਾ। ਕਹਿੰਦੇ ਭਾਈ ਇਹ ਆਟੋਮੈਟਿਕਲੀ ਹੋ ਗਿਆ। ਜਦ ਇਹ ਮੋਹਮਈ ਆਸ ਜਿਹੜੀ, ਜਦ ਮੈਂ ਵਿਚਾਰਾਂ ਨੂੰ ਬੰਦ ਕੀਤਾ ਤੇ ਵਿਚਾਰਾਂ ਨੂੰ ਬੰਦ ਕੀਤਾ ਤੇ ਮੇਰੇ ਅੰਦਰ ਜਿਹੜੀ ਹੈਗੀ ਆ ਆਟੋਮੈਟਿਕਲੀ ਜਿਹੜੇ ਸਮ ਆ ਗਿਆ, ਮੇਰੇ ਅੰਦਰ ਸਮ ਆ ਗਿਆ। ਮੇਰਾ ਕੁੰਭਕ ਜਿਹੜਾ ਹੈਗਾ ਮੇਰੀ ਬਿਰਤੀ ਜਿਹੜੀ ਹੈਗੀ, ਮੇਰੀ ਸੁਰਤ ਜਿਹੜੀ ਹੈਗੀ ਉਹ ਭਰਪੂਰ ਦੇ ਵਿੱਚ ਲੀਨ ਹੋ ਗਈ। ਲੀਣਾ ਮਤਲਬ ਲੀਨ ਹੋ ਗਈ ਉਸ ਮਾਲਕ ਪਰਮਾਤਮਾ ਦੇ ਵਿੱਚ। ਸੁਰਤ ਜਿਹੜੀ ਹੈ ਮਨ ਦੇ ਵਿੱਚ ਮਨ ਦੇ ਅੰਦਰ ਬਿੰਨੀ ਗਈ, ਆਤਮਾ ਦੇ ਵਿੱਚ ਟਿਕ ਗਈ। ਜਬ ਕੁੰਭਕ ਭਰਪੂਰ ਲੀਣਾ ਤੈਂ ਬਾਜੇ ਅਨਹਦ ਬੀਣਾ। ਕਹਿੰਦੇ ਉੱਥੇ ਤਾਂ ਫਿਰ ਅਨਹਦ ਸ਼ਬਦ, ਉਹ ਨਾਦ ਸੰਗੀਤ, ਉਹ ਜਿਹੜਾ ਹੈਗਾ ਵੀਣਾ ਵੱਜਣ ਲੱਗ ਪਈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉੱਪਰ ਕਹਿੰਦੇ ਮੋਹ ਮਾਇਆ ਦਾ ਜਿਹੜਾ ਮੋਹ ਸੀ ਉਹ ਖਤਮ ਹੋ ਗਿਆ। ਹਾਂ, ਹੁਣ ਮਾਇਆ ਦਾ ਮੋਹ ਕਿੱਡਾ ਮਾੜਾ ਤੁਹਾਨੂੰ ਪਤਾ ਹੀ ਹੈ, ਕਿੱਦਾਂ ਚੰਬੜ ਜਾਂਦਾ ਬੰਦੇ ਨੂੰ। ਬਾਣੀ ਚ ਮਾਇਆ ਦਾ ਖਾਸ ਕਰਕੇ ਕਈ ਰੂਪ ਸਾਨੂੰ ਸਮਝਾਏ ਨੇ। ਕਈ ਜਗ੍ਹਾ ਤੇ ਏਦਾਂ ਵੀ ਲਿਖਿਆ ਵਾ ਕਿ ਮਾਇਆ ਮੋਹਣੀ ਬਿਨ ਦੰਦਾਂ ਜਗ ਖਾਇਆ। ਏਦਾਂ ਦਾ ਮੋਹ ਇਹਦਾ ਕਿ ਬਿਨਾਂ ਦੰਦਾਂ ਤੋਂ ਜੱਗ ਨੂੰ ਖਾ ਲੈਂਦੀ ਹੈ। ਬਿਲਕੁਲ ਇੰਨਾ ਕਲੀਅਰਲੀ ਦੱਸਿਆ। ਇਹਦੇ ਬਾਵਜੂਦ ਕਿੰਨੇ ਕੁ ਲੋਕ ਨੇ ਜਿਹੜੇ ਇਸ ਗੱਲ ਨੂੰ ਵਿਚਾਰ ਚ ਲਿਆਉਂਦੇ ਨੇ ਕਿ ਮਾਇਆ ਜਿਹੜੀ ਉਹ ਏਦਾਂ ਦੀ ਚੀਜ਼ ਆ। ਉਹ ਮਾਇਆ ਨੂੰ ਮਤਲਬ ਸਮਝ ਹੀ ਨਹੀਂ ਪਾਉਂਦੇ ਕਿ ਮਾਇਆ ਇੰਨੀ ਪਾਵਰਫੁਲ ਆ ਤੇ ਉਹ ਬੰਦੇ ਨੂੰ ਕਿੱਦਾਂ ਭਰਮ ਚ ਪਾ ਦਿੰਦੀ ਹੈ। ਫਿਰ ਅਗਲੇ ਬੰਨੇ ਕਿਹਾ ਵਾ ਕਿ ਸਸ ਕੀਨੇ ਸੂਰਜ ਗਿਰਾਸਾ। ਹੁਣ ਜਿਹੜਾ ਸੂਰਜ, ਤੁਹਾਨੂੰ ਪਤਾ ਦੋ ਨਾੜੀਆਂ ਹੈਗੀਆਂ, ਸੂਰਜ ਨਾੜੀ ਤੇ ਚੰਦਰਮਾ ਨਾੜੀ, ਹੈ ਨਾ। ਬਿਲਕੁਲ। ਜਿਹੜੀ ਸੂਰਜ ਨਾੜੀ ਦਾ ਚੰਦਰ ਨਾੜੀ ਦੇ ਅਧੀਨ ਆ ਜਾਣਾ ਹੀ ਇਹਨਾਂ ਨਾੜੀਆਂ ਦਾ ਸ਼ਾਂਤ ਹੋ ਜਾਣਾ। ਬਿਲਕੁਲ। ਔਰ ਇਹ ਨਾੜੀਆਂ ਦੋਨੋਂ ਹੀ ਸਾਡੇ ਅੰਦਰ ਚੱਲਦੀਆਂ ਨੇ। ਸੁਖਣਾ ਦਾ ਮਤਲਬ ਇਹੋ ਹੀ ਆ ਕਿ ਸਾਡੀਆਂ ਜਿਹੜੀਆਂ ਨਾੜੀਆਂ ਨੇ ਉਹ ਕੰਟਰੋਲ ਚ ਆ ਗਈਆਂ। ਜਿੱਦਾਂ ਇੱਕ ਜਾਨਵਰ ਨੂੰ ਅਸੀਂ ਕੰਟਰੋਲ ਕਰ ਲੈਂਦੇ ਹਾਂ ਲਗਾਮ ਪਾ ਕੇ, ਉਸੇ ਤਰ੍ਹਾਂ ਇਹ ਜਿਹੜਾ ਤੇ ਪਿੰਗਲਾ ਨਾੜੀ ਦਾ ਜਦੋਂ ਕੰਟਰੋਲ ਸਾਡੇ ਹੱਥ ਚ ਆ ਜਾਂਦਾ ਹੈ, ਦੋ ਲਗਾਮਾਂ ਨੇ ਜਿਹਦੇ ਨਾਲ ਮਨ ਨੂੰ ਕੰਟਰੋਲ ਕਰਨਾ ਹੈ। ਫਿਰ ਸੁਖਮਨਾ ਆਪਣੇ ਆਪ ਪ੍ਰਗਟ ਹੋ ਜਾਂਦੀ ਹੈ। ਸੁਖਣਾ ਦਾ ਮਤਲਬ ਹੈ ਕਿ ਦੋਨੋਂ ਨਾੜੀਆਂ ਦੇ ਮਗਰ ਬੈਠੀ। ਜਿੱਦਾਂ ਟਾਂਗੇ ਤੇ ਬੰਦਾ ਬੈਠਾ ਹੁੰਦਾ, ਦੋ ਨਾੜਾਂ ਹੁੰਦੀਆਂ, ਉਹਦੇ ਕੋਲ ਰੱਸੀਆਂ ਜੀ ਹੁੰਦੀਆਂ, ਉਹਦੇ ਨਾਲ ਮੈਨੇਜ ਕਰਦਾ ਘੋੜੇ ਨੂੰ। ਉਸੇ ਤਰ੍ਹਾਂ ਸੁਖਮਨਾ ਜਿਹੜੀ ਹੈ ਉਹ ਕੰਟਰੋਲਰ ਹੈ। ਤੇ ਜਦੋਂ ਕੰਟਰੋਲ ਉਹਦੇ ਹੱਥਾਂ ਚ ਆ ਗਿਆ ਤੇ ਫਿਰ ਜਿਹੜਾ ਮਨ ਆ ਨਾ ਉਹ ਸ਼ਾਂਤ ਹੋ ਜਾਏਗਾ। ਸ਼ਾਂਤ ਮਨ ਹੀ ਪ੍ਰਕਿਰਤੀ ਦੇ ਅਧੀਨ ਤੋਂ ਮੁਕਤ ਆ। ਇਹ ਚੀਜ਼ ਨੂੰ ਆਪ ਅੰਡਰਸਟੈਂਡ। ਜਿੰਨਾ ਜ਼ਿਆਦਾ ਤੁਹਾਡਾ ਮਨ ਅਸ਼ਾਂਤ ਹੈ ਨਾ, ਉਹਨਾਂ ਜ਼ਿਆਦਾ ਅਸ਼ਾਂਤ ਤੁਹਾਡਾ ਜੀਵਨ, ਉਨੇ ਜ਼ਿਆਦਾ ਤੁਸੀਂ ਦੁਖੀ, ਉਨੇ ਜ਼ਿਆਦਾ ਤੁਸੀਂ ਪਰੇਸ਼ਾਨ। ਜਿੰਨਾ ਜ਼ਿਆਦਾ ਤੁਹਾਡਾ ਮਨ ਸ਼ਾਂਤ, ਤੁਸੀਂ ਉਹਨੇ ਸੁਖ। ਔਰ ਐਕਚੁਅਲੀ ਪ੍ਰਕਿਰਤੀ ਨਾਮ ਦੀ ਚੀਜ਼ ਜਿਹੜੀ ਹੈ ਨਾ ਗੋਰਖੀ ਸਾਹਿਬ, ਇਹ ਹੈ ਹੀ ਵਿਚਾਰ ਆਪਣੇ। ਸਾਰਾ ਕੁਝ ਨਿਜ ਸਭ ਵਿਚਾਰ ਹੀ ਆ। ਬਾਣੀ ਚ ਲਿਖਿਆ ਨਾ, ਬਿਲਕੁਲ। ਵਿਚਾਰ ਮਰੇ ਹਾਂ, ਆਪ ਤਰੇ, ਹਾਂ, ਤਰੇ ਤੇ
ਵਿਚਾਰ ਤਾਰੇ ਹਨਾ ਉਹ ਆਉਂਦਾ ਉਲਟ ਹੈ ਜੋਨ ਵਿਚਾਰ ਮਾਰੇ ਤਰੇ ਤਾਰੇ ਉਲਟ ਜੋਨ ਨਾ ਆਵੇ। ਵੇਖ ਲਓ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਬਿਲਕੁਲ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਜਿਹੜਾ ਵਿਚਾਰ ਮਾਰਦਾ ਉਹ ਤਰ ਪੈਂਦਾ ਤੇ ਤਾਰ ਫਿਰ ਵੀ ਦਿੰਦਾ। ਆਪ ਵੀ ਤਰਦਾ, ਤਾਰ ਵੀ ਦਿੰਦਾ ਦੂਜਿਆਂ ਨੂੰ, ਕਿਉਂਕਿ ਉਹ ਕੋਲ ਵਿਧੀ ਆ ਗਈ, ਗਿਆਨ ਆ ਗਿਆ। ਬਿਲਕੁਲ ਉਹ ਗਿਆਨ ਨਕਲੀ ਗਿਆਨ ਨਹੀਂ, ਅਸਲੀ ਗਿਆਨ। ਹੂੰ ਤੇ ਉਹ ਕਹਿੰਦੇ ਉਲਟ ਜੋਨ ਨਾ ਆਏ, ਗੱਲ ਖਤਮ। ਕਿੰਨੀ ਕੁ ਔਖੀ ਬਾਣੀ ਲਿਖੀ, ਸਿੰਪਲ ਬਾਣੀ। ਪਰ ਆਮ ਬੰਦੇ ਨੂੰ ਕਹੋ ਕਿ ਵਿਚਾਰ ਮਾਰ ਦੇ, ਉਹ ਕਹਿੰਦਾ ਵਿਚਾਰ ਕਿੱਦਾਂ ਮਾਰਦੀ ਹੈ, ਪਹਿਲਾਂ ਆ ਤੇ ਬਾਹਰਲੀ ਕਰਮ ਤੇ ਕਰ ਲਈਏ। ਪਰ ਉਹ ਕਰਮ ਜਿਹੜੇ ਆ ਉਹ ਕੇਵਲ ਸਾਡੇ ਕਾਲਜ ਜਾਣ ਵਾਸਤੇ ਨੇ, ਯੂਨੀਵਰਸਿਟੀ 'ਚ ਜਾਣ ਵਾਸਤੇ ਨੇ, ਪ੍ਰੋਫੈਸਰ ਦੀਆਂ ਲੈਕਚਰ ਸੁਣਨ ਵਾਸਤੇ ਆ। ਪਰ ਉਹ ਜਿਹੜਾ ਗਿਆਨ ਆ ਉਹਨੂੰ ਗ੍ਰਹਿਣ ਕਰਨਾ ਹੈ, ਫਿਰ ਉਸ ਗਿਆਨ ਨੂੰ ਸਮਝਣਾ ਹੈ ਔਰ ਫਿਰ ਉਹਨੂੰ ਇੰਪਲੀਮੈਂਟ ਕਰਨਾ ਹੈ, ਫਿਰ ਗੱਲ ਬਣਨੀ ਹੈ। ਬਾਣੀ ਫਿਰ ਕਹਿੰਦੀ ਹੈ ਪੜ੍ਹੇ ਲਿਖੇ ਕਿਆ ਹੋਏ, ਜਦੋਂ ਪੜ੍ਹਦਾ ਹੈ ਲਿਖਦਾ ਹੈ ਵੈਸਾ ਕਰੀ ਜਾਂਦਾ ਕੀ ਹੋਏਗਾ, ਕਿਉਂਕਿ ਜੇ ਤੂੰ ਉਹਨੂੰ ਵਿਚਾਰੀ ਉਹਨੂੰ ਜ਼ਿੰਦਗੀ 'ਚ ਇੰਪਲੀਮੈਂਟ ਨਹੀਂ ਕੀਤਾ। ਇੱਥੇ ਮੈਂ ਦੁਨੀਆ ਭਰ ਦੀਆਂ ਕਿਤਾਬਾਂ ਪੜ੍ਹੀ ਜਾਂਦਾ, ਮੈਂ ਬਹੁਤ ਵੱਡਾ ਇੱਕ ਫਿਲਾਸਫਰ ਬਣ ਗਿਆ, ਪਰ ਜੇ ਮੇਰਾ ਜੀਵਨ ਜਿਹੜਾ ਮੈਂ ਜਿੱਥੇ ਗਿਆਨ ਇੰਪਲੀਮੈਂਟ ਕਰਨਾ ਸੀ ਉਹ ਤੇ ਮੈਂ ਕੀਤਾ ਹੀ ਨਹੀਂ। ਮੇਰੀਆਂ ਕਿਤਾਬਾਂ ਕਿਸ ਕੰਮ ਦੀਆਂ? ਫਿਰ ਕਹਿੰਦੇ ਅਵਰ ਉਪਦੇਸ਼ੇ ਆਪ ਨਾ ਕਰੇ, ਬਾਣੀ ਕਹਿੰਦੀ ਆਵਤ ਜਾਵਤ ਜਨਮੇ ਮਾਰੇ। ਪੜ ਗੱਡੇ ਲੱਦੀਏ, ਪੜ ਕਿੰਨਾ ਕੋਈ ਤੂੰ ਗੱਡੇ ਲੱਦੀ ਫਿਰਦਾ ਵਾ, ਤੇ ਪਰ ਕਿੱਥੇ ਤੇਰੇ ਜੀਵਨ ਤੇ ਉਹਦੇ ਵਿੱਚ ਕੋਈ ਤੇ ਗੱਲਬਾਤ ਨਹੀਂ ਆ। ਤੇ ਗੱਡਿਆਂ ਲੱਦਿਆਂ ਤੇਰਾ ਕੀ ਬਣੂਗਾ? ਉਹ ਤੇ ਰੱਦੀ ਉਹ ਲੱਦੀ ਜਾ, ਗੱਡੀ ਲੱਦੀ ਹੈ ਬਾਣੀ ਦੇ ਵਿੱਚ। ਗੋਰਖੀ ਸਾਹਿਬ ਪੜ ਗੱਡੀ ਲੱਦੀ ਹੈ, ਗੱਡੀ ਆ, ਗੱਡੀ ਆਪਣੀ ਗੱਡੀ ਹੈ। ਗੱਡੀ ਹਾਂ, ਗੱਡੀ ਲੱਦ ਲਓ, ਜਿੰਨਾ ਮਰਜੀ ਮਾਲ ਲੱਦ ਲਓ। ਸਾਨੂੰ ਗੱਡੀਆਂ ਤੇ ਲੱਦ ਕੇ ਤੇ ਮੁੜ ਕੇ ਕਈ ਲੋਕ ਮੇਰੇ ਵਰਗੇ ਹੁਣ ਕਿਤਾਬਾਂ ਲੱਦ ਕੇ ਘਰੇ ਰੱਖੀਆਂ ਹੁੰਦੀਆਂ ਲਾਇਬ੍ਰੇਰੀ 'ਚ ਬਣਾ ਕੇ, ਪਰ ਲਾਇਬ੍ਰੇਰੀ 'ਚ ਰੱਖਣ ਦੇ ਨਾਲ ਕੀ ਗੱਲ ਬਣੇਗੀ? ਪੜ੍ਹਨ ਦੇ ਨਾਲ ਵੀ ਨਹੀਂ ਗੱਲ ਬਣਨੀ ਜਦ ਤੱਕ ਉਹਦੇ ਅੰਦਰ ਲਿਖਿਆ ਫਾਰਮੂਲੇ ਨਹੀਂ ਆਪਾਂ ਇੰਪਲੀਮੈਂਟ ਕਰਾਂਗੇ। ਬਿਲਕੁਲ ਸਹੀ ਗੱਲ ਹੈ। ਪੜ੍ਹਨ ਦਾ ਇੱਕ ਅਲੱਗ ਚੀਜ਼ ਹੈ। ਮੈਂ ਨਹੀਂ ਕਹਿੰਦਾ ਪੜ੍ਹਨਾ ਮਾੜਾ ਵਾ, ਪਰ ਪੜ੍ਹਨਾ ਵੀ ਤੇ ਇੱਕ ਲੈਵਲ ਹੈ ਉਹਦਾ। ਜਿੱਦਾਂ ਸਕੂਲ ਦੀ ਐਡਮਿਸ਼ਨ ਲਈ, ਫੀਸਾਂ ਦੇਤੀਆਂ, ਦਾਖਲਾ ਲੈ ਲਿਆ, ਯੂਨੀਫਾਰਮ ਲੈ ਲਈ, ਕਲਾਸ 'ਚ ਪਹੁੰਚ ਗਏ, ਉਸ ਤੋਂ ਬਾਅਦ ਤੇ ਗਿਆਨ ਗ੍ਰਹਿਣ ਕਰਨਾ, ਠੀਕ ਹੈ ਜੀ। ਫਿਰ ਅਗਲੇ ਕਹਿੰਦੇ ਸੱਸੀ ਤੇ ਸੂਰ ਜਿਹੜੇ ਹੈਗੇ ਨੇ ਉਹਦੇ ਅੰਦਰ ਜਦੋਂ ਅਸੀਂ ਚਿੱਤ ਮਨ ਨੂੰ ਲੈ ਆਉਂਦੇ ਹਾਂ ਤੇ ਸਭ ਤੋਂ ਪਹਿਲਾਂ ਤੁਹਾਡਾ ਚਿੱਤ ਸ਼ਾਂਤ ਹੋਵੇਗਾ। ਚਿੱਤ ਨੇ ਸ਼ਾਂਤ ਹੋਣਾ ਜੇ ਸਮਾਧੀ ਦੇ ਵਿੱਚ ਧਿਆਨ ਦਾ ਇਕਾਗਰ ਹੋ ਜਾਣਾ, ਮਤਲਬ ਕਿ ਤੁਹਾਡਾ ਜਿਹੜਾ ਮਨ ਹੈ ਸਥਿਰ ਹੋ ਗਿਆ। ਪਹਿਲੀ ਰਿਕੁਆਇਰਮੈਂਟ ਤੁਸੀਂ ਪੂਰੀ ਕਰਤੀ। ਮਨ ਤੁਹਾਡਾ ਉਹਨਾਂ ਚਿਰ ਤੱਕ ਸ਼ਾਂਤ ਨਹੀਂ ਹੋਣਾ ਜਿੰਨਾ ਚਿਰ ਤੱਕ ਤੁਸੀਂ ਆਪਣੇ ਜੀਵਨ ਨੂੰ ਸਹੀ ਨਹੀਂ ਜੋ ਕਰਦੇ। ਇਹ ਚੀਜ਼ ਨੂੰ ਪਲੀਜ਼ ਅੰਡਰਸਟੈਂਡ ਕਰੋ। ਬਹੁਤ ਵਧੀਆ ਗੁਰਕੀ ਸਾਹਿਬ, ਬਹੁਤ ਵਧੀਆ। ਐਵੇਂ ਨਾ ਇੱਥੇ ਤੁਰੇ ਫਿਰੇ ਹੋ, ਕੁਛ ਨਹੀਂ ਹੈਗਾ ਉੱਥੇ। ਕੱਲ ਤੁਹਾਡੇ ਤੇ ਸ਼ੁਰੂ ਹੋਣੀ, ਕੱਲ ਤੁਹਾਡੇ ਤੇ ਖਤਮ ਹੋ ਜਾਣੀ ਜੇ। ਕੋਈ ਦੂਜੇ ਬੰਦੇ ਦੀ ਲੋੜ ਹੀ ਨਹੀਂ ਹੈਗੀ। ਐਵੇਂ ਨਾ ਲੋਕਾਂ ਨੂੰ ਕਹੀ ਜਾਓ ਕਿ ਮੈਨੂੰ ਅਸ਼ਾਂਤ ਕਰ ਰਿਹਾ, ਕੋਈ ਕਿੱਥੇ ਕੁਛ ਨਹੀਂ ਹੈਗਾ। ਜੋ ਸੁੱਚ ਤੁਹਾਡੇ ਅੰਦਰ ਆ, ਬੰਦ ਕਰਨ ਵਾਲਾ ਤੁਹਾਡੇ ਅੰਦਰ ਹੈ। ਸਾਰੀ ਗੱਲ ਸਾਡੇ ਤੇ ਸ਼ੁਰੂ ਹੋਣੀ, ਸਾਡੇ ਤੇ ਖਤਮ ਹੋ ਜਾਣੀ। ਜੀਵਨ 'ਚ ਸ਼ਾਂਤੀ ਉਹਨਾਂ ਚਿਰ ਤੱਕ ਨਹੀਂ ਆਉਣੀ ਜਿੰਨਾ ਚਿਰ ਤੱਕ ਆਪਣੇ ਕਰਮ ਨਹੀਂ ਸਹੀ ਕਰਦੇ ਆਪਾਂ। ਹੁਣ ਸਾਰਾ ਦਿਨ ਇੱਥੇ ਮੈਂ ਚੋਰੀ ਦੀ ਗੱਲਾਂ ਸੋਚੀ ਜਾਂਦਾ ਔਰ ਕੰਮ ਵੀ ਮੈਂ ਚੋਰੀ ਦੇ ਕਰੀ ਜਾਂਦਾ। ਹੁਣ ਮਤਲਬ ਚੋਰੀ ਦਾ ਮਤਲਬ ਕੱਲਾ ਐ ਚੋਰ ਨਹੀਂ ਹੁੰਦਾ ਜਿਹੜਾ ਉੱਥੇ ਕਿਸੇ ਦਾ ਪਰਸ ਕੱਢਦਾ ਹੈ ਜਾਂ ਘਰੋਂ ਕੋਈ ਸਮਾਨ ਚੋਰੀ ਕਰਦਾ ਹੈ। ਤੁਸੀਂ ਇੱਥੇ 700 ਰੁਪਏ ਦਿਹਾੜੀ ਲਈ ਆ, ਤੁਸੀਂ ਕੰਮ 300 ਦਾ ਕੀਤਾ, ਤੁਸੀਂ ਚੋਰ ਜੋ। ਬਿਲਕੁਲ ਸਹੀ ਗੱਲ ਹੈ। ਆਪਾਂ ਦਿਨ ਭਰ ਆਪਾਂ ਜਿਹੜੇ ਆ ਇਹੀ ਠੱਗੀ ਦੇ ਕੰਮ ਹੀ ਤਾਂ ਕਰੀ ਜਾਂਦੇ ਆ। ਆਪਾਂ ਸੋਚਦੇ ਆ ਕਿ ਅਸੀਂ ਤਾਂ ਬਈ ਬਹੁਤ ਵਧੀਆ ਸਾਧੂ ਹੈਗੇ ਆ। ਨਾ, ਆਪਾਂ ਵੀ ਉਹ ਚੋਰ ਤੋਂ ਵੱਧ ਜਿਹੜੇ ਹੈਗੇ ਕ੍ਰਿਮੀਨਲ ਹੈਗੇ ਆ। ਆਪਾਂ ਤਾਂ ਜਿਹੜੇ ਹੈਗੇ ਉਹ ਕਹਿੰਦੇ ਆ ਨਾ ਕਿ ਬਈ ਬਿਲਕੁਲ ਜਿਹੜੇ ਹੈਗੇ ਆ ਦੁਨੀਆ ਦੇ ਵਿੱਚ ਜਿਹੜੇ ਹੈਗੇ ਆਜ਼ਾਦ ਚੋਰ ਹੈਗੇ ਆ ਆਪਾਂ, ਜਿਨ੍ਹਾਂ ਨੂੰ ਪੁਲਿਸ ਪਕੜ ਨਹੀਂ ਸਕਦੀ। ਔਰ ਤੁਸੀਂ ਕੰਮ ਜ਼ਿਆਦਾ ਕਰਾ ਲਿਆ, ਪੈਸੇ ਥੋੜੇ ਦਿੱਤੇ, ਤੁਸੀਂ ਫੇਰ ਚੋਰ ਜੋ। ਤੁਸੀਂ ਕਿਸੇ ਦੇ ਜੀਵਨ ਨੂੰ ਮਿਸਯੂਜ਼ ਕਰ ਰਹੇ ਜੋ, ਕਿਸੇ ਦੀ ਲਾਈਫ ਨੂੰ ਮਿਸਯੂਜ਼ ਕਰ ਰਹੇ, ਉਹਨੂੰ ਗਲਤ ਪੱਟੀ ਪੜ੍ਹਾ ਰਹੇ ਜੋ, ਤੁਸੀਂ ਫੇਰ ਚੋਰ ਜੋ। ਇੱਕ ਤੇ ਰਾਤੀ ਚੋਰੀ ਕਰਦਾ ਨਾ, ਦਿਨੇ ਚੋਰੀ ਕਰਨ ਵਾਲੇ ਬਥੇਰੇ ਬੈਠੇ ਨੇ, ਇਹ ਵੀ ਸਭ ਚੋਰ ਨੇ। 100 ਰੁਪਏ ਦੀ ਚੀਜ਼ ਹੈ ਔਰ ਤੁਸੀਂ ਬਣਦੇ ਹੱਕ ਤੋਂ ਜ਼ਿਆਦਾ ਮਹਿੰਗੀ ਵੇਚ ਰਹੇ ਜੋ, ਤੁਸੀਂ ਫਿਰ ਚੋਰ ਜੋ। ਬਹੁਤ ਕੁਛ ਹੈ। ਇਹ ਜਦੋਂ ਤੁਸੀਂ ਗਹਿਰਾ ਉਤਰੋਗੇ ਤੁਹਾਨੂੰ ਗਿਆਨ ਹੋ ਜਾਏਗਾ ਕੀ ਚੋਰ ਹੈ ਤੇ ਕੀ ਸਹੀ ਆ। ਇਹ ਚੋਰੀ ਦਾ ਤੁਹਾਨੂੰ ਉਦੋਂ ਪਤਾ ਲੱਗੂਗਾ ਜਦੋਂ ਤੁਹਾਡੇ ਪੱਲੇ ਥੋੜਾ ਜਿਹਾ ਵੀ ਸੋਨੇ ਦੀ ਚਮਕ ਮਿਲੀ, ਥੋੜੀ ਜਿਹੀ ਮਲੀਨਤਾ ਦੂਰ ਹੋਈ, ਆਤਮਾ ਨੂੰ ਤੁਸੀਂ ਸਪਰਸ਼ ਕਰ ਲਿਆ ਨਾ ਨਿਰਵਿਚਾਰ ਹੋ ਕੇ, ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕੀ ਚੋਰੀ ਆ ਤੇ ਕੀ ਸਹੀ ਹੈ। ਬਹੁਤ ਔਖਾ ਕੰਮ ਹੈ ਹੋ ਜਾਣਾ।
ਬਿਲਕੁਲ ਆਸਾਨ ਹੋ ਜਾਣਾ। ਜਿਹੜਾ ਬਹੁਤਾ ਔਖਾ ਨਾ, ਏਦਾਂ ਆਪਾਂ ਗ੍ਰੰਥਾਂ 'ਚ ਪੜ੍ਹਦੇ ਹਾਂ ਕੀ ਚੋਰੀ ਹੈ ਜਾਂ ਕੀ ਸਹੀ ਆ, ਆਪਾਂ ਸੋਚਦੇ ਹਾਂ ਕਿ ਸਾਨੂੰ ਕਿਤਾਬ ਤੇ ਲਿਖ ਕੇ ਦੇ ਦਿਓ। ਏਦਾਂ ਕੁਛ ਨਹੀਂ ਹੋਣਾ। ਉਹ ਕਿਤਾਬਾਂ ਦੇ ਪੜ੍ਹਨ ਦੇ ਨਾਲ ਥੋੜੀ ਜੀਵਨ ਚੱਲਣਾ ਹੈ। ਜੀਵਨ ਤੇ ਕਿੱਦਾਂ ਦਾ ਪਰਿਵਰਤਨਸ਼ੀਲ ਜੀਵਨ ਹੈ। ਜਿਹੜੀ ਸਿਚੁਏਸ਼ਨ ਆ ਗਈ, ਕਿਹੜਾ ਕਰਨਾ ਸਹੀ ਆ। ਦੇਖੋ, ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ, ਸੱਚ ਬੋਲਣਾ ਜਾਂ ਝੂਠ ਬੋਲਣ 'ਚ ਕੋਈ ਫਰਕ ਨਹੀਂ ਹੈਗਾ। ਡਿਪੈਂਡ ਹੈ ਕਿ ਤੁਸੀਂ ਸੱਚ ਕਿਸ ਲਈ ਬੋਲਿਆ, ਡਿਪੈਂਡ ਹੈ ਕਿ ਤੁਸੀਂ ਝੂਠ ਕਿਸ ਲਈ ਬੋਲਿਆ। ਕਈ ਵਾਰੀ ਬੋਲਿਆ ਝੂਠ ਵੀ ਸੱਚ ਜੇ, ਕਈ ਵਾਰੀ ਬੋਲਿਆ ਸੱਚ ਵੀ ਗਲਤ ਜੇ। ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ ਹੈ। ਪਰ ਅਕਸਰ ਆਪਾਂ ਸੋਚਦੇ ਮੈਂ ਸੱਚ ਬੋਲਿਆ, ਠੀਕ ਆ ਸੱਚ, ਪਰ ਮੈਂ ਬਾਣੀ ਕਹਿੰਦੀ ਆ ਤੂੰ ਸੱਚ ਕਿਸ ਲਈ ਬੋਲਿਆ, ਤੂੰ ਝੂਠ ਕਿਸ ਲਈ ਬੋਲਿਆ। ਤੂੰ ਸੱਚ ਬੋਲ ਕੇ ਅਗਲੇ ਦਾ ਹਿਰਦਾ ਚਕਨਾਚੂਰ ਕਰ ਦਿੱਤਾ ਤੂੰ, ਜਿਹੜਾ ਹੈਗਾ ਅਗਲਾ ਸੌ ਨਹੀਂ ਸਕਦਾ ਕਈ ਦਿਨਾਂ ਤੱਕ। ਇਹ ਜੇ ਸੱਚ ਦਾ ਕੀ ਫਾਇਦਾ। ਵੀਰ ਜੀ, ਉਹ ਗਾਂ ਵਾਲੀ ਕਹਾਣੀ ਤੁਸੀਂ ਸੁਣਾਉਂਦੇ ਹੁੰਦੇ। ਹਾਂ, ਤੇ ਇਹ ਚੀਜ਼ ਦੇਖੋ, ਇਹ ਚੀਜ਼ਾਂ ਵਿਚਾਰ ਕਰੋ ਪਲੀਜ਼। ਤੇ ਇੱਥੇ ਆਪਾਂ ਫਿਰ ਅੱਗੇ ਚੱਲਦੇ ਨੇ। ਜੱਜ ਸਾਹਿਬ, ਅਗਲੀ ਤੁਕ ਬੋਲੋ। ਬਖਤੇ ਬਖ ਸ਼ਬਦ ਸੁਨਾਇਆ, ਆਖਰੀ ਬੰਦ ਕਬੀਰ ਜੀ ਕਨਕਲੂਡ ਕਰ ਰਹੇ ਹੈ, ਕਨਕਲੂਜ਼ਨ ਦੇ ਰਹੇ ਹੈ। ਕਹਿੰਦੇ ਮੈਂ ਆਪਣਾ ਪੂਰਾ ਦਾ ਪੂਰਾ ਇਮਾਨਦਾਰੀ ਦੇ ਨਾਲ, ਕਬੀਰ ਜੀ ਕਹਿੰਦੇ ਆ ਵੀ ਮੈਂ ਬੋਲ ਕੇ, ਬਖਤਾ ਮਤਲਬ ਬੋਲ ਕੇ, ਵੀ ਸ਼ਬਦ ਸੁਣਾ ਦਿੱਤਾ। ਸ਼ਬਦ ਕੀ ਹੈ? ਰਸਤਾ, ਧਿਆਨ ਸਿਮਰਨ, ਕੀ ਕਾਰਵਾਈ ਕਰਨੀ ਹੈ। ਕਹਿੰਦੇ ਮੈਂ ਬ੍ਰਹਮ ਗਿਆਨੀਆਂ ਨੇ ਕਹਿ ਲਓ, ਕਬੀਰ ਜੀ ਨੇ ਕਹਿ ਲਓ, ਕਹਿੰਦੇ ਉਹਨਾਂ ਨੇ ਆਪਣਾ ਗਿਆਨ ਦੇ ਦਿੱਤਾ। ਗੁਰੂ ਨੇ ਕਹਿ ਲਓ, ਉਹਨਾਂ ਨੇ ਆਪਣਾ ਗਿਆਨ ਦੇ ਦਿੱਤਾ। ਬਖਤੇ ਬਖ ਸ਼ਬਦ ਮਤਲਬ ਰਸਤਾ ਦੱਸ ਦਿੱਤਾ। ਸੁਣਤੇ ਸੁਣ ਮਨ ਵਸਾਇਆ, ਜਿਹੜੇ ਸੁਣਨ ਵਾਲੇ ਹੈਗੇ ਆ ਉਹਨਾਂ ਨੇ ਚੰਗੀ ਤਰ੍ਹਾਂ ਸੁਣ ਲਿਆ ਉਹਨੂੰ, ਔਰ ਮਨ ਦੇ ਵਿੱਚ ਵਸਾ ਲਿਆ ਉਸ ਚੀਜ਼ ਨੂੰ। ਮਨ ਦੇ ਵਿੱਚ ਵਸਾ ਲਿਆ ਬਈ ਆਹ ਕੰਮ ਕਰਨ ਵਾਲਾ ਆ ਤਾਂ ਮੈਂ ਕੀਤਾ ਹੀ ਨਹੀਂ, ਆਹ ਕਾਰਵਾਈ ਆ ਤਾਂ ਮੈਨੂੰ ਕਰਨੀ, ਉਹਨੇ ਉਸੇ ਵੇਲੇ ਸ਼ੁਰੂ ਕਰ ਦੇਣੀ ਆ। ਕਰ ਕਰਤਾ ਉਤਰਸ ਪਾਰੰਗ, ਜਿਹੜਾ ਕਰਦਾ ਇਸ ਕੰਮ ਨੂੰ, ਜਿਹਨੇ ਉਹ ਮਾਲਕ ਪਰਮਾਤਮਾ ਨੂੰ ਕਰਤਾ ਮੰਨ ਲਿਆ, ਉਹਦੀ ਭਗਤੀ ਸ਼ੁਰੂ ਕਰਤੀ, ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਏਗਾ। ਕਰ ਕਰਤਾ ਉਤਰਸ ਪਾਰੰਗ, ਕਹੇ ਕਬੀਰ ਸਾਰੰਗ। ਕਬੀਰ ਜੀ ਕਹਿੰਦੇ ਸਾਰ ਦੱਸਤਾ, ਹੁਣ ਤੈਨੂੰ ਤੇਰੀ ਮਰਜ਼ੀ, ਅੱਗੇ ਤੂੰ ਜਿਹੜਾ ਹੈਗਾ ਜੋ ਮਰਜ਼ੀ ਕਰ ਪਾਏ, ਤੇਰੇ ਉੱਤੇ ਆ, ਮੈਂ ਜਿਹੜਾ ਤੇਰੀ ਜਗ੍ਹਾ ਤੇ ਨਹੀਂ ਕਰ ਸਕਦਾ। ਹਾਂਜੀ ਵੀਰ ਜੀ। ਹਾਂਜੀ, ਠੀਕ ਹੈ ਜੀ। ਸਾਧ ਸੰਗਤ ਜੀ, ਦੇਖੋ ਇਸ ਚੀਜ਼ ਨੂੰ ਆਪ ਸਮਝੋ। ਇਹ ਕਥਾ ਫਿਰ ਮੈਂ ਬਾਅਦ ਚ ਵਿਚਾਰ ਕਰਦਾ ਹਾਂ। ਦੇਖੀ ਜਾਏ ਇਹ ਗੱਲ, ਖਾਣਾ ਖਾਣ ਤੋਂ ਬਾਅਦ ਜਿਹੜਾ ਨਾ, ਉਸ ਨੂੰ ਖਾਣੇ ਨੂੰ ਖਾਣ ਤੋਂ ਬਾਅਦ ਜਿਹੜਾ ਉਹਨੂੰ ਸਹੀ ਤਰੀਕੇ ਨਾਲ ਹਜਮ ਕਰਨਾ, ਉਹਦੇ ਲਈ ਤੁਹਾਡਾ ਹਾਜ਼ਮਾ ਕਾਇਮ ਚਾਹੀਦਾ ਜੀ। ਜੇ ਤੁਹਾਡਾ ਹਾਜ਼ਮਾ ਕਾਇਮ ਨਹੀਂ ਆ, ਭਾਵੇਂ ਤੁਸੀਂ ਸਹੀ ਵੀ ਖਾਣਾ ਖਾਓਗੇ, ਤੁਹਾਡੇ ਸਰੀਰ ਦੇ ਅੰਦਰ ਉਹਦਾ ਅਸਰ ਨਹੀਂ ਹੋਣਾ। ਨਿਜਰ ਸਾਹਿਬ, ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈਗਾ। ਗਿਆਨ ਸੱਚਾ ਵਾ, ਬਹੁਤ ਸੱਚਾ ਵਾ। ਮੈਂ ਦੇਸੀ ਘਿਓ ਖਾਂਦਾ ਵਾ, ਮੇਰਾ ਹਾਜ਼ਮਾ ਹੀ ਨਹੀਂ ਕਾਇਮ, ਤੇ ਦੇਸੀ ਘਿਓ ਖਾਦਾ ਮੇਰੇ ਅਸਰ ਨਹੀਂ ਕਰ, ਕੀ ਫਾਇਦਾ ਹੋਊਗਾ ਮੈਨੂੰ? ਲਿਆ ਹੀ ਨਹੀਂ ਆਪਾਂ ਨੇ, ਕਿਉਂਕਿ ਤੁਹਾਡੀ ਬੋਡੀ ਚ ਉਹ ਜਾਲੀ ਨਹੀਂ ਕੰਮ ਕਰਨ ਦੀ, ਖਰਾਬ ਆ। ਇੱਥੇ ਪਤਾ ਕੀ ਹੁੰਦਾ ਕਿ ਗਿਆਨ, ਸਹੀ ਗਿਆਨ ਜਿਹੜਾ ਹੈ ਉਹ ਬੜਾ ਜ਼ਰੂਰੀ ਹੈ, ਤੁਹਾਡਾ ਆਪਣਾ ਗਿਆਨ। ਕਿਉਂਕਿ ਜਦ ਤੱਕ ਤੁਹਾਡੇ ਕੋਲ ਗਿਆਨ ਹੀ ਨਹੀਂ ਆ, ਸਮਝ ਲਓ ਕਿ ਤੁਸੀਂ ਖਾਣਾ ਖਾ ਵੀ ਲਓਗੇ, ਉਹ ਤੁਹਾਡੇ ਟਿਕਣਾ ਹੀ ਨਹੀਂ, ਤੁਹਾਡੇ ਸਰੀਰ ਚ ਅਸਰ ਹੀ ਨਹੀਂ ਕਰਨਾ। ਹੁਣ ਕਈ ਬੰਦੇ ਵੇਖ ਮਾੜੂ ਜਿਹੇ ਹੁੰਦੇ ਆ, ਖਾਂਦੇ ਸਾਰਾ ਕੁਝ ਆ, ਪਰ ਸਰੀਰ ਨਹੀਂ ਬਣਦਾ ਉਹਨਾਂ ਦਾ। ਕਿਉਂ ਨਹੀਂ ਬਣਦਾ? ਕਿਉਂਕਿ ਹਾਜ਼ਮਾ ਨਹੀਂ ਕਾਇਮ। ਠੀਕ ਹੈ। ਹੁਣ ਦੇਖੀਏ, ਹਾਂ, ਇਸ ਤੋਂ ਬਾਅਦ ਦੇਖੋ, ਦੇਖੋ ਇੱਕ ਚੀਜ਼ ਨੂੰ ਸਮਝੋ ਪਲੀਜ਼। ਆਪ ਜਿੰਨਾ ਚਿਰ ਤੱਕ ਤੁਹਾਨੂੰ ਸਹੀ ਜਗ੍ਹਾ ਦਾ ਪਤਾ ਨਹੀਂ, ਜੋ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ, ਇਹ ਬੜਾ ਇੰਪੋਰਟੈਂਟ ਹੈ। ਠੀਕ ਹੈ ਮੇਜਰ ਸਾਹਿਬ? ਬਿਲਕੁਲ। ਆਪਾਂ ਕਿਤੇ ਜਾਣਾ ਹੈ, ਮੈਂ ਤੁਹਾਡੇ ਘਰ ਹੀ ਜਾਣਾ, ਤੁਹਾਡਾ ਪਤਾ ਹੀ ਨਹੀਂ ਹੈਗਾ ਮੈਂ ਕਿੱਥੋਂ ਜਾਊਂਗਾ, ਧਰਤੀ ਦੇ ਲੱਭ ਪਾਗਲ ਨਹੀਂ ਹੋ ਜਾਊਂਗਾ ਮੈਂ? ਬਿਲਕੁਲ ਸਹੀ ਗੱਲ ਹੈ। ਕੀ ਨਿੱਜਰ ਸਾਹਿਬ ਦਾ ਨਾਮ, ਗੱਲ ਖਤਮ ਹੋ ਗਈ। ਕੈਨੇਡਾ ਚ ਰਹਿੰਦੇ ਨੇ, ਗੱਲ ਖਤਮ ਹੋ ਗਈ। ਉਹ ਇੱਥੇ BSNL ਚ ਕੰਮ ਕਰਦੇ ਸੀ, ਗੱਲ ਖਤਮ ਹੋ ਗਈ। ਹੁਣ ਮੈਂ ਲੱਭਣ ਜਾਊਂਗਾ, ਬਹੁਤ ਔਖਾ ਕੰਮ ਹੈ। ਇਸ ਲਈ ਤੁਹਾਡੇ ਕੋਲ ਪਤਾ ਹੋਣਾ ਬਹੁਤ ਜ਼ਰੂਰੀ ਹੈ, ਸਹੀ ਪਤਾ। ਔਰ ਸਹੀ ਪਤਾ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਹੋਰ ਭੱਟਾਂ ਤੱਕ, ਸਾਰੇ ਦੱਸ ਕੇ ਗਏ ਨੇ ਸਹੀ ਪਤਾ ਪਰਮਾਤਮਾ ਕਿੱਦਾਂ ਦਾ ਵਾ। ਪਹਿਲਾਂ ਇਹ ਚੀਜ਼ ਨੂੰ ਪਲੀਜ਼ ਪਛਾਣੋ। ਠੀਕ ਹੈ।
ਜੇਕਰ ਸਾਨੂੰ ਪ੍ਰਮਾਤਮਾ ਦੇ ਰੂਪ ਦਾ ਹੀ ਨਹੀਂ ਪਤਾ, ਉਹਦੇ ਰੰਗ ਦਾ ਨਹੀਂ ਪਤਾ, ਉਹਦੇ ਆਕਾਰ ਦਾ ਨਹੀਂ ਪਤਾ, ਬੇਸ਼ੱਕ ਮੈਂ ਨਿੱਜਾ ਸਾਹਿਬ ਨੂੰ ਲੱਭਣਾ ਚਾਹੁੰਦਾ ਹੈ, ਇਹਦਾ ਮਤਲਬ ਇਹੋ ਹੀ ਆ ਕਿ ਮੇਰੇ ਕੋਲ ਐਡਰੈਸ ਵੀ ਨਹੀਂ ਹੈਗਾ ਤੇ ਮੈਂ ਕਿੱਦਾਂ ਲੱਭਾਂਗਾ। ਇਸ ਲਈ ਇਹ ਦੇਖੋ, ਬਾਣੀ ਚ ਕਿਹਾ ਗਿਆ ਰੂਪ ਨਹੀਂ ਹੈਗਾ ਤੇ ਰੰਗ ਨਹੀਂ ਹੈਗਾ ਤੇ ਨਾ ਉਹਦੀ ਕੋਈ ਰੇਖ ਹੈਗੀ ਹੈ, ਨਿਰਾਕਾਰ ਆ। ਇਸ ਨੂੰ ਮਨ ਚ ਰੱਖਣਾ। ਇਹ ਨਾ ਹੋਵੇ ਕਿ ਤੁਹਾਨੂੰ ਕੋਈ ਸੂਰਜ ਦੇ ਦੇ, ਤੁਹਾਨੂੰ ਕੋਈ ਚੰਦਰਮਾ ਦੇ ਜੇ, ਤੁਹਾਨੂੰ ਕੋਈ ਅੰਦਰ ਦੇਵੀ ਦੇਵਤਾ ਦਿਖ ਜੇ। ਏਦਾਂ ਦੀ ਕੋਈ ਗੱਲਬਾਤ ਗੁਰੂ ਗ੍ਰੰਥ ਸਾਹਿਬ ਜੀ ਦੇ ਚ ਕਿਤੇ ਨਹੀਂ ਲਿਖੀ, ਨਾ ਉਹਨਾਂ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਲੋਕੀ ਜਿਹੜੇ ਆ ਵਹਿਮਾਂ ਭਰਮਾਂ ਚ ਨਾ ਪੈ ਜਾਣ। ਪਰ ਆਮ ਤੌਰ ਤੇ ਤੁਸੀਂ ਦੇਖੋਗੇ ਲੋਕੀ ਕਹਿੰਦੇ ਆ ਕਿ ਸਾਡੇ ਬਾਬੇ ਦੀ ਫੋਟੋ ਵੇਖ, ਜਿਹੜਾ ਬਾਬਾ ਮਰ ਗਿਆ ਉਹਦੀ ਸ਼ਕਲ ਵੇਖ, ਪਰ ਬਾਣੀ ਚ ਤਾਂ ਕੁਛ ਨਹੀਂ ਲਿਖਿਆ। ਬਿਲਕੁਲ ਸਹੀ ਹੈ ਗੁਰਕੀ ਸਾਹਿਬ। ਦੇਖੋ, ਆਪਾਂ ਨੂੰ ਪਹਿਲਾਂ ਤਾਂ ਜਿਹੜਾ ਪਰਮਾਤਮਾ ਦਾ ਐਡਰੈਸ ਪਤਾ ਹੋਣਾ ਚਾਹੀਦਾ, ਜਿੱਥੇ ਆਪਾਂ ਨੇ ਜਾਣਾ ਹੈ। ਦੂਜਾ, ਆਪਣੇ ਕੋਲ ਜਿਹੜਾ ਹੈਗਾ ਜਾਣ ਵਾਸਤੇ ਜਿਹੜਾ ਹੈਗਾ ਆਪਣੇ ਕੋਲ ਵਹੀਕਲ ਹੋਣੀ ਚਾਹੀਦੀ ਆ, ਵੀ ਜੇ ਕਿਸ ਸਾਧਨ ਦੇ ਨਾਲ ਜਾਣਾ ਹੈ ਆਪਾਂ ਨੇ। ਤੀਸਰੀ ਚੀਜ਼ ਜਿਹੜੀ ਹੈਗੀ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ, ਉਹ ਆਪਣੀ ਜਾਣ ਦੀ ਇੱਛਾ ਹੋਣੀ ਚਾਹੀਦੀ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਦੇਖੋ, ਆਪਾਂ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਸਹੀ ਆ, ਪਰ ਇਹਦੇ ਇਲਾਵਾ ਸਾਨੂੰ ਗਿਆਨ ਚਾਹੀਦਾ, ਸਾਨੂੰ ਪਤਾ ਵੀ ਹੋਣਾ ਚਾਹੀਦਾ। ਪਤਾ ਹੋਣ ਤੋਂ ਬਾਅਦ, ਪਤਾ ਦਾ ਹੋਣ ਦਾ ਮਤਲਬ ਹੈ ਕਿ ਸਾਨੂੰ ਪਤਾ ਹੋਵੇ ਕਿ ਪ੍ਰਮਾਤਮਾ ਦਾ ਰੂਪ ਕੀ ਹੈ। ਠੀਕ ਹੈ, ਕਿਤੇ ਐਵੇਂ ਨਾ ਕਿਤੇ ਫੋਟੋ ਨੂੰ ਅਸੀਂ ਪ੍ਰਮਾਤਮਾ ਸਮਝ ਲਈਏ, ਕਿਸੇ ਮੂਰਤੀ ਨੂੰ ਜਾਂ ਕਿ ਧਾਰਮਿਕ ਸਥਾਨ ਨੂੰ ਪ੍ਰਮਾਤਮਾ ਸਮਝ ਲਈਏ। ਇਹਦਾ ਮਤਲਬ ਕਿ ਆਪਾਂ ਗਲਤ ਹੋ ਗਏ। ਨਿਜੇ ਸਾਹਿਬ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਗਲਤ ਐਡਰੈਸ ਲੈ ਲਿਆ ਆਪਾਂ ਨੇ, ਗਲਤ ਐਡਰੈਸ ਲੈ ਲਿਆ। ਹਾਂ, ਇੱਥੇ ਬਿਲਕੁਲ ਇਸ ਚੀਜ਼ ਨੂੰ ਮੈਂ ਰੋਕ ਦੇਣਾ ਚਾਹੁੰਦਾ ਵਾਂ ਕਿ ਕੱਲ ਨੂੰ ਤੁਸੀਂ ਕਹੋਗੇ ਚਰਨਜੀਤ ਪਤਾ ਨਹੀਂ ਕੀ ਕਹੀ ਜਾਂਦਾ, ਤੇ ਫਿਰ ਧਾਰਮਿਕ ਸਥਾਨ ਪਰਮਾਤਮਾ ਨਹੀਂ ਹੈ, ਤੇ ਫਿਰ ਹੋਰ ਮੂਰਤੀਆਂ ਵੀ ਪਰਮਾਤਮਾ ਨਹੀਂ ਹੈ, ਮੰਦਿਰ ਪਰਮਾਤਮਾ ਨਹੀਂ ਹੈ। ਇਹਦਾ ਮਤਲਬ ਪਰਮਾਤਮਾ ਕੀ ਹੈ? ਉਹ ਨਿਰਾਕਾਰ ਆ, ਬਿਲਕੁਲ ਨਿਰਾਕਾਰ ਆ। ਤੇ ਜੇ ਨਿੱਜਾ ਸਾਹਿਬ ਨੂੰ ਮੈਂ ਇੱਥੇ ਪਾਕਿਸਤਾਨ ਚ ਲੱਭਣ ਜਾਵਾਂ ਤੇ ਲੱਭੂਗਾ ਮੈਨੂੰ ਨਿੱਜਾ ਸਾਹਿਬ? ਨਾ। ਬੇਸ਼ੱਕ ਮੇਰੇ ਮਨ ਚ ਇੱਛਾ ਹੈਗੀ ਮੈਂ ਨਿੱਜਾ ਸਾਹਿਬ ਨੂੰ ਮਿਲਣਾ ਚਾਹੁੰਦਾ, ਮੈਂ ਤੁਰ ਵੀ ਪਿਆ ਸਾਰਾ ਸਾਲ ਕੀ ਸਾਰੀ ਜ਼ਿੰਦਗੀ ਉੱਥੇ ਘੁੰਮਦਾ ਰਵਾਂ, ਪਰ ਜਿਹੜੀ ਚੀਜ਼ ਉੱਥੇ ਨਹੀਂ ਹੈਗੀ ਮੈਨੂੰ ਕਿੱਥੋਂ ਮਿਲੂਗੀ ਦੱਸੋ? ਔਰ ਇੱਕ ਗੱਲ ਹੈਗੀ, ਪਰਮਾਤਮਾ ਆਪਣੇ ਅੰਦਰ ਹੀ ਬੈਠਾ ਹੈ, ਜਾਣਾ ਕਿਤੇ ਨਹੀਂ, ਆਪਾਂ ਨੇ ਅੰਦਰ ਹੀ ਵੜਨਾ ਹੈ ਬਸ। ਆਪਾਂ ਨਿੱਜੇ ਸਾਹਿਬ, ਪਰ ਇਹ ਗਿਆਨ ਦਾ ਵੀ ਤੇ ਗਿਆਨ ਹੋਣਾ ਚਾਹੀਦਾ ਨਾ। ਨਹੀਂ ਉਹ ਚੀਜ਼ ਨੂੰ ਸਮਝੀਏ ਤਾਂ ਹੀ ਤੇ ਉਹਦਾ ਫਾਇਦਾ। ਹਾਂ, ਠੀਕ ਹੈ ਜੀ। ਅੱਛਾ, ਇਸ ਤੋਂ ਇਲਾਵਾ ਦੇਖੋ, ਕੋਈ ਵੀ ਚੀਜ਼ ਆ, ਉਹ ਕੱਛੂ ਕੁੰਮੇ ਦੀ ਮੈਂ ਗੱਲ ਕਰਦਾ ਸੀ ਨਾ, ਉਹਦਾ ਮਤਲਬ ਇਹ ਆ ਕਿ ਜਦੋਂ ਆਪਾਂ ਕਿਸੇ ਸਕੂਲ ਚ ਜਾਂਦੇ ਆ, ਕਿਸੇ ਯੂਨੀਵਰਸਿਟੀ ਚ ਦਾਖਲਾ ਲੈਂਦੇ ਆ, ਤਾਂ ਸਭ ਤੋਂ ਪਹਿਲਾਂ ਉਹ ਟੈਸਟ ਲੈਂਦੇ ਆ। ਤੁਹਾਡੀ ਕਾਬਲੀਅਤ ਵੇਖਦੇ ਆ ਕਿ ਤੁਹਾਡੇ ਚ ਕਾਬਲੀਅਤ ਹੈਗੀ ਹੈ, ਰਿਕੁਆਇਰਮੈਂਟ ਪੂਰੀ ਕਰਦੇ। ਜੋ ਰਿਕੁਆਇਰਮੈਂਟ ਪੂਰੀ ਕਰਨ ਦਾ ਮਤਲਬ ਪਤਾ ਕੀ ਕਹਿਣਾ ਚਾਹੁੰਦਾ ਜੋ ਮੈਂ? ਕੱਛੂ ਕੁੰਮੇ ਵਾਂਗੂ ਜਦੋਂ ਔਗਣਾ ਆ ਗਿਆ ਤੇ ਆਪਣੀ ਇੰਦਰੀਆਂ ਅੰਦਰ ਕਰ ਲਿਆ ਕਰੋ। ਬਹੁਤ ਵਧੀਆ ਗੁਰਕੀ ਸਾਹਿਬ, ਉਸ ਸਮੇਂ ਲਈ ਨਿੱਜਾ ਸਾਹਿਬ। ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ ਹੈ। ਆਹੋ, ਐਵੇਂ ਤੁਸੀਂ ਕਹਿ ਦੋ ਕਿ ਵੀ ਰਿਕੁਆਇਰਮੈਂਟ ਤੇ ਕੁਛ ਵੀ ਨਹੀਂ, ਸਿੱਧਾ ਭਗਤੀ ਕੀਤੀ ਜੋ ਰੱਬ ਮਿਲ ਜੂ, ਏਦਾਂ ਨਹੀਂ ਜੋ ਮਿਲਣਾ। ਹਾਂ, ਬਹੁਤ ਵਧੀਆ ਜੀ, ਬਹੁਤ। ਇਹ ਤਾਂ ਇੰਨਾ ਕੀਮਤੀ ਨੁਕਤਾ ਹੈ ਨਾ, ਬਸ ਇਹਨੂੰ ਤਾਂ ਬਿਲਕੁਲ ਜਿਹੜਾ ਹੈ ਨਾ ਚੁੰਬਕ ਵਾਂਗੂ ਖਿੱਚ ਲਈਏ ਆਪਾਂ। ਹਾਂਜੀ ਵੀਰ ਜੀ, ਇਹ ਕੱਛੂ ਕੁੰਮੇ ਤੇ ਗੁਣ ਲੈ ਲਓ, ਬਸ ਸਾਹਮਣੇ ਆ ਗਈ ਆ ਚੀਜ਼, ਕੁਛ ਨਹੀਂ ਕਰ ਸਕਦੇ, ਸਿਚੁਏਸ਼ਨ ਬਣ ਗਈ ਆ, ਚੁੱਪ ਕਰਕੇ ਇੰਦਰੀਆਂ ਆਪਣੀਆਂ ਕਰ ਲਓ ਬੰਦ। ਕਹਿਣ ਤੋਂ ਭਾਵ ਕ੍ਰੋਧ ਬਣਨ ਵਾਲੀ, ਗੁੱਸਾ ਚੜਨ ਵਾਲੀ ਅਵਸਥਾ ਬਣ ਚੁੱਕੀ ਆ। ਤੁਸੀਂ ਮੂੰਹ ਤੋਂ ਭਾਵੇਂ ਜੋ ਮਰਜ਼ੀ ਹੋ ਜਾਓ, ਪਰ ਅੰਦਰ ਤੁਹਾਨੂੰ ਕ੍ਰੋਧ ਨਾ ਚੜਿਆ ਹੋਵੇ, ਪਰ ਇਹਦੇ ਲਈ ਟਾਈਮ ਲੱਗਣਾ। ਜੋ ਹੁਣ ਤੁਸੀਂ ਏਦਾਂ ਕਰੋ, ਸ਼ੁਰੂਆਤ ਇੱਥੋਂ ਕਰੋ, ਉਦੋਂ ਜਿੱਪ ਦਾ ਲਿਪ, ਮੂੰਹ ਬੰਦ ਕਰ ਲਓ। ਇੱਕ ਸਮਝਿਆ ਤਰੀਕਾ, ਕਿਉਂਕਿ ਹੋਰ ਤੇ ਕੁਛ ਨਹੀਂ ਕਰ ਸਕਦੇ ਤੁਸੀਂ। ਇਹਦਾ ਜਿੱਪ ਦਾ ਲਿਪ, ਇੱਥੇ ਜਿੱਪ ਮਾਰ ਲਓ, ਬੰਦ ਕਰ ਲੈ। ਕਿਉਂਕਿ ਉਹ ਜਿਹੜੀ ਅੰਦਰ એનર્ਜੀ ਅੰਦਰ ਹਿੱਲ ਗਈ ਨਾ, ਉਹਨੂੰ ਵੇਖੋ ਕਿ ਅੰਦਰੋਂ ਕੀ ਚੀਜ਼ ਮੇਰੇ ਅੰਦਰ ਹੋ ਗਈ ਜਿਹੜੀ ਇੰਨੀ ਭਾਂਬੜ ਮੱਚ ਗਏ ਨੇ। ਮੈਂ ਤਾਂ ਕੁਛ ਵੀ ਨਹੀਂ ਕਰਨ ਦਿਆ, ਅੰਦਰੋਂ ਕਹਿੰਦਾ ਧੱਕੇ ਮਾਰਨ ਦਿਆ, ਬਾਈ ਇੰਨੀ એનર્ਜੀ ਕਿੱਥੋਂ ਆ ਗਈ? ਨਾਭੀ ਚੱਕਰ ਤੋਂ ਲੈਂਦੀ ਉਹ ਸ਼ਕਤੀ। ਤਾਂ ਤੁਹਾਡਾ ਜਿਹੜਾ ਕ੍ਰੋਧ ਹੈ ਬਹੁਤ ਪਾਵਰਫੁਲ એનર્ਜੀ ਯੂਜ਼ ਕਰਦਾ, ਇੰਨੀ ਪਾਵਰਫੁਲ ਹੁੰਦੀ ਹੈ, ਤੁਹਾਡੀ ਅਕਲ ਸਾਈਡ ਤੇ ਕਰ ਦੇਣੀ ਉਹਨੇ। ਤੁਹਾਨੂੰ ਨਹੀਂ ਪਤਾ ਲੱਗਣਾ ਤੁਸੀਂ ਕੀ ਕਰਦੇ ਜੋ, ਤੁਹਾਨੂੰ ਨਹੀਂ ਪਤਾ ਲੱਗਣਾ। ਤੁਸੀਂ ਰਿਕਾਰਡਿੰਗ ਆਪਣੀ ਸੁਣ ਲਿਓ, ਆਪਣੇ ਘਰੇ ਲੜ ਕੇ ਉਹਨਾਂ ਨੂੰ ਕਹੋ ਮੇਰੀ ਰਿਕਾਰਡਿੰਗ ਕਰ ਲਓ, ਬਸ। ਪਰ ਤੁਸੀਂ ਉਹ ਕੁਝ ਵੀ ਬੋਲ ਜਾਣਾ ਜਿਹੜਾ ਤੁਸੀਂ ਸੋਚਿਆ ਵੀ ਨਹੀਂ। ਤੁਸੀਂ ਉਹ ਕੁਝ ਵੀ ਕਰ ਦੇਣਾ ਜਿਹੜੀ ਕਲਪਨਾ ਨਹੀਂ ਕੀਤੀ। ਕ੍ਰੋਧ ਇੰਨਾ ਚੰਡਾਲ ਆ, ਘੱਟੋ ਘੱਟ ਪਤਾ ਨਹੀਂ ਕਿੰਨੇ ਦਿਨ ਲੱਗਣਾ ਤੁਹਾਡਾ ਸਰੀਰ ਵਾਪਸ ਸ਼ਾਂਤ ਹੋਣ ਲਈ ਲੱਗ ਜਾਣੇ ਆ, ਫਿਰ ਜਾ ਕੇ ਤੇਰਾ ਸਰੀਰ ਸ਼ਾਂਤ ਹੋਣਾ। ਬਾਣੀ, ਠੀਕ ਹੈ ਜੀ। ਬਾਣੀ ਗੁਰਕੀ ਸਾਹਿਬ, ਬਾਣੀ ਕਹਿੰਦੀ ਹੈ, ਕਹਿੰਦੀ ਚੌਥੀ ਪਾਤਸ਼ਾਹੀ ਦਾ ਸ਼ਬਦ ਆ ਵੀ ਉਹਨਾਂ ਪਾਸ ਦੁਆਸ ਨਾ ਪਿੱਟੀਏ ਜਿਹਨੇ ਅੰਤਰ ਕ੍ਰੋਧ ਚੰਡਾਲ। ਕਹਿੰਦੇ ਉਹਨਾਂ ਦੇ ਤਾਂ ਨੇੜੇ ਵੀ ਨਾ ਜਾਈ ਜਿਨ੍ਹਾਂ ਦੇ ਅੰਦਰ ਕ੍ਰੋਧ ਚੜਿਆ ਹੋਇਆ, ਚੰਡਾਲ ਹੈਗਾ ਜਿਨ੍ਹਾਂ ਦੇ ਅੰਦਰ।
ਦੇਖੋ ਹਾਂਜੀ ਬਿਲਕੁਲ ਸਹੀ ਹੈ। ਫਿਰ ਕਹਿੰਦੇ ਆ ਕਿ ਹਰ ਕੋਈ ਸੱਚ ਬੋਲਣ ਵਾਲਾ ਮਨੁੱਖ ਸੱਚਾ ਨਹੀਂ ਹੁੰਦਾ ਤੇ ਹਰ ਕੋਈ ਝੂਠ ਬੋਲਣ ਵਾਲਾ ਮਨੁੱਖ ਝੂਠਾ ਨਹੀਂ ਹੁੰਦਾ। ਇਹ ਵੀ ਨੁਕਤੇ ਦੀ ਗੱਲ ਆ। ਜਿਹੜੇ ਬੰਦੇ ਸੱਚ ਬੋਲਦੇ ਪਏ ਨੇ ਉਹ ਸੱਚੇ ਨਹੀਂ ਹੁੰਦੇ। ਇਹ ਤਾਂ ਕੀ ਕਾਰਨ ਉਹਦੇ ਪਿੱਛੇ? ਹੁਣ ਕਈ ਬੰਦੇ ਝੂਠ ਵੀ ਬੋਲ ਦਿੰਦੇ ਨੇ, ਪਰ ਇਹਦਾ ਮਤਲਬ ਨਹੀਂ ਉਹ ਝੂਠ ਬੋਲ ਦਿੱਤਾ ਤੇ ਝੂਠਾ ਹੈ। ਉਹਦੇ ਪਿੱਛੇ ਉਹਦੀ ਕੀਤਾ ਕੀ ਉਹ ਸੋਚ ਰੱਖ ਕੇ ਬੈਠਾ ਹੈ ਕਿ ਇਹਦਾ ਭਲਾ ਹੋ ਰਿਹਾ। ਸਹੀ ਨੇ ਜੀ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਤੇ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਅੱਜ ਦੀ ਗੱਲ। ਫਿਰ ਇੱਥੇ ਨਜਰ ਸਾਹਿਬ ਅਗਲੀ ਤੁਕ ਜਿਹੜੀ ਹੁਣ ਬਾਣੀ ਤੇ ਆ ਜਾਂਦਾ ਟਾਈਮ ਆਵਾ ਲੈ ਲਿਆ ਮੈਂ। ਇਹ ਹੋ ਗਿਆ ਪੂਰੀ ਜੀ, ਸ਼ਬਦ ਤਾਂ ਪੂਰਾ ਹੋ ਗਿਆ। ਵੈਸੇ ਜਿਹੜਾ ਹੈਗਾ ਥੋੜਾ ਸਾ ਇਹਦਾ ਤੁਸੀਂ ਜਿਹੜਾ ਹੈਗਾ ਕਨਕਲੂਡ ਕਰਨਾ ਹੈ ਤੇ ਕਰ ਦਿਓ ਜੀ ਬਈ। ਬਸ ਠੀਕ ਹੈ, ਕੋਈ ਗੱਲ ਨਹੀਂ। ਅੱਜ ਦੀ ਵਿਚਾਰ ਆ ਤੁਕ ਬੋਲ ਤੋਂ ਲਾਸਟ ਵਾਲੀ ਦੋ ਤੁਕਾਂ ਮੈਂ ਫਿਰ। ਹਾਂਜੀ ਹਾਂਜੀ। ਬਖਤੈ ਬਕ ਸ਼ਬਦ ਸੁਨਾਇਆ, ਸੁਨਤੇ ਸੁਨ ਮਨ ਵਸਾਇਆ, ਤੇ ਕਰ ਕਰਤਾ ਉਤਰਸ ਪਾਰੰਗ, ਕਹੇ ਕਬੀਰਾ ਸਾਰੰਗ। ਕਹਿੰਦੇ ਬਈ ਬੋਲ ਕੇ ਹੁਣ ਗਿਆਨ ਦੇ ਦਿੱਤਾ ਆ, ਸਾਰ ਵਸਤੂ ਦੇ ਦਿੱਤੀ ਆ ਤੇ ਸੁਣਨ ਵਾਲੇ ਨੇ ਲੈ ਲਈ ਆ। ਜੇ ਤੂੰ ਲੈਣੀ ਆ ਤੇ ਲੈ ਲਾ ਮਿੱਤਰਾ, ਮੈਂ ਤਾਂ ਸਾਰ ਵਸਤੂ ਦੇਤੀ। ਮੈਂ ਆਪਣਾ ਜਿਹੜਾ ਹੈਗਾ ਪੂਰਾ ਜ਼ੋਰ ਲਾਤਾ ਆ, ਅੱਗੇ ਤੇਰੀ ਆਪਣੀ ਖੁਸ਼ੀ ਹੈਗੀ ਆ ਭਾਈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ, ਗੱਲ ਖਤਮ ਕਰਤੀ ਆ। ਕਹਿੰਦੇ 100 ਰੱਸਾ ਤੇ ਸਿਰੇ ਤੇ ਗੰਢ। ਇੱਥੇ ਪ੍ਰੋਫੈਸਰ ਨੇ ਇੱਕ ਲੈਕਚਰ ਦਿੱਤਾ, ਕਲਾਸ ਦੇ ਵਿੱਚ 100 ਬੱਚਾ ਬੈਠਾ, 100 ਦੇ 100 ਬੱਚੇ ਥੋੜੀ ਫਾਇਦਾ ਉਠਾਉਂਦੇ ਉਸ ਤੋਂ। ਤੇ ਜਿਹਨੇ ਫਾਇਦਾ ਉਠਾਉਣਾ ਵਾ ਉਹਦੇ ਹੀ ਜੀਵਨ ਚ ਇਨਕਲਾਬ ਹੋਣਾ ਹੈ, ਉਸੇ ਬੰਦੇ ਨੇ ਅੱਗੇ ਵਧਣਾ। ਤੋ ਆਪਾਂ ਇੱਥੇ ਵਿਚਾਰ ਨੂੰ ਇੱਥੇ ਸਮਾਪਤ ਕਰਦੇ ਹਾਂ। ਕਥਾ ਸਾਰੇ ਸੁਣਦੇ ਨੇ, ਪਰ ਪੱਲੇ ਜਿਹੜਾ ਕੋਈ ਪਾ ਪਾਉਂਦਾ ਹੈ, ਕਿਉਂਕਿ ਪਾਉਣਾ ਵੀ ਉਹ ਹਿਸਾਬ ਹੈ। ਦੇਖੋ ਇੱਕ ਕਿਸਾਨ ਆ, ਫਸਲ ਬੀਜੀ, ਫਸਲ ਵੱਢਣ ਤੋਂ ਬਾਅਦ ਉਹਨੇ ਇਕੱਠੀ ਕੀਤੀ, ਟਰੈਕਟਰ ਤੇ ਲੱਦੀ, ਟਰਾਲੀ ਤੇ ਲੱਦ ਕੇ ਜਿੰਨਾ ਚਿਰ ਤੱਕ ਉਹ ਮੰਡੀ ਪਹੁੰਚਾ ਨਹੀਂ ਦਿੰਦਾ ਨਾ, ਉਹਨਾਂ ਚਿਰ ਸਮਝ ਲਓ ਕਿਸਾਨ ਨੂੰ ਉਹਦਾ ਫਾਇਦਾ ਨਹੀਂ ਹੋਇਆ। ਜਦੋਂ ਵਿਕੂਗੀ ਮੰਡੀ 'ਚ ਫਿਰ ਪੈਸੇ ਉਹਦੇ ਹੱਥ 'ਚ ਆਉਣਗੇ। ਆਪ ਜਸਟ ਸੋਚੋ, ਬੀਜਣ ਤੇ ਵੱਢਣ ਤੱਕ ਗੱਲ ਖਤਮ ਨਹੀਂ ਹੁੰਦੀ। ਗਿਆਨ ਨੂੰ ਪੜ੍ਹਨਾ ਸੁਣਨਾ ਇਹ ਕੇਵਲ ਤਿਆਰੀ ਹੈ। ਅਸਲੀ ਕੀਮਤ ਉਦੋਂ ਆ ਕਿ ਜਦੋਂ ਇਹ ਕਿਸਾਨ ਆਪਣੀ ਫਸਲ ਲੈ ਕੇ ਮੰਡੀ 'ਚ ਵੇਚ ਕੇ ਚੈੱਕ ਲੈ ਕੇ ਹੱਥ 'ਚ ਫੜ ਲੈਂਦਾ ਤੇ ਪੈਸੇ ਉਹਦੇ ਖਾਤੇ 'ਚ ਆ ਜਾਂਦੇ। ਗਿਆਨ ਦਾ ਮਤਲਬ ਇਹੋ, ਜਦੋਂ ਆਪਾਂ ਜੀਵਨ 'ਚ ਆਪਣੇ ਇੰਪਲੀਮੈਂਟ ਕਰਦੇ ਹਾਂ ਤੇ ਆਪਣੇ ਆਪ ਹੀ ਓਕੇ ਰਿਪੋਰਟ ਹੋ ਜਾਂਦੀ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਸਾਧ ਸੰਗਤ ਜੀ। ਬਿਲਕੁਲ ਠੀਕ ਹੈ ਗੋਰਖੀ ਸਾਹਿਬ। ਦੇਖੋ ਹੁਣ ਨਾ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਬਈ, ਜਦ ਆਪਾਂ ਹੁਣ ਤੁਸੀਂ ਇਹ ਗੱਲ ਕਰ ਰਹੇ ਸੀ ਕਿ 90 ਬੰਦੇ ਸੀਗੇ, ਕਹਿੰਦੇ 100 ਦੇ 100 ਜਿਹੜੇ ਹੈਗੇ ਉਹਨਾਂ ਨੇ ਥੋੜ੍ਹੀ ਨਾ ਇਹ ਕੰਮ ਕਰਨਾ। 100 ਦੇ ਵਿੱਚ ਲੈਕਚਰ, 100 ਸਟੂਡੈਂਟ ਨੇ ਲੈਕਚਰ ਥੋੜ੍ਹੀ ਨਾ ਇਹਨੂੰ ਸਮਝਣਾ ਹੈ। ਉਸੇ ਵੇਲੇ ਜਿਹੜਾ ਹੈਗਾ 10 ਡਰਾਪ ਹੋ ਗਏ, ਉਸੇ ਵੇਲੇ 82 ਹੋ ਗਏ ਹੁਣ ਇਸ ਟਾਈਮ। ਹਾਂ ਨਿੱਜ ਸਭ ਉਹ ਤੇ ਫਿਰ ਮਜਬੂਰੀਆਂ ਵੀ ਹੁੰਦੀਆਂ। ਚਲੋ ਕੋਈ ਗੱਲ ਨਹੀਂ, ਕੋਈ ਨਹੀਂ ਸਾਧ ਸੰਗਤ ਜੀ, ਤੁਸੀਂ ਕੋਈ ਨਹੀਂ, ਫਰਕ ਪੈਂਦਾ ਸਮੇਂ। ਤੁਹਾਨੂੰ ਪਤਾ ਸਮਾਂ ਵੀ ਏਦਾਂ ਦਾ ਹੁੰਦਾ ਨਾ, ਮਜਬੂਰੀ ਹੁੰਦੀ ਹੈ। ਕੋਈ ਨਹੀਂ ਧਿਆਨ ਸਿਮਰਨ ਹਾਲੇ ਜਿਹੜਾ ਹੈਗਾ ਧਿਆਨ ਸਿਮਰਨ ਦੇ ਵਿੱਚ ਤਾਂ ਬੈਠਿਆ ਕਰੀਏ ਘੱਟ ਤੋਂ ਘੱਟ ਜਿਹੜਾ ਹੈਗਾ ਥੋੜਾ ਜਿਹਾ। ਹਾਂਜੀ ਵੀਰ ਜੀ। ਘਰਾਂ ਦੇ ਨਿੱਜ ਸਭ ਕਲਯੁਗ ਦਾ ਟਾਈਮ ਆ, ਬਹੁਤ ਔਖਾ ਕੰਮ ਹੋ ਜਾਂਦਾ ਕਈ ਵਾਰੀ। ਕੋਈ ਨਹੀਂ ਤੇ ਸਾਧ ਸੰਗਤ ਜੀ ਅੱਜ ਦੀ ਵਿਚਾਰ ਇੱਥੇ ਸਮਾਪਤ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ। ਇਹ ਮੇਰੇ ਪਿਤਾ ਗਰੀਬ ਨਵਾਜ, ਮੇਰ ਕਰੋ। ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੀ ਮੇਰੇ ਮਾਲਿਕ। ਇਹ ਮੇਰੇ ਪਿਤਾ, ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ। ਆਪ ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੁਣ ਸਾਧ ਸੰਗਤ ਦੀ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।